ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਕੱਤਰਤਾ ਦੇ ਵਿੱਚ 121ਵੇਂ ਦਿਨ ਸਭ ਦਾ ਸਵਾਗਤ ਹੈ ਜੀ। ਜਿੰਨੇ ਵੀ ਜੁੜੇ ਆ ਭਾਗਾਂ ਵਾਲੇ ਹਾਂ। ਅੱਜ ਤੇ ਬਹੁਤ ਭਾਗਾਂ ਵਾਲਾ ਦਿਨ ਹੈ ਕਿ ਅਸੀਂ ਸਾਰਿਆਂ ਨੇ ਉਹਨਾਂ ਦੇ ਦਰਸ਼ਨ ਕਰਨੇ ਆ ਕਿ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਰੋਲ ਮਾਡਲ ਬਣ ਕੇ ਅੱਗੇ ਆਏ ਹੈ। ਸੋ ਆਓ ਪਹਿਲਾਂ ਜਾਪ ਦੇ ਨਾਲ ਸ਼ੁਰੂ ਕਰਨ ਲੱਗੇ ਆ। ਅੱਜ ਦੀ ਜਾਪ ਦੀ ਸੇਵਾ ਲੈ ਰਹੇ ਜਸ਼ਨਜੋਤ ਕੌਰ ਜੀ, EPP ਨੰਬਰ 13444। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਰੂਰ ਜੀ। ਇੱਕ ਓੰਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ ਜਸ਼ਨਜੋਤ ਕੌਰ ਜੀ। ਪੂਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੀ। ਹੁਣ ਕੀਰਤਨ ਦੇ ਨਾਲ ਜੁੜਦੇ ਆ ਜੀ। ਅੱਜ ਦੀ ਕੀਰਤਨ ਦੀ ਸੇਵਾ ਲੈ ਰਹੀ ਹੈ ਮਨਦੀਪ ਕੌਰ ਜੀ, 10160 EPP ਨੰਬਰ, ਜ਼ੋਨ ਪਟਿਆਲਾ ਤੋਂ। ਮਨਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ। ਤੂੰ ਵੱਡ ਦਾਤਾ ਅੰਤਰ ਜਾਮੀ, ਤੂੰ ਵੱਡ ਦਾਤਾ ਅੰਤਰ ਜਾਮੀ, ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ, ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ। ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ। ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ, ਤੂੰ ਵੱਡ ਦਾਤਾ ਅੰਤਰ ਜਾਮੀ। ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ,
मेरे प्रभु प्रीतम नाम आधारा, हो सुन सुन जीवा नाम तुम्हारा, नाम तुम्हारा। मेरे प्रभु प्रीतम नाम आधारा, हो सुन सुन जीवा नाम तुम्हारा, नाम तुम्हारा। कर कृपा तेरे गुण गावा, कर कृपा तेरे गुण गावा। तेरी शरण सतगुर मेरे पूरे, मन निर्मल होए संता तूरे। तेरी शरण सतगुर मेरे पूरे, मन निर्मल होए संता तूरे, संता तूरे, संता तूरे। कर कृपा तेरे गुण गावा, कर कृपा तेरे गुण गावा। चरण कमल हृदय उर तारे, चरण कमल हृदय उर तारे। तेरे दर्शन को जाई बलिहारे, तेरे दर्शन को जाई बलिहारे, जाई बलिहारे, जाई बलिहारे। कर कृपा तेरे गुण गावा, कर कृपा तेरे गुण गावा, कर कृपा तेरे गुण गावा, कर कृपा तेरे गुण गावा। नानक नाम जपत सुख पावा, नानक नाम जपत सुख पावा, जपत सुख पावा। कर कृपा तेरे गुण गावा, कर कृपा तेरे गुण गावा, कर कृपा तेरे गुण गावा, कर कृपा तेरे गुण गावा। तू वड दाता अंतर जामी, सब महरविया पूरन प्रभ स्वामी, सब महरविया पूरन प्रभ स्वामी। तू वड दाता अंतर जामी, सब महरविया पूरन प्रभ स्वामी, पूरन प्रभ स्वामी। कर कृपा तेरे गुण गावा, कर कृपा तेरे गुण गावा। नानक नाम जपत सुख पावा, नानक नाम जपत सुख पावा। कर कृपा तेरे गुण गावा, कर कृपा तेरे गुण गावा। वाहिगुरु 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 जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮਨਦੀਪ ਕੌਰ ਜੀ। ਸ਼ਬਦ ਸਰਵਣ ਕਰਵਾਇਆ, ਹੋਂ ਸੁਣ ਸੁਣ ਜੀਵਾ ਨਾਮ ਤੁਮਾਰਾ, ਕਰ ਕਿਰਪਾ ਤੇਰੀ ਗੁਣ ਗਾਵਾਂ। ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹੀ ਉਸ ਦੀ ਸਿਫਤ ਸਲਾਹ ਵਿੱਚ ਜੁੜਦੇ ਆ, ਗੁਣ ਗਾਉਂਦੇ ਆ। ਸੋ ਅੱਜ ਜਿਵੇਂ ਸਾਰਿਆਂ ਨੂੰ ਕੱਲ ਵੀ ਦੱਸਿਆ ਗਿਆ, ਸਾਰੇ ਬੱਚਿਆਂ ਨੂੰ, ਤੇ ਅੱਜ ਸਾਡੇ ਨਾਲ ਜੁੜ ਚੁੱਕੇ ਹਨ ਇੰਗਲੈਂਡ ਤੋਂ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਖਾਲਸਾ, ਇੰਗਲੈਂਡ ਤੋਂ, ਜਿਨ੍ਹਾਂ ਦਾ ਵਿਸ਼ਾ ਹੈ ਹੋਂ ਮੂਰਖ ਕਾਰੈ ਲਾਈਆ, ਨਾਨਕ ਹਰ ਕੰਮੇ। ਸੋ ਦੂਜਿਆਂ ਨੂੰ ਬੇਨਤੀ ਹੈ ਕਿ ਆਪਣੇ ਵਿਚਾਰ ਬੱਚਿਆਂ ਦੇ ਨਾਲ ਰੱਖਣਗੇ ਜੀ। ਵਾਹ ਜੀ ਵਾਹ। ਨਾਨਕ ਨਾਮ ਜਪਤ ਸੁਖ ਪਾਇਆ। ਬੱਚੀ ਮਨਜੀਤ ਕੌਰ, ਮੇਰਾ ਖਿਆਲ ਇੱਕੋ ਹੀ ਪੰਕਤੀ ਬਹੁਤ ਹੈ, ਸੁੱਖ ਚਾਹੀਦੀ ਹੈ, ਤੇ ਫਿਰ ਬੱਚੀ ਨੇ ਦੱਸਿਆ ਹੁਣੇ ਸਾਰਿਆਂ ਨੂੰ। ਤੇ ਇਹਦੀ ਉਮਰ ਦਾ ਮੈਂ ਹੁੰਦਾ ਸੀਗਾ, ਤੇ ਅਸੀਂ ਵੀ ਨਾਮ ਹੀ ਜਪਿਆ ਸੀਗਾ, ਤੇ ਦੁਨੀਆ ਦਾ ਸਾਰਾ ਸੁੱਖ ਪਾਇਆ। ਮੇਰੇ ਪਿਆਰੇ ਬੱਚਿਓ, ਪਹਿਲੇ ਆਓ ਫਤਿਹ ਦੀ ਸਾਂਝ ਕਰੀਏ। ਸਾਰਿਆਂ ਨੂੰ ਮੈਂ ਦੋ ਹੱਥ ਜੋੜ ਕੇ ਬੇਨਤੀ ਕਰਦਾ, ਮੇਰੇ ਬੱਚਿਓ, ਮੂਰਖ ਨੂੰ ਆਉਂਦਾ ਜਾਂਦਾ ਕੁਛ ਨਹੀਂ ਜੇ, ਪਰ ਗੁਰੂ ਸਾਹਿਬ ਦੀ ਫਤਿਹ ਸਾਂਝ ਕਰਕੇ ਤੇ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ 2.5 ਮਹੀਨੇ ਤਕਰੀਬਨ ਹੋ ਗਏ ਮੈਂ ਦੇਖ ਰਿਹਾ ਬੱਚਿਆਂ ਨੂੰ, ਬੱਚਿਆਂ ਨੇ ਇਸ ਕੈਂਪ ਦਾ ਇੰਨਾ ਫਾਇਦਾ ਉਠਾਇਆ ਹੈ
कि मैनू बल्कि थोड़ा जिहा फील हो रहा कि पता नहीं, क्योंकि जिन्ने बच्चे मैं बोलते देखदा सीगा इस कैंप दे विचकार, क्योंकि मैं एक दिन भी कैंप मिस नहीं कीता, और ये ਜਿਹੜੇ ਬੱਚੇ ਇੰਨੇ ਨਾ ਵਧੀਆ ਸਿੱਖ ਗਏ ਆ, ਇੰਨਾ ਗਿਆਨ ਇਹਨਾਂ ਕੋਲ ਆ ਗਿਆ, ਗਿਆਨ ਦੀ ਗੋਲਕ ਇਹਨਾਂ ਦੀ ਪੂਰੀ ਭਰ ਗਈ ਹੈ। ਤੇ ਮੈਂ ਉਸੀ ਖੁਸ਼ੀ ਚ ਗਦ-ਗਦ, ਕਿਉਂਕਿ ਮੇਰੀ ਜ਼ਿੰਦਗੀ ਦੀ ਅਖੀਰਲੀ ਇੱਛਾ ਹੀ ਹੈ ਕਿ ਅੱਜ ਇਹਨਾਂ ਬੱਚਿਆਂ ਨੂੰ ਰਸਤਾ ਪਾਉਣ ਵਾਲਾ ਕੋਈ ਨਹੀਂ ਨਜ਼ਰ ਆਇਆ। ਪਿਛਲੇ 50-52 ਸਾਲਾਂ ਚ ਮੈਂ ਇੰਗਲੈਂਡ ਚ ਰਿਹਾ ਵਾਂ, ਤੇ ਅਸੀਂ ਛੋਟੇ ਹੁੰਦੇ ਦੀ 6 ਭੈਣ ਭਰਾ, ਸਾਡੇ ਮਾਤਾ ਪਿਤਾ ਸਾਨੂੰ ਰਸਤਾ ਪਾਉਂਦੇ ਸੀਗੇ। ਕੁੱਟ ਪੈਂਦੀ ਸੀ ਜਪਜੀ ਸਾਹਿਬ ਦਾ ਪਾਠ ਕੀਤੇ ਬਗੈਰ ਸਕੂਲ ਜਾਈਏ ਤਾਂ ਕੋਈ ਨਹੀਂ, ਇਨਸਾਨ ਭੁੱਲ ਜਾਂਦਾ ਹੈ। ਕਿਸੇ ਦੇ ਮਾਤਾ ਪਿਤਾ ਨੂੰ ਮਾੜਾ ਨਹੀਂ ਮੈਂ ਕਹਿੰਦਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ। ਤੋਂ ਬੱਚਿਓ, ਮੈਂ ਕੋਈ ਸੰਤ ਬਾਬਾ ਨਹੀਂ ਜੇ, ਮੈਂ ਕੋਈ ਪ੍ਰਚਾਰਕ ਨਹੀਂ ਜੇ, ਬਸ ਅੱਜ ਦਾ ਟੌਪਿਕ ਦੇ ਵਿਚਕਾਰ ਇੱਕ ਸਭ ਤੋਂ ਵੱਡੀ ਜ਼ਰੂਰੀ ਗੱਲ ਹੈ ਕਿ ਦੇਖੋ ਬੱਚਿਓ, ਮੇਰੇ ਮਨ 'ਚ ਇੱਕ ਬਹੁਤ ਜ਼ਿਆਦਾ ਤਾਂਘ ਹੈ ਕਿ ਮੇਰੇ ਬੱਚੇ, ਕਿਉਂਕਿ ਆਪਾਂ ਸਾਰੇ ਇੱਕ ਪਰਿਵਾਰ ਹਾਂ, ਜਿੰਨੇ ਬੱਚੇ ਕੈਂਪ ਜਾਂਦੇ ਆ, ਮੇਰੇ ਦੋਤੇ ਪੋਤੇ ਦੋਤੀਆਂ ਪੋਤੀਆਂ, ਮੈਂ ਨਾ ਦਾਦੂ ਨਾਨੂ, ਠੀਕ ਹੈ, ਇਹਨਾਂ ਦੇ ਮਾਤਾ ਅਗਰ ਭੁੱਲ ਗਿਆ ਤੇ ਮੈਂ ਪੰਜਾਬ ਜਾ ਕੇ ਬੱਚਿਆਂ ਨੂੰ ਦੱਸਣਾ ਸ਼ੁਰੂ ਕਰਤਾ, ਔਰ ਮੈਂ ਵੀ ਗੁਰੂ ਦਾ ਹੁਕਮ ਮੰਨ ਕੇ। ਹੁਣ ਦੇਖੋ, ਨੋਟ ਕਰ ਲੈਣਾ ਬੱਚਿਓ, ਬੜੇ ਕੰਮ ਦੀ ਗੱਲ ਜੇ, ਸਾਰੀ ਜ਼ਿੰਦਗੀ ਕੰਮ ਆਏਗੀ, ਕਿਉਂਕਿ ਜਦੋਂ ਤੁਹਾਡੀ ਕੋਈ ਇੱਛਾ ਪੂਰੀ ਨਹੀਂ ਹੋਏਗੀ ਨਾ, ਉਹ ਫਿਰ ਆਪਣੇ ਅੰਦਰ ਝਾਤੀ ਮਾਰਨਾ, ਆਪਣੀ ਹੀ ਪਿਛਲੇ 24 ਘੰਟਿਆਂ ਦੀ ਜਾਂ ਪਿਛਲੇ 7 ਦਿਨਾਂ ਦੀ ਟੇਪ ਰਿਮਾਈਂਡ ਕਰ ਲੈਣਾ ਕਿ ਮੈਂ ਪਿਛਲੇ 24 ਘੰਟਿਆਂ 7 ਦਿਨਾਂ 'ਚ ਕਿੰਨਾ ਕੁ ਪਰਮਾਤਮਾ ਦਾ ਕਹਿਣਾ ਮੰਨਿਆ। ਅਸੀਂ ਪਰਮਾਤਮਾ ਦਾ ਕਹਿਣਾ ਮੰਨਦੇ ਨਹੀਂ ਆ, ਅਸੀਂ ਪਰਮਾਤਮਾ ਨੂੰ ਮੰਨਦੇ ਹਾਂ। ਹੁਣ ਦੇਖੋ ਜੀ, ਪਰਮਾਤਮਾ ਨੂੰ ਕੀ ਮੰਨਣਾ ਹੋਇਆ ਜੇ ਪਰਮਾਤਮਾ ਦਾ ਕਹਿਣੇ ਨਾ ਮੰਨਿਆ। ਸੋ ਇਹ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ 4 ਪੁੱਤਰ ਵਾਰ ਕੇ, ਸਰਬੰਸ ਵਾਰ ਕੇ ਸਾਨੂੰ ਹੁਕਮ ਦੇ ਕੇ ਗਏ ਸੀਗੇ ਕਿ ਬਈ ਆਉਣ ਵਾਲੀ ਜਿਹੜੀ ਜਿੰਨੇ ਵੀ ਬੰਦਿਆਂ ਨੂੰ ਸਾਨੂੰ ਹੁਕਮ ਮਿਲਿਆ ਸੀਗਾ, ਮਤਲਬ ਕਿ ਮੰਨ ਲਿਆ ਇਹਨਾਂ 'ਚ ਮੈਂ ਵੀ ਆ ਜਾਣਾ ਵਾਂ, ਜਿੰਨੇ ਵੀ ਅਸੀਂ ਹੈਗੇ ਆ ਸੰਸਾਰ 'ਚ, ਕੋਈ ਵੀ ਵਿਅਕਤੀ ਆ, ਕਿਉਂਕਿ ਹੁਕਮ ਸਾਰਿਆਂ ਨੂੰ ਸਾਂਝਾ ਸੀਗਾ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਹ ਖਾਲੀ ਸਿੱਖਾਂ ਵਾਸਤੇ ਨਹੀਂ ਸੀਗਾ, ਇਹ ਸਿੱਖਣ ਵਾਲੇ ਵਾਸਤੇ ਸੀਗਾ। ਤੇ ਜਿਹੜਾ ਵੀ ਦੁਨੀਆ 'ਚ ਆਉਂਦਾ ਹੈ, ਜਨਮ ਲੈਂਦਾ ਹੈ, ਉਹ ਸਿੱਖਣ ਹੀ ਆਉਂਦਾ ਹੈ, ਪਰ ਸਿੱਖਦਾ ਹੀ ਰਹਿੰਦਾ ਅਖੀਰਲੇ ਸਵਾਸ ਤੱਕ, ਔਰ ਮੈਂ ਵੀ ਅਜੇ ਸਿੱਖਦਾ ਪਿਆ ਵਾਂ। ਸੋ ਇਹਨਾਂ ਬੱਚਿਆਂ ਕੋਲ ਬਹੁਤ ਗਿਆਨ ਆ ਚੁੱਕਾ ਹੈ। ਸ਼ਾਇਦ ਹੋ ਸਕਦਾ ਮੇਰੇ ਕੋਲ ਅਜੇ ਇੰਨਾ ਨਹੀਂ ਗਿਆਨ ਹੈਗਾ, ਪਰ ਮੇਰੇ ਕੋਲ ਬੱਚਿਓ ਆਪਣੀ ਜ਼ਿੰਦਗੀ ਦਾ ਤਜਰਬਾ ਹੈਗਾ ਕਿ ਗੁਰੂ ਦਾ ਹੁਕਮ ਮੰਨਿਆ ਤੇ ਥੋੜਾ ਮੰਗਿਆ, ਪਰਮਾਤਮਾ ਨੇ ਮੈਨੂੰ ਬਹੁਤਾ ਦਿੱਤਾ। ਤੇ ਮੈਂ ਇਹੀ ਚਾਹੁੰਦਾ ਕਿ ਇਹਨਾਂ ਬੱਚਿਆਂ ਦੇ ਮਾਤਾ ਪਿਤਾ ਭੁੱਲ ਗਏ ਆ, ਤੇ ਕੋਈ ਗੱਲ ਨਹੀਂ, ਇਨਸਾਨ ਭੁੱਲ ਜਾਂਦਾ, ਤੇ ਮੈਂ ਬੱਚਿਆਂ ਦਾ ਦਾਦਾ ਇਹਨਾਂ ਨੇ ਬਣ ਕੇ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ, ਕਿਉਂਕਿ ਸਾਨੂੰ ਜਪਜੀ ਸਾਹਿਬ ਦਾ ਪਾਠ ਕੀਤੇ ਬਗੈਰ ਸਕੂਲ ਨਹੀਂ ਸੀ ਜਾਣ ਦਿੰਦੇ। ਸਾਡੇ ਡੈਡੀ ਸਾਨੂੰ ਕੁੱਟਦੇ ਸੀਗੇ। ਅਸੀਂ 6 ਭੈਣ ਭਰਾ, 6 ਅੱਜ ਹੈਗੀਆਂ ਬੱਚਿਓ। ਸੋ ਟਾਪਿਕ ਵੀ ਹਾਂ ਮੂਰਖ ਕਰ ਲਾਇਆ, ਬਿਲਕੁਲ ਹੈ ਹੀ ਮੂਰਖ ਆ, ਮੈਨੂੰ ਅਜੇ ਵੀ ਕੁਝ ਨਹੀਂ ਆਉਂਦਾ ਅਜੇ, ਪਰ ਗੱਲ ਹੈ ਕਿ ਮੈਂ ਜੋ ਕੁਝ ਪ੍ਰਾਪਤ ਕੀਤਾ ਹੈ ਇਸ ਮੂਰਖ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ, ਉਹ ਮੈਂ ਬੱਚਿਆਂ ਵਿੱਚ ਸ਼ੇਅਰ ਕਰਦਾ ਹੁੰਦਾ ਵਾਂ। ਸੋ ਉਹ ਬੱਚਿਓ ਮੈਂ ਅੱਜ ਥੋੜਾ ਤੁਹਾਨੂੰ ਦੱਸੀ ਜਾਵਾਂਗਾ, ਕਿਉਂਕਿ ਅੱਜ ਮੈਂ 73 ਸਾਲ ਦਾ ਹੋ ਗਿਆ ਵਾਂ, 6 ਭੈਣ ਭਰਾ ਵਾਂ, 6 ਅਸੀਂ ਅੱਜ ਹੈਗੇ ਆ, ਔਰ ਬਿਲਕੁਲ ਮੇਰੀ ਕਹਾਣੀ ਹੈ ਬੈਗਰ ਟੂ ਅ ਕਿੰਗ, ਭਿਖਾਰੀ ਤੋਂ ਰਾਜਾ। ਕਿਉਂਕਿ ਬੱਚਿਆਂ ਨੂੰ ਸਿਰਫ ਵਿਸ਼ਵਾਸ ਦਿਵਾਵਾਂਗਾ ਜ਼ਰੂਰ ਕਿ ਬਈ ਬੱਚਿਓ, ਅੱਖਰ ਅੱਖਰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਸੱਚ ਜੇ, ਹੈ ਨਾ। ਅਸੀਂ ਤੁਹਾਨੂੰ ਕਿਉਂ ਕਹਿੰਦੇ ਆ ਕਿ ਪਾਠ ਵੀ ਕਰੋ, ਜਿੱਥੇ ਪੜ੍ਹਾਈਆਂ ਕਰਨੀਆਂ ਵਾਧੂ ਪੜ੍ਹਾਈਆਂ ਕਰੋ, 90% ਪੜ੍ਹਾਈਆਂ ਵੱਲ ਟਾਈਮ ਦਿਓ। ਇਹ ਉਮਰ ਤੁਹਾਡੀ ਹੈਗੀ ਹੈ ਬੇਟੇ, ਆਪਣੀ ਜ਼ਿੰਦਗੀ ਵਿੱਚ ਜੀਵਨ, ਮਤਲਬ ਕਿ ਆਪਣੇ ਆਪ ਨੂੰ ਕੁਝ ਬਣਾਉਣ ਦੀ, ਹੈ ਨਾ। ਫਿਰ ਸਾਰੀ ਜ਼ਿੰਦਗੀ ਮੌਜਾਂ ਕਰਦੇ ਰਹਿਣਾ, 90% ਪੜ੍ਹਾਈਆਂ ਜ਼ੋਰ ਲਾ ਦਿਓ, ਤੇ 10% ਮੈਂ ਸ਼ੁਰੂ ਤੋਂ ਕਹਿਣਾ ਬੱਚੇ ਪਾਠ ਕਰਨਾ ਸ਼ੁਰੂ ਕਰ ਦੇਣ। ਕਿ 10% 24 ਘੰਟੇ ਪਰਮਾਤਮਾ ਰੋਜ਼ ਦਿੱਤੇ ਆ ਸਾਨੂੰ, ਤੇ ਫਿਰ ਅਸੀਂ ਨਹੀਂ ਕਰ ਰਹੇ, ਜਿਸ ਕਾਰਨ ਅੱਜ ਮੈਂ ਦੇਖਿਆ ਕਿ ਅੱਜ ਗਰੀਬ ਵੀ ਦੁਖੀ ਤੇ ਅਮੀਰ ਵੀ ਦੁਖੀ। ਪਰ ਬਾਬਾ ਜੀ ਦੀ ਬੜੀ ਕਿਰਪਾ ਜੇ ਬੱਚਿਓ, ਅੱਖਰ ਅੱਖਰ ਗੁਰੂ ਗ੍ਰੰਥ ਸਾਹਿਬ ਦਾ ਸੱਚ ਹੈ। ਮੈਂ ਕੁਛ ਅੱਖਰ ਜਾਂ ਸ਼ਬਦ ਬਾਣੀ ਦਾ ਤੁਹਾਨੂੰ ਦੱਸਾਂਗਾ ਵੀ ਬੱਚਿਓ, ਕਿਉਂਕਿ ਹੁਣ ਜਿਹੜਾ ਬੱਚੀ ਨੇ ਸ਼ਬਦ ਪੜ੍ਹਿਆ, ਉਹ 'ਚ ਇੱਕ ਪੰਕਤੀ ਬੜੀ ਹੈ ਕਿ ਇਹ ਬੱਚੀ ਨੇ ਬੋਲੀ ਸੀ, ਨਾਨਕ ਨਾਮ ਜਪਤ ਸੁਖ ਪਾਇਆ। ਹੁਣ ਮੈਂ ਵੀ ਸੁਖ ਪਾਇਆ, ਸੁਖ ਸਾਰਿਆਂ ਨੂੰ ਚਾਹੀਦਾ, ਨਾਮ ਜਪਣਾ ਸੁਖ ਮਿਲਦਾ ਹੈ। ਸੋ ਬੱਚਿਓ, ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਸੀਗਾ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅੱਜ ਤੋਂ ਬਾਅਦ ਵਿਅਕਤੀ ਗੁਰੂ ਨਹੀਂ ਹੋਏਗਾ, ਹੱਥ ਪੈਰ ਨੱਕ ਕੰਨ ਮੂੰਹ ਵਾਲਾ ਪਰਮਾਤਮਾ ਨਹੀਂ ਹੋਏਗਾ। ਪਰਮਾਤਮਾ ਇੱਕ ਸ਼ਕਤੀ ਹੈ, ਸ਼ਬਦ ਗੁਰੂ ਹੈ ਸਾਡਾ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਲੈਣਾ, ਇਹਦੇ ਵਿੱਚੋਂ ਜੀਵਨ ਦੀ ਜਾਂਚ ਲੈ ਲੈਣਾ। ਹੁਣ ਬੱਚਿਆਂ ਨੂੰ ਪਤਾ ਹੀ ਨਹੀਂ ਤੁਹਾਡਾ ਜੀਵਨ ਕਿੰਨਾ ਕੁ ਹੈ। ਮੈਂ ਦੂਜੀ ਕਲਾਸ ਪੜ੍ਹਦਾ ਸੀ, ਮੈਨੂੰ ਪਤਾ, ਮੈਂ 12ਵੀਂ ਕਰਕੇ ਇੱਥੇ ਆਇਆ ਸੀ ਤੇ ਮੈਂ 7 ਸਾਲ ਦਾ ਸੀ, ਚੌਥੀ 'ਚ ਮੈਂ 9 ਸਾਲ ਦਾ, 12ਵੀਂ ਕਰਕੇ ਮੈਂ 18-19 ਸਾਲ ਦਾ, ਅੱਜ ਮੈਂ 73 ਸਾਲ ਦਾ।
तो बच्चों ਤੁਹਾਡਾ ਜੀਵਨ ਤਾਂ 100 ਸਾਲ ਹੈ, ਤੁਸੀਂ 100 ਸਾਲ ਤੱਕ ਜਾਣਾ ਹੈ। ਤੇ ਜੀਵਨ ਦੀ ਜਾਂਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਚੋਂ ਲੈ ਲੈਣਾ। ਤੇ ਆਪਾਂ ਜਿਹੜੀ ਸਕੂਲ ਦੀ ਕਾਲਜ ਦੀ ਪੜ੍ਹਾਈ ਕਰਦੇ ਆ, ਇਹ ਪੜ੍ਹਾਈ ਕਰਕੇ ਜਦੋਂ ਸਹੀ ਵਿਚਾਰ ਕੇ ਪੜ੍ਹਦੇ ਆ ਤੇ ਫਿਰ ਸਹੀ ਜਵਾਬ ਦਿੰਦੇ ਹਾਂ ਤੇ ਪਾਸ ਹੋ ਜਾਂਦੇ ਆ। 15-20 ਸਾਲਾਂ ਦੇ ਅੰਦਰ ਆਪਾਂ ਕੋਈ ਡਾਕਟਰ, ਇੰਜੀਨੀਅਰ ਤੇ ਅਫਸਰ ਬਣ ਜਾਂਦਾ। ਤੇ ਜੇ ਗਲਤ ਜਵਾਬ ਦਿਆਂਗੇ ਤੇ ਨਹੀਂ ਬਣਾਂਗੇ। ਇਸੇ ਤਰ੍ਹਾਂ ਹੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਵਿਚਾਰ ਕੇ ਪੜ੍ਹੀਏ, ਵਿਚਾਰ ਕੇ, ਕਿਉਂਕਿ ਦੇਖੋ ਆਪਾਂ ਸੇਵਾ ਵੀ ਕਰਨੀ ਹੈ। ਹੁਣ ਬੜੀਆਂ ਸੇਵਾ ਕਰਦੇ, ਬੱਚੇ ਵੀ ਕਰਦੇ, ਬੱਚੇ ਦੇ ਮਾਤਾ ਪਿਤਾ ਵੀ ਕਰਦੇ, ਪਰ ਗੁਰ ਕੀ ਸੇਵਾ ਸ਼ਬਦ ਵਿਚਾਰ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ। ਇਹ ਆਪਾਂ ਸ਼ਬਦ ਦੀ ਵਿਚਾਰ ਵੀ ਕਰਨੀ ਹੈ। ਇਹ ਫਿਰ ਜੇ ਗੁਰੂ ਨੂੰ ਮੰਨਦੇ ਆ ਤੇ ਬੱਚਿਓ ਫਿਰ ਤੁਸੀਂ ਹੁਣ ਮੇਰੀ ਗੱਲ ਨਾਲ ਸਹਿਮਤ ਹੋਵੋਗੇ, ਗੁਰੂ ਦੀ ਗੱਲ ਹੀ ਨਾ ਮੰਨੀ, ਸ਼ਬਦ ਦਾ ਵਿਚਾਰ ਕੀਤਾ ਹੀ ਕੋਈ ਨਹੀਂ। ਕਿੰਨਾ ਚਿਰ ਹੋ ਗਿਆ ਸਾਨੂੰ ਬਾਣੀ ਸੁਣਦਿਆਂ ਪੜ੍ਹਦਿਆਂ, ਸਭ ਵੀ ਉੱਤੋਂ ਲੰਘੀ ਜਾ ਰਿਹਾ। ਨਹੀਂ, ਜਦੋਂ ਵਿਚਾਰਾਂਗੇ ਤੇ ਬਾਬਾ ਜੀ ਕਹਿੰਦੇ ਆ ਜੋ ਕੁਝ ਕਹਿੰਦੇ ਆ ਸੱਚ ਹੈ ਬਿਲਕੁਲ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਇਹ ਬਿਲਕੁਲ ਸੱਚ ਜੇ ਬੱਚਿਓ। ਮੈਂ ਤੁਹਾਡੇ ਲਈ ਇੱਕ ਰੋਲ ਮਾਡਲ ਹਾਂ, ਬਿਲਕੁਲ ਸੱਚ ਹੈ। ਹੁਣ ਮੈਂ ਬੱਚਿਆਂ ਨੂੰ ਬਹੁਤਿਆਂ ਨੂੰ ਆਪਣੀ ਜੀਵਨ ਕਹਾਣੀ ਸੁਣਾਈ ਹੋਈ ਹੈ। ਮੇਰੀ ਕਹਾਣੀ ਬੈਗਰ ਟੂ ਏ ਕਿੰਗ, ਭਿਖਾਰੀ ਤੇ ਰਾਜ। ਇਹ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਇਹ ਮੈਂ ਦੱਸ ਚੁੱਕਾ ਬੱਚਿਆਂ ਨੂੰ। ਕਿ 2ਜੀ ਕਲਾਸ ਮੈਂ ਪੜ੍ਹਦਾ ਸੀ ਤੇ ਲੋਲੀਪੌਪ ਖਾਣ ਜੋਗੇ ਪੈਸੇ ਨਹੀਂ ਸੀ ਹੁੰਦੇ। ਮੇਰਾ ਦੋਸਤ ਲੋਲੀਪੌਪ ਚੂਸਦਾ ਹੁੰਦਾ ਸੀ ਤੇ ਮੈਂ ਉਹਦਾ ਮੂੰਹ ਦੇਖਦਾ ਰਹਿੰਦਾ ਸੀ। ਬੱਚਿਓ ਮੈਂ ਕੋਈ ਭਾਰੀ ਕਹਾਣੀਆਂ ਬਣਾ ਕੇ ਨਹੀਂ ਸੁਣਾਉਂਦਾ, ਮੈਂ ਸੱਚ ਬੋਲਦਾ ਜੇ। ਤੇ ਹੁਣ ਉਹ ਅੱਜ ਜੋ ਕੁਝ ਰਾਜਾ ਮਹਾਰਾਜਾ ਕੋਲ ਹੁੰਦਾ ਮੇਰੇ ਕੋਲ ਹੈ, ਔਰ ਇਹੀ ਸਿੱਖਿਆ ਮੈਂ ਆਪਣੇ ਬੱਚਿਆਂ ਨੂੰ ਦਿੱਤੀ। ਅੱਜ ਮੇਰੇ ਬੱਚੇ ਇੱਥੇ ਰਾਜ ਕਰ ਰਹੇ ਆ, ਬਿਲਕੁਲ ਭਿਖਾਰੀ ਤੋਂ ਰਾਜਾ। ਔਰ ਫਿਰ ਦੇਖੋ ਸ਼ਬਦ ਬਿਲਕੁਲ ਸੱਚ ਹੈ। ਹੁਣ ਮੈਂ ਪਾਠ ਕੀਤਾ, ਬਾਣੀ ਪੜ੍ਹੀ, ਵਿਚਾਰ ਕੇ ਪੜ੍ਹੀ, ਭਾਵੇਂ 15 ਕੁ ਮਿੰਟ ਰੋਜ਼ ਤੋਂ ਸ਼ੁਰੂ ਕੀਤਾ ਸੀਗਾ। ਫਿਰ ਹੌਲੀ ਹੌਲੀ ਮੈਂ ਜਦੋਂ 12ਵੀਂ ਕਰ ਗਿਆ ਸੀ, ਮੈਂ ਸਹਿਜ ਪਾਠ ਕਰ ਲੈਂਦਾ ਸੀਗਾ। ਵਿਚਾਰ ਕੇ ਪੜ੍ਹਿਆ, ਅੱਖਰ ਅੱਖਰ ਸੱਚ ਹੀ ਨਿਕਲੀ ਜਾ ਰਿਹਾ ਸੀ। ਹੁਣ ਦੇਖੋ ਨਾ, ਮੈਂ ਘਰ ਮੰਗਿਆ, ਘਰ ਮਿਲ ਗਿਆ, ਕਾਰ ਮੰਗੀ, ਕਾਰ ਮਿਲ ਗਈ। ਆਪਾਂ ਮੰਗਦੇ ਆ ਨਾ, ਬੜਾ ਕੁਝ ਮੰਗਦੇ ਆ, ਦੁਨਿਆਵੀ ਚੀਜ਼ਾਂ ਬਹੁਤ ਮੰਗਦੇ ਆ। ਤੇ ਫਿਰ ਜਦੋਂ ਮੈਂ ਬਾਬਾ ਜੀ ਮੈਨੂੰ ਕਾਰੋਬਾਰ ਦੇ ਦਿਓ, ਮੇਰਾ ਦਿਲ ਕਰਦਾ ਸੀ ਮੈਂ ਬਿਜ਼ਨਸਮੈਨ ਬਣਾ, ਤੇ ਬਾਬਾ ਜੀ ਨੇ ਕਾਰੋਬਾਰ ਵੀ ਦੇ ਦਿੱਤਾ ਹੈ ਜੀ ਬੇਟੇ। ਔਰ ਫਿਰ ਉਸ ਤੋਂ ਬਾਅਦ ਜਦੋਂ ਮੈਂ ਸ਼ਾਦੀ ਹੋ ਗਈ, ਬੇਟਾ ਮੰਗਿਆ, ਬੇਟਾ ਮਿਲ ਗਿਆ, ਬੇਟੀ ਮੰਗੀ, ਬੇਟੀ ਮਿਲ ਗਈ। ਅੱਖਰ ਅੱਖਰ ਸੱਚ ਹੈ। ਇਹ ਗੁਰੂ ਸਾਹਿਬ ਦਿੰਦੇ ਕਿਹਨੂੰ ਦਿੰਦੇ? ਜਿਹੜਾ ਗੁਰੂ ਦਾ ਕਹਿਣਾ ਮੰਨੇ। ਬਸ ਇਹ ਗੱਲ ਬੰਨ ਲੈਣਾ ਅੱਜ ਪੱਲੇ ਬੇਟੇ, ਸਾਈਂ ਦੀ ਕੰਮ ਆਏਗੀ। ਅਸੀਂ ਗੁਰੂ ਦਾ ਕਹਿਣਾ ਨਹੀਂ ਮੰਨ ਰਹੇ ਹਾਂ, ਅਸੀਂ ਝੂਠ ਵੀ ਬੋਲ ਜਾਂਦੇ ਹਾਂ, ਨਿੰਦਾ ਚੁਗਲੀ ਕਰ ਜਾਂਦੇ, ਰਿਸ਼ਵਤ ਦੇ ਜਾਂਦੇ, ਰਿਸ਼ਵਤ ਲੈਣਾ, ਰਿਸ਼ਵਤ ਵੀ ਲੈ ਰਿਹਾ। ਪਰ ਉੱਥੇ ਤੇ ਲਿਖਿਆ ਹੋਇਆ ਗੱਲਾਂ ਸਾਰੀਆਂ, ਇਹ ਕੰਮ ਕਰਨਾ, ਇਹ ਕੰਮ ਨਹੀਂ ਕਰਨਾ। ਇੰਨੀ ਜੀ ਗੱਲ ਹੈ ਬੇਟੇ, ਬੜੀ ਸਿੰਪਲ ਜੀ ਗੱਲ ਹੈ। ਕੁਝ ਗੱਲਾਂ ਲਿਖੀਆਂ ਗੁਰੂ ਗ੍ਰੰਥ ਸਾਹਿਬ ਨਾ ਕਰਨਾ ਬੱਚਿਓ, ਤੇ ਕੁਝ ਗੱਲਾਂ ਲਿਖੀਆਂ ਕਰ ਲਿਆ ਕਰਨਾ। ਤੇ ਫਿਰ ਜਦੋਂ ਤੁਸੀਂ ਮੇਰਾ ਕਹਿਣਾ ਮੰਨੋਗੇ, ਹੁਣ ਗੱਲ ਇੱਥੇ ਆ ਜਾਂਦੀ ਹੈ, ਗੁਰੂ ਕਿੱਥੇ ਹੈ? ਗੁਰੂ ਸਾਡੇ ਨਾਲ ਹੀ ਹੈ। ਹਰ ਵੇਲੇ ਤੁਸੀਂ 2.5 ਮਹੀਨੇ ਕੈਂਪ 'ਚ ਮੈਂ ਦੇਖਦਾ ਰਿਹਾ, ਸਾਰੇ ਬੱਚਿਆਂ ਨੂੰ ਪਤਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਫਿਰ ਗੁਰੂ ਸਾਡੇ ਨਾਲ ਹੀ ਹਰ ਵੇਲੇ ਸਭ ਨੂੰ ਵੇਖਦਾ ਪਿਆ। ਹੁਣ ਮੈਂ ਤਾਂ ਨਹੀਂ ਕਹਿੰਦਾ ਕਿ ਬਈ ਤੁਸੀਂ ਮੰਮੀ ਪਾਪਾ ਕੋਲ ਡਰਦੇ ਹੋ, ਮੇਰੇ ਕੋਲ ਡਰਦੇ ਹੋ। ਮੇਰੇ ਕੋਲ ਨਹੀਂ ਡਰਨ ਦੀ ਲੋੜ, ਮੰਮੀ ਪਾਪਾ ਕੋਲ ਡਰਨ ਦੀ ਲੋੜ ਨਹੀਂ ਹੈ। ਆਪਾਂ ਪਰਮਾਤਮਾ ਕੋਲ ਡਰਨਾ ਬੇਟੇ। ਅਸੀਂ ਪਰਮਾਤਮਾ ਦਾ ਕਹਿਣਾ ਮੰਨਣਾ। ਜੇ ਤੁਸੀਂ ਛੋਟੇ ਛੋਟੇ ਹੋ, ਤੁਹਾਡਾ ਸੀ ਜੀਵਨ 100 ਸਾਲ ਤੱਕ ਜਾਣਾ ਹੈ ਤੁਸੀਂ, ਤੇ ਅਜੇ ਕੁਝ ਨਹੀਂ ਵਿਗੜਿਆ। ਜੇ ਅੱਜ ਤੱਕ 15 ਮਿੰਟ ਵਾਲਾ ਪਾਠ ਨਹੀਂ ਸੀ ਕੀਤਾ, ਮੈਂ ਬੱਚਿਆਂ ਨੂੰ ਕਹਿਣਾ ਨਾ, ਅੱਜ ਹੀ ਸ਼ੁਰੂ ਕਰੋ, ਵਿਚਾਰ ਕੇ ਕਰੋ ਔਰ ਵਿਸ਼ਵਾਸ ਕਰੋ, ਫਿਰ ਗੁਰੂ ਦਾ ਕਹਿਣਾ ਮੰਨੋਗੇ ਨਾ। ਬਸ ਸਮਾਂ ਜ਼ਰੂਰ ਲੱਗਦਾ, ਮੈਨੂੰ 45 ਸਾਲ ਲੱਗੇ, ਮੈਂ ਭਿਖਾਰੀ ਤੋਂ ਰਾਜਾ ਬਣ ਗਿਆ। ਬੱਚਿਆਂ ਨੂੰ ਦੱਸਿਆ ਮੈਂ ਕਿ ਬੇਟੇ ਮੇਰੇ ਕੋਲ ਆਪਣਾ ਹਵਾਈ ਜਹਾਜ਼ ਰਾਜਾ ਮਹਾਰਾਜਾ ਕੋਲ ਹੁੰਦੇ ਆ। ਹੁਣ ਮੇਰੀ ਅਮੀਰੀ ਵੱਲ ਧਿਆਨ ਨਾ ਦੇਣਾ, ਮੈਂ ਅਮੀਰੀ ਦੱਸਣੀ ਹੁੰਦੀ ਤੇ ਮੈਂ ਫਿਰ ਇਹਦਾ ਨਾ ਕਿ ਇਹ ਪਿੰਡਾਂ 'ਚ ਫਿਰਦਾ ਉੱਥੇ ਨਹੀਂ। ਜਿੰਨੇ ਸਵਾਸ ਮੇਰੇ ਬਾਕੀ ਹੈ, ਮੈਂ ਇਹ ਸੇਵਾ ਕਰਨਾ ਚਾਹਨਾ। ਮੇਰੇ ਕੋਲ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ, ਔਰ ਮੇਰੇ ਬੱਚੇ ਵੀ ਚਲਾ ਰਹੇ ਆ, ਔਰ ਮਹਿਲ ਵਰਗਾ ਘਰ। 2-2 ਘੰਟੇ ਮੇਰੇ ਇਹ ਘਰ ਦੇ ਬਾਹਰ ਅੰਗਰੇਜ਼ ਆ ਖੜੇ ਹੋ ਜਾਂਦੇ ਆ। ਉਹਨਾਂ ਨੇ, ਅੰਗਰੇਜ਼ਾਂ ਨੇ ਇਹੋ ਜਿਹਾ ਘਰ ਨਹੀਂ ਵੇਖਿਆ। ਸੋ ਬੱਚਿਓ, ਇਹ ਸਾਰੀ ਬਾਣੀ ਦੀ ਸ਼ਕਤੀ ਮੈਂ ਦੱਸ ਰਿਹਾ ਜੇ। ਤੇ ਇਹ ਮੈਨੂੰ ਪਰਮਾਤਮਾ ਨੇ ਭਿਖਾਰੀ ਤੋਂ ਰਾਜਾ ਬਣਾ ਦਿੱਤਾ। ਪਰ ਮੈਂ ਪਾਠ ਬਾਣੀ ਅਜੇ ਵੀ ਪੜ੍ਹਦਾ ਵਾਂ ਨਾ, ਇਸ ਤੋਂ ਵੱਡਾ ਸੁੱਖ ਮਿਲ ਗਿਆ। ਹੁਣ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਕਿਵੇਂ, ਇਹ ਵੀ ਹੈਰਾਨਗੀ ਦੀ ਗੱਲ ਹੈ। ਉਹ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨ ਲਈਏ। ਕਿਉਂਕਿ ਗੁਰੂ ਜੀ ਦਾ ਹੁਕਮ ਹੈ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਹੁਣ ਮੈਂ ਨਾਮ ਵੀ ਜਪਿਆ, ਕਿਰਤ ਵੀ ਕੀਤੀ 45 ਸਾਲ, ਔਰ ਭਿਖਾਰੀ ਤੋਂ ਰਾਜਾ ਵੀ ਬਣ ਗਿਆ। ਤੇ ਹੁਣ ਮੈਂ ਜਦੋਂ 12 ਸਾਲ ਪਹਿਲੇ ਮੈਂ ਬੇਟੇ 2 ਲੱਖ ਰੁਪਈਆ ਰੋਜ਼ ਦਾ ਕਮਾ ਸਕਦਾ ਸੀ, ਕਿਉਂਕਿ ਬਾਬਾ ਜੀ ਨੇ ਮੈਨੂੰ ਕਾਰੋਬਾਰ ਦਿੱਤਾ। ਕਿੱਡਾ ਵੱਡਾ ਮੇਰਾ ਕਾਰੋਬਾਰ ਹੈ। ਕਿਉਂਕਿ ਜਦੋਂ ਮੈਂ ਇੰਗਲੈਂਡ ਆਇਆ ਸੀਗਾ, ਮੈਨੂੰ ਅੰਗਰੇਜ਼ ਨੌਕਰੀ ਨਹੀਂ ਦਿੰਦੇ ਸੀ। ਅਸੀਂ ਛੋਟੇ ਛੋਟੇ ਹੁੰਦੇ ਸੀਗੇ, ਮੈਨੂੰ ਯਾਦ ਹੈ ਸਾਡੀ ਦਾਦੀ ਨਾਨੀ ਸਾਡੇ ਬਿਸਤੇ ਤੇ ਆ ਜਾਂਦੇ, ਆ ਕੇ ਸਾਨੂੰ ਸਾਖੀਆਂ ਸੁਣਾਉਂਦੇ ਸੀ। ਦਾਦੀਆਂ ਨਾਨੀਆਂ ਸਾਡੀਆਂ, ਭਾਈ ਤਾਰੂ ਸਿੰਘ ਨੇ ਖੋਪੜੇ ਲਵਾ ਲਏ ਪਰ ਕੇਸ ਨਹੀਂ ਸੀ ਕਟਵਾਏ। ਪਰ ਅੱਜ ਤਾਂ ਮੈਂ ਦੇਖ ਲਿਆ ਪੰਜਾਬ ਵਿਚਕਾਰ, ਇਹ ਤਾਂ ਨੌਜਵਾਨ ਬੱਚੇ ਕਹਿੰਦੇ ਦਾੜੀ ਕਿਸੇ ਨੂੰ ਅੰਬ ਲੱਗਣੀ ਹੈ। ਭਾਈ ਮੈਂ ਤਾਂ ਕਦੀ ਦਾੜੀ ਕਿਸੇ ਨਹੀਂ ਕਟਵਾਇਆ, ਕਿਉਂਕਿ ਮੈਨੂੰ ਪਤਾ ਗੁਰੂ ਮੇਰੇ ਨਾਲ ਹੈ।
ਤੇ ਮੈਂ ਆਪਣਾ ਕੰਮ ਕਰਾਣਾ। 3 ਮਹੀਨੇ ਮੈਂ ਦਰਦਾਂ ਦੀਆਂ ਠੋਕਰਾਂ ਖਾਈਆਂ ਇੰਗਲੈਂਡ ਚ ਆ ਕੇ। ਇਹ ਅੰਗਰੇਜ਼ ਮੈਨੂੰ ਨੌਕਰੀ ਨਾ ਦੇਸੀ, ਦਾੜੀ ਕੱਟ ਕੇ ਆ ਪਗੜੀ ਲਾ ਕੇ ਆ, ਪਰ ਮੈਨੂੰ ਵਿਸ਼ਵਾਸ ਬਣ ਚੁੱਕਾ ਸੀ। ਇਹ ਵਿਸ਼ਵਾਸ ਅੱਜ ਬੱਚਿਆਂ ਦਾ ਬਣਾ ਦੇਣਾ ਮੈਂ ਕਿ ਅਸੀਂ ਗੁਰੂ ਦਾ ਹੁਕਮ ਮੰਨਣਾ, ਗੁਰੂ ਦਾ ਕਹਿਣਾ ਮੰਨਣਾ, ਗੁਰੂ ਸਾਡੇ ਨਾਲ ਹੈ। 3 ਮਹੀਨੇ ਵਿੱਚੋਂ ਮੈਨੂੰ ਨੌਕਰੀ ਨਹੀਂ ਮਿਲੀ ਇੰਗਲੈਂਡ ਚ ਆ ਕੇ, ਤੇ ਮੈਨੂੰ ਇੱਥੇ ਆਪਣੇ ਜਿਹੜੇ ਨਾਲ ਦੇ ਹੋਰ ਦੋਸਤ ਮਿੱਤਰ ਹੁੰਦੇ ਸੀ, ਕਹਿੰਦੇ ਯਾਰ ਤੂੰ ਦਾੜੀ ਕਟਾ ਲੈ, ਕੇਸ ਕਟਾ ਲੈ, ਤਾਂ ਨੌਕਰੀ ਸਵੇਰੇ ਮਿਲ ਜਾਏਗੀ। ਮੈਂ ਕਹਿੰਦਾ ਨਹੀਂ, ਮੈਂ ਨਹੀਂ ਕਟਾਵਾਂਗਾ, ਮੈਂ ਹਿੰਦੁਸਤਾਨ ਵਾਪਸ ਚਲ ਜਾਵਾਂਗਾ, ਕੋਈ ਗੱਲ ਨਹੀਂ, ਭਾਵੇਂ ਗਰੀਬੀ ਸੀਗੀ, ਰੋਟੀ ਤਾਂ ਖਾਣ ਨੂੰ ਮਿਲ ਜਾਂਦੀ ਸੀ, ਤੇ ਮੈਂ ਦਾੜੀ ਕੇਸ ਨਹੀਂ ਕਟਾਵਾਂਗਾ। ਬੱਚੋ 3 ਮਹੀਨੇ ਬਾਅਦ ਫਿਰ ਮੇਰੇ ਮਾਮਾ ਹੀ ਨੇ, ਉਹ ਫੈਕਟਰੀ 'ਚ ਕੰਮ ਕਰਦੇ ਸੀ, ਅੰਗਰੇਜ਼ ਨੂੰ ਕਿਹਾ ਮੇਰਾ ਭਾਂਜਾ ਬੜਾ ਇਮਾਨਦਾਰ ਹੈ, ਬੜਾ ਮਿਹਨਤੀ ਹੈ, ਤੁਹਾਨੂੰ ਕਰਮਚਾਰੀਆਂ ਦੀ ਜ਼ਰੂਰਤ ਹੈ, ਉਹ ਕੰਮ ਕਰਕੇ ਦਿਖਾਏਗਾ। ਉਹ ਮੈਨੂੰ ਬੱਚੋ ਅੰਗਰੇਜ਼ ਨੇ ਨੌਕਰੀ ਦੇ ਦਿੱਤੀ। ਬਸ ਬੇਟੇ ਮੈਂ ਇਮਤਿਹਾਨ 'ਚੋਂ ਪਾਸ ਹੋ ਗਿਆ। ਇਹਨੂੰ ਅਸੀਂ ਕਹਿੰਦੇ ਆ ਬਾਬਾ ਜੀ ਵੀ ਇਮਤਿਹਾਨ ਲੈਂਦੇ ਆ, ਬੜਾ ਝੂਮਦੇ ਆ ਅਸੀਂ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਪਰ ਜਦੋਂ ਬੱਚੇ ਨੌਜਵਾਨ ਕਹਿੰਦੇ ਆ ਦਾੜੀ ਕੇ ਸਾਨੂੰ ਅੰਬ ਲੱਗਣੇ ਆ, ਅੱਜ ਮੇਰੀਆਂ ਭੁੱਲੀਆਂ ਹੋਈਆਂ ਭੈਣਾਂ ਵੀ ਕਹਿ ਰਹੀਆਂ ਨਾ, ਹੈ ਨਾ, ਇਹ ਬੱਚੇ ਨੂੰ ਕੋਈ ਭਾਈ ਬਣਾਉਣਾ ਹੈ, ਬੱਚੇ ਨੂੰ ਕੋਈ ਪਾਠੀ ਬਣਾਉਣਾ ਹੈ। ਨਹੀਂ, ਮੇਰਾ ਬੇਟਾ ਅਖੰਡ ਪਾਠ ਵੀ ਕਰ ਆਂਦਾ, ਮੇਰੀ ਬੇਟੀ ਅਖੰਡ ਪਾਠ ਵੀ ਕਰ ਆਂਦੀ ਹੈ। ਦੋਨੋਂ ਬੱਚੇ ਪੜ੍ਹੇ ਲਿਖੇ, ਇੱਥੇ ਲੰਡਨ ਸਕੂਲ ਇਕਨੋਮਿਕਸ ਤੋਂ MBA ਕੀਤੀ ਹੈ ਬੇਟੇ ਮੇਰੇ ਨੇ। ਸੋ ਬੱਚਿਓ, ਹੁਣ ਤੁਸੀਂ ਆਪਣੇ ਦਾਇ ਲਾ ਲਓ, ਅੱਜ ਭੁੱਲ ਗਏ ਅਸੀਂ। ਮੈਂ ਕਿਸੇ ਦੇ ਮੰਮੀ ਪਾਪਾ ਨੂੰ ਮਾੜਾ ਨਹੀਂ ਕਹਿੰਦਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ, ਇੱਕ ਪਰਮਾਤਮਾ ਨਹੀਂ ਭੁੱਲਦਾ, ਅਸੀਂ ਭੁੱਲ ਜਾਂਦੇ ਹਾਂ। ਭੁੱਲੇ ਕੋ ਗੁਰ ਮਾਰਗ ਪਾਇਆ। ਸੋ ਬਾਬਾ ਜੀ ਨੇ ਮੇਰੀ ਡਿਊਟੀ ਲਾ ਛੱਡੀ ਹੈ, ਕਿਉਂਕਿ ਮੈਂ ਬੱਚਿਓ 2 ਲੱਖ ਰੁਪਇਆ ਰੋਜ਼ ਦਾ 15 ਸਾਲ ਪਹਿਲੇ ਕਮਾ ਸਕਦਾ ਸੀ। ਤੇ ਮੈਂ ਬਾਬਾ ਜੀ ਅੱਗੇ ਗਿਆ, ਅਰਦਾਸ ਕੀਤੀ, ਬਾਬਾ ਜੀ ਮੈਂ ਕੀ ਕਰਾਂਗਾ 2 ਲੱਖ ਰੁਪਇਆ ਰੋਜ਼ ਦਾ ਇਕੱਠਾ ਕਰਕੇ, ਨਾਲ ਤਾਂ ਸੂਈ ਨਹੀਂ ਜਾਂਦੀ, ਮੈਨੂੰ ਪਤਾ ਲੱਗ ਗਿਆ। ਤੇ ਬਾਬਾ ਜੀ ਮੈਂ ਤੁਹਾਡਾ ਧੰਨਵਾਦ ਕੋਈ ਨਹੀਂ ਕੀਤਾ। ਹੁਣ ਧੰਨਵਾਦ ਦੇਖੋ ਬੱਚਿਓ ਕਰਨਾ ਬਣਦਾ, ਬਿਲਕੁਲ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਚੱਕੋ। ਬਾਬਾ ਜੀ ਦਾ ਹੁਕਮ ਹੈ, ਮੈਂ ਵੀ ਹੁਕਮ ਮੰਨਦਾ, ਅਜੇ ਵੀ ਮੰਨਦਾ ਪਿਆ ਵਾਂ। ਉਹ ਫਿਰ ਮੈਂ ਜਾ ਕੇ ਪੰਜਾਬ ਵਿੱਚ ਪਿੰਡਾਂ ਜਾ ਕੇ, ਉਹ ਬੱਚਿਆਂ ਦੇ ਮਾਤਾ ਪਿਤਾ ਭੁੱਲ ਗਏ, ਤੇ ਮੈਂ ਸਕੂਲਾਂ ਜਾ ਕੇ ਬੱਚਿਆਂ ਨੂੰ ਦੱਸਦਾ ਆਪਣੀ ਕਹਾਣੀ, ਤੇ ਘੱਟੋ ਘੱਟ ਗੁਟਕਾ ਸਾਹਿਬ ਫ੍ਰੀ ਦੇ ਕੇ, ਸੈਂਚੀਆਂ ਪੋਥੀਆਂ ਫ੍ਰੀ ਦੇ ਕੇ ਬੱਚਿਆਂ ਨੂੰ ਕਹਿੰਦਾ ਆਪਾਂ ਗੁਰੂ ਗ੍ਰੰਥ ਆਪ ਪੜ੍ਹ ਸਕਦੇ ਹਾਂ। ਇਹ ਖਾਲੀ ਇਹ ਭਾਈ ਸਾਹਿਬ ਨੇ ਨਹੀਂ ਪੜ੍ਹਨਾ, ਇਹਨੂੰ ਪੜ੍ਹੀਏ, ਵਿਚਾਰ ਕੇ ਪੜ੍ਹੀਏ। ਭਾਵੇਂ ਇੱਕ ਅੰਗ ਰੋਜ਼ ਦਾ ਪੜ੍ਹ ਲਓ ਬੱਚਿਓ, ਕੁਝ ਮੁਸ਼ਕਲ ਨਹੀਂ, ਕੋਈ ਇਹ ਨਹੀਂ ਕਿ 7-9 ਦਿਨਾਂ 'ਚ ਭੋਗ ਪਾਣਾ ਹੈ। ਆਪਾਂ ਵਿਚਾਰ ਕੇ ਪੜ੍ਹੀਏ ਤੇ ਫਿਰ ਗੁਰੂ ਦਾ ਕਹਿਣਾ ਮੰਨੀਏ। ਸੋ ਮੈਨੂੰ ਹੁਣ ਜਿਹੜਾ ਸੁੱਖ ਮਿਲ ਰਿਹਾ ਨਾ, ਮੇਰੇ ਕੋਲ 1,70,000 ਬੱਚਾ ਪੰਜਾਬ ਦਾ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਚੁੱਕਾ ਹੈ, ਤੇ ਐਸੇ ਬੱਚੇ ਤਿਆਰ ਹੋ ਰਹੇ ਆ, ਕਿਉਂਕਿ ਮੈਨੂੰ ਹੁਣ ਬੱਚੇ ਜ਼ਿੰਦਗੀ 'ਚ ਮਿਲੇ ਜਿਹੜੇ, ਤੇ ਫਿਰ ਉਹ ਜਿੱਥੇ ਬੱਚਿਆਂ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਜੋੜਿਆ। ਤੇ ਮੈਂ ਚਾਹੁੰਦਾ ਸੀ, ਕਿਉਂਕਿ ਮੈਨੂੰ ਵੀਰ ਜੀ ਦਾ ਥਾਪੜਾ ਸੀਗਾ, ਭਾਈ ਸਾਹਿਬ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਦਾ, ਕਿਉਂਕਿ ਦਾਸ ਨੂੰ ਸੇਵਾ ਦਾ ਮੌਕਾ ਮਿਲਿਆ ਸੀ। 15 ਸਾਲ ਇੱਥੇ ਤੁਹਾਡੇ ਹਿੰਦੁਸਤਾਨ ਦੇ ਸਾਰੇ ਰਾਗੀ ਪ੍ਰਚਾਰਕ ਬੁਲਾਏ, ਤੇ ਰਾਗੀ ਪ੍ਰਚਾਰਕ ਵਿਚਾਰੇ ਨਹੀਂ ਮੇਰੀ ਤਾਂਘ ਨੂੰ ਸਮਝ ਸਕੇ। ਬਈ ਭਾਈ ਸਾਹਿਬ ਜੀ, ਇਹ ਪ੍ਰਚਾਰਕ ਹੋ ਤੁਸੀਂ, ਤੁਹਾਡਾ ਕੰਮ ਹੈ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ, ਮਾਤਾ ਪਿਤਾ ਨੂੰ ਸਮਝਾਉਣਾ ਕਿ ਬਾਣੀ ਅਸੀਂ ਆਪ ਪੜ੍ਹ ਸਕਦੇ ਹਾਂ, ਪਰ ਇਹ ਪ੍ਰਚਾਰਕ ਨਹੀਂ ਸਮਝ ਸਕੇ। ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲਿਆਂ ਨੇ ਮੇਰੀ ਤਾਂਘ ਨੂੰ ਸਮਝਿਆ ਸੀ, ਪਰ ਉਹ ਵਿਚਾਰੇ ਮੈਨੂੰ ਇਸ ਸੰਸਥਾ ਆਰੰਭ ਕਰਨ ਤੋਂ 28 ਦਿਨ ਬਾਅਦ ਸੰਸਾਰ ਤੋਂ ਚਲੇ ਗਏ। ਉਹਨਾਂ ਨੇ ਅਰਦਾਸ ਕੀਤੀ ਸੀਗੀ, ਕਲਾ ਵਰਤੇਗੀ, ਸਾਂਭਿਆ ਨਹੀਂ ਜਾਣਾ, ਘਬਰਾਉਣਾ ਨਾ। ਸੋ ਬੱਚਿਓ, ਮੈਂ ਅੱਜ 15 ਸਾਲ ਹੋ ਗਏ ਸੇਵਾ ਕਰਦਿਆਂ, ਉਹ ਵੀਰ ਜੀ ਚਲੇ ਗਏ, ਉਹ ਕੋਈ ਐਸੀ ਸ਼ਕਤੀ ਮੈਨੂੰ ਦੇ ਗਏ। ਤੇ ਮੇਰਾ ਤਾਂ ਵੱਡਾ ਸਾਰਾ ਕਾਰੋਬਾਰ ਸੀਗਾ, ਉਹ ਕਾਰੋਬਾਰ ਚੋਂ ਨਿਕਲਣਾ ਕੋਈ ਆਸਾਨ ਜੀ ਗੱਲ ਹੁੰਦੀ ਸੀਗੀ। ਮੈਂ 2 ਹਫ਼ਤੇ ਲਈ ਜਾਂਦਾ ਸੀ, ਫਿਰ ਆ ਜਾਂਦਾ ਸੀ, ਜਾਂਦਾ ਸੀ ਆ ਜਾਂਦਾ ਸੀ, 50,000 ਰੁਪਏ ਟਿਕਟ ਵੀ ਲੱਗਦੀ ਸੀਗੀ, ਪਰ ਬਾਣੀ ਪੜ੍ਹਦਾ ਸੀਗਾ ਉਹ, ਕਿਉਂਕਿ ਮੈਨੂੰ ਡਰ ਲੱਗਦਾ ਸੀ, ਮੈਂ ਵੀ ਤੁਹਾਡੇ ਮੰਮੀ ਪਾਪਾ ਵਰਗਾ ਇਨਸਾਨ ਹੀ ਆ, ਕਿ ਹਾਏ 35 ਸਾਲ ਲੱਗੇ ਮੈਨੂੰ ਕਾਰੋਬਾਰ ਸੈੱਟ ਕਰਦਿਆਂ, ਪਿੱਛੋਂ ਮੇਰਾ ਕਾਰੋਬਾਰ ਨਾ ਵਿਗੜ ਜਾਏ। ਪਰ ਜਦੋਂ 3 ਸਾਲਾਂ ਬਾਅਦ ਦੇਖਿਆ ਮੇਰਾ ਕਾਰੋਬਾਰ ਤਾਂ 1.5 ਗੁਣਾ ਹੋ ਗਿਆ, ਕਿਉਂਕਿ ਬਾਣੀ 'ਚ ਵੀ ਲਿਖਿਆ ਹੋਇਆ, ਸੱਚ ਆ ਗਿਆ ਲਿਖਿਆ, ਮੈਨੂੰ ਵਿਸ਼ਵਾਸ ਹੋ ਗਿਆ। ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੋ ਵਧੋ ਜਾਈ। ਸੋ ਪੰਜਾਬ ਜਾ ਕੇ ਇੱਥੇ ਬੱਚਿਆਂ ਨੂੰ ਗੁਰਮਤ ਨਾਲ ਜੋੜਦਾ ਸੀ। ਉੱਥੇ ਮੈਨੂੰ ਭਾਈ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਖੰਨੇ ਵਾਲੇ ਨੇ ਕਿਹਾ ਸੀ, ਇਹਨਾਂ ਬੱਚਿਆਂ ਨੂੰ ਕਿਰਤ ਵੀ ਕਰਨ ਵਾਸਤੇ ਲਾਣਾ ਹੈ, ਤੇ ਉਹਦੇ ਲਈ ਸਮੇਂ ਦੀ ਲੋੜ ਹੈ, ਸਮੇਂ ਦੀ ਲੋੜ ਹੈ ਕਿ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ, ਵਾਧੂ ਪੜ੍ਹਾਈਆਂ ਕਰਾਈਏ। ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਬੱਚਿਆਂ ਨੂੰ ਨਾ ਇੱਕ ਨਾਲ ਇਹ ਵੀ ਜ਼ਰੂਰ ਲਫ਼ਜ਼ ਲੱਗਾ ਹੋਵੇ, ਜੇ ਡਾਕਟਰ ਬਣੇ ਤੇ ਗੁਰਸਿੱਖ ਡਾਕਟਰ ਹੋਵੇ, ਜੇ ਜੱਜ ਬਣੇ ਤੇ ਗੁਰਸਿੱਖ ਜੱਜ ਹੋਵੇ, ਤੇ ਜੇ ਕੋਈ IPS ਅਫਸਰ ਬਣੇ ਤੇ ਗੁਰਸਿੱਖ IPS ਅਫਸਰ ਹੋਵੇ। ਇਸ ਤਰ੍ਹਾਂ ਵੱਡੇ ਵੱਡੇ ਅਫਸਰ, ਵੱਡੀਆਂ ਪੋਸਟਾਂ ਤੇ ਆਪਾਂ ਗੁਰਸਿੱਖ ਬੱਚੇ ਬਣਾਉਣੇ ਆ, ਕਿਉਂਕਿ ਅੱਜ ਡਾਕਟਰ ਕਿਡਨੀਆਂ ਵੇਚ ਰਿਹਾ ਬੱਚਿਓ, ਅਸੀਂ ਉਹ ਡਾਕਟਰ ਨਹੀਂ ਬਣਨਾ। ਜੇ ਤੁਹਾਡੇ ਕੋਲ ਗੁਰੂ ਦੀ ਮੱਤ ਹੋਏਗੀ, ਤੁਸੀਂ ਡਰਦੇ ਹੋ ਗੁਰੂ ਤੁਹਾਨੂੰ ਵੇਖ ਰਿਹਾ, ਤੁਸੀਂ ਕਿਡਨੀਆਂ ਵੇਚਣ ਵਾਲੇ ਡਾਕਟਰ ਨਹੀਂ ਬਣੋਗੇ, ਔਰ ਬੱਚਿਓ ਜੱਜ ਨਹੀਂ ਬਣੋਗੇ, ਜਿਹੜੇ ਕਿ ਰਿਸ਼ਵਤ ਲੈਣ ਵਾਲੇ ਜੱਜ ਹੈ, ਜਦੋਂ ਤੁਹਾਡੇ ਕੋਲ ਗੁਰੂ ਦੀ ਸਿੱਖਿਆ ਨਾਲ ਹੋਏਗੀ। ਸੋ ਇਸ ਤਰੀਕੇ ਬੇਟੇ ਮੈਂ ਹੁਣ ਹਿੰਦੁਸਤਾਨ ਚੋਂ ਕਿਵੇਂ ਨਿਕਲਿਆ ਸੀਗਾ, ਹੁਣ ਕਿਵੇਂ ਪਹੁੰਚਿਆ ਮੈਂ ਇੱਥੇ, ਕਿਉਂਕਿ ਬਿਲਕੁਲ ਬਾਬਾ ਜੀ ਇਮਤਿਹਾਨ ਲੈਂਦੇ ਆ, ਬੜਾ ਗੁਰਦੁਆਰੇ ਜਾਂਦਾ, ਬੜਾ ਪਾਠ ਕਰਦਾ। ਹੁਣ ਮੈਂ ਬੇਟੇ ਜਦੋਂ ਪੜ੍ਹਾਈ ਕਰ ਲਈ ਸੀਗੀ, ਮੇਰੇ ਮਾਤਾ ਪਿਤਾ ਹੋਰ ਪੜ੍ਹਾ ਨਹੀਂ ਸਕਦੇ ਸੀ, ਤੇ ਜਾਂ ਬੇਟਾ ਇੱਕ ਨੌਕਰੀ ਨਿਕਲੀ ਆ 700 ਰੁਪਏ ਮਹੀਨੇ ਦੀ, ਤੇ ਬੱਚਿਓ ਨੌਕਰੀ ਮੈਂ ਲੈਣ ਵਾਸਤੇ ਗਿਆ ਸੀਗਾ, ਪਰ ਮੈਂ ਰਸਤੇ 'ਚ, ਕਿਉਂਕਿ ਮੈਂ ਦਿੱਲੀ ਦਾ ਜੰਮਪਲ ਬੱਚਿਓ, ਪਰ ਮੈਨੂੰ ਪੰਜਾਬ ਦੀ ਧਰਤੀ ਨਾਲ ਪਿਆਰ ਹੈ, ਮੇਰੇ ਗੁਰੂਆਂ ਦੀ ਧਰਤੀ। ਸੋ ਮੈਂ ਦਿੱਲੀ ਦਾ ਰਹਿਣ ਵਾਲਾ, ਦਿੱਲੀ ਦਾ ਜੰਮਪਲ, ਤੇ ਮੈਂ ਰਸਤੇ 'ਚ ਬੰਗਲਾ ਸਾਹਿਬ ਗੁਰਦੁਆਰੇ ਗਿਆ, ਮੱਥਾ ਟੇਕਿਆ, ਅਰਦਾਸ ਕੀਤੀ, ਬਾਬਾ ਜੀ ਇਹ ਨੌਕਰੀ ਦਵਾ ਦੇਣਾ, ਘਰ 'ਚ ਪੈਸੇ ਆ ਜਾਣਗੇ, ਘਰ ਦਾ ਗੁਜ਼ਾਰਾ ਚੱਲ ਪਏਗਾ।
ਹੁਣ ਬਾਬਾ ਜੀ ਕਹਿੰਦੇ ਆ ਬੜਾ ਪਾਠ ਕੀਤਾ ਇਹਨੇ, ਵੇਖਾਂ ਹੁਣ ਮੈਂ ਨੌਕਰੀ ਦੇਣ ਤੋਂ ਪਹਿਲੇ ਇਹ ਮੇਰਾ ਕਹਿਣਾ ਵੀ ਮੰਨਦਾ ਕਿ ਨਹੀਂ ਮੰਨਦਾ। ਹੁਣ ਜਦੋਂ ਮੈਂ ਨੌਕਰੀ ਲੈਣ ਗਿਆ ਸੀਗਾ, ਉਹ ਵੀਰ ਨੇ ਮੇਰੇ ਦੇਖੇ ਕਾਗਜ਼ ਕੋਈ ਦੇਖੇ, ਸਭ ਦੇਖ ਕੇ ਕਹਿੰਦਾ ਵੀ ਸੌਰੀ ਤੇਰੇ ਲਈ ਕੋਈ ਨੌਕਰੀ ਨਹੀਂ, ਤੇ ਨਾਲ ਹੀ ਉਂਗਲੀ ਨਾਲ ਇਸ਼ਾਰਾ ਕਰਤਾ ਨਾ, ਜਿਵੇਂ ਆਪਾਂ ਉਂਗਲੀਆਂ ਇਸ਼ਾਰਾ ਕਰਦੇ ਹਾਂ, ਅੰਗੂਠਾ ਤੇ ਛੋਟੀ ਨਾਲ ਵਾਲੀ ਉਂਗਲੀ ਲਾ ਕੇ, ਬਈ ਰਿਸ਼ਵਤ ਮੰਗ ਲਈ, ਰਿਸ਼ਵਤ, ਹੈ ਨਾ। ਤੇ ਮੈਨੂੰ ਹੁਣ ਵਿਸ਼ਵਾਸ ਸੀਗਾ ਪਰਮਾਤਮਾ ਦੇ, ਹੈ ਰਿਸ਼ਵਤ ਨਹੀਂ ਦੇਣੀ, ਭਾਵੇਂ ਕੁਛ ਹੋ ਜਾਏ, ਨਾ ਦੇਵੇ ਨੌਕਰੀ, ਕੋਈ ਗੱਲ ਨਹੀਂ, ਮੇਰਾ ਕੰਮ ਗੁਰੂ ਆਪ ਕਰੇਗਾ, ਔਰ ਉਹ ਕਰਦਾ ਜੇ ਬੇਟੇ। ਸੰਤਾਂ ਕੇ ਕਾਰਜ ਆਪ ਖਲੋਆ। ਹੁਣ ਬੱਚਿਆਂ ਨੂੰ ਨਹੀਂ ਪਤਾ ਸੰਤ ਕੌਣ ਹੈ, ਮੰਮਾ ਕਹਿੰਦੀ ਆ ਬਾਬਾ ਜੀ ਆ ਗਏ, ਸੰਤ ਜੀ ਆ ਗਏ। ਨਹੀਂ ਬੱਚਿਓ, ਅਸੀਂ ਸਾਰਿਆਂ ਦਾ ਸਤਿਕਾਰ ਕਰਨਾ ਹੈ, ਵੱਡਿਆਂ ਦਾ, ਪਰ ਕਿਸੇ ਚੋਲੇ ਦਾ ਜਾਂ ਗੋਲ ਪੱਗ ਵਾਲੇ ਦਾ ਅਸੀਂ ਉਹਨੂੰ ਸੰਤ ਨਹੀਂ ਕਹਿ ਸਕਦੇ। ਔਰ ਬੇਟੇ ਸੰਤ ਕੌਣ ਹੈ? ਜਿਹੜਾ ਗੁਰੂ ਦਾ ਕਹਿਣਾ ਮੰਨਦਾ, ਉਹ ਸੰਤ ਜੇ, ਉਹਦੇ ਕੰਮ ਪਰਮਾਤਮਾ ਆਪ ਕਰਦਾ ਜੇ। ਤੁਸੀਂ ਅੱਜ ਬਾਬਾ ਜੀ ਦਾ ਕਹਿਣਾ ਮੰਨਣਾ ਸ਼ੁਰੂ ਕਰੋ, ਵੇਖਣਾ ਤੁਹਾਡੇ ਕੰਮ ਹੋਣੇ ਸ਼ੁਰੂ ਹੋ ਜਾਣੇ ਜੇ। ਤੁਸੀਂ ਸੰਤ ਹੋ ਬੇਟੇ, ਪਰ ਮਾਫ ਕਰਨਾ, ਅੱਜ ਸਾਡੇ ਕੋਲ ਗਲਤੀਆਂ ਹੋਈਆਂ। ਰਿਸ਼ਵਤ ਦੇਣਾ, ਰਿਸ਼ਵਤ ਦੇ ਰਿਹਾ, ਝੂਠ ਬੋਲ ਰਹੇ ਹਾਂ ਅਸੀਂ ਬੱਚਿਓ। ਬਾਬਾ ਜੀ ਕਹਿੰਦੇ ਝੂਠ ਨਹੀਂ ਬੋਲਣਾ, ਨਿੰਦਾ ਚੁਗਲੀ ਨਹੀਂ ਕਰਨੀ, ਹੋਰ ਕਈ ਤਰ੍ਹਾਂ ਦੀਆਂ ਗਲਤੀਆਂ ਸਾਡੇ ਕੋਲ ਹੋ ਰਹੀਆਂ ਵਿੱਚ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਤੇ ਕਾਬੂ ਕਰਨਾ ਹੈ ਆਪਾਂ ਬੇਟੇ। ਪਰ ਮੇਰੇ ਬੱਚਿਆਂ ਨੇ ਬਹੁਤ ਕੁਝ ਸਿੱਖ ਲਿਆ ਇਹਨਾਂ ਦਿਨਾਂ 'ਚ, ਮੈਂ ਦੇਖ ਲਿਆ। ਇਹ ਸਭ ਕੁਝ ਜਦੋਂ ਕਾਬੂ ਹੋ ਜਾਏਗਾ ਨਾ ਬੇਟੇ ਜੀ, ਇਹ ਵੇਖਣਾ ਫਿਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਇਹ ਮੈਨੂੰ ਬਾਬਾ ਜੀ ਨੇ ਦਿੱਤਾ, ਔਰ ਇੱਥੋਂ ਤੱਕ ਪਹੁੰਚ ਜਾਂਦਾ ਬੰਦਾ। ਤੁਸੀਂ ਸੱਚ ਹੈ ਬੱਚਿਓ, ਤੁਸੀਂ ਆਉਣਾ ਪੰਕਤੀ ਵੀ ਸਾਰੇ ਬੱਚੇ ਬੋਲਦੇ ਆ, ਜਾਣਦੇ ਆ, ਹੈ ਨਾ, ਰੋਜ਼ ਪੜ੍ਹਦੇ ਵੀ ਹੋ ਤੁਸੀਂ, ਅੱਜ ਵੀ ਪੜ੍ਹੀ ਹੋਣੀ ਬੱਚਿਆਂ ਨੇ। ਦੇਂਦਾ ਦੇ ਲੈਂਦੇ ਥੱਕ ਪਾਏ, ਇਹ ਕੌਣ ਹੈ ਦੇਣ ਵਾਲਾ? ਪਰਮਾਤਮਾ। ਉਹ ਨਹੀਂ ਥੱਕਿਆ ਸੀਗਾ, ਮੈਂ ਥੱਕ ਗਿਆ ਸੀ। ਬਾਬਾ ਜੀ ਕੀ ਕਰਾਂਗਾ, 2 ਲੱਖ ਰੁਪਇਆ ਰੋਜ਼ ਦਾ ਕਮਾ ਕੇ, ਨਾਲ ਤਾਂ ਸੂਈ ਨਹੀਂ ਜਾਣੀ। ਸੋ ਬੱਚਿਓ, ਉਸ ਤੋਂ ਬਾਅਦ ਫਿਰ ਮੈਂ ਕਈ ਵਾਰੀ 6-6 ਮਹੀਨੇ ਇੰਡੀਆ ਜਾ ਕੇ ਬੱਚਿਆਂ ਨੂੰ ਜੋੜਦਾ ਰਿਹਾ। ਅੱਜ 1,70,000 ਬੱਚਾ ਜਿਨ੍ਹਾਂ ਨੂੰ ਮੈਂ ਪਰਮਾਤਮਾ ਨਾਲ ਜੋੜਿਆ ਗੁਰੂ ਸਾਹਿਬ ਦੀ ਕਿਰਪਾ ਨਾਲ। ਔਰ ਬੱਚਿਆਂ ਨੂੰ ਫਿਰ ਮੈਂ ਪੜ੍ਹਾਈਆਂ ਕਰਾਉਣ ਤੇ ਵੀ ਲਾਇਆ। ਇੱਕ ਬੱਚੀ ਜਿਵੇਂ ਜਗਜੋਤ ਕੌਰ ਬੂਟਰ ਪਿੰਡ ਦੀ, ਸਾਰੇ ਬੱਚਿਆਂ ਨੂੰ ਪਤਾ ਹੈ, ਉਹ ਜ਼ੂਮ ਦੇ ਉੱਤੇ ਆ ਚੁੱਕੀ ਹੈ ਬੱਚੀ, ਕੈਨੇਡਾ ਬੈਠੀ ਹੈ। ਉਹਦਾ ਡੈਡੀ ਨਸ਼ੇੜੀ ਸੀਗਾ, ਔਰ ਮੰਮੀ ਅਨਪੜ੍ਹ, ਵੀਰਾ ਵੀ ਕੇਸ ਕੋਈ ਨਾ, ਔਰ ਬਿਲਕੁਲ ਬੁਰੀ ਹਾਲਤ ਘਰ ਦੀ, ਨਸ਼ੇੜੀ ਪਾਪਾ, ਬੱਚੀ ਪੜਾਕੂ। ਜਗਜੋਤ ਕੌਰ ਸਰਕਾਰੀ ਸਕੂਲ ਪੜ੍ਹੀ, ਮੈਂ ਸਕੂਲਾਂ ਲੈਕਚਰ ਦੇਣ ਗਿਆ। ਉਹ ਬੱਚੀ ਨੇ ਉੱਥੇ ਜਦੋਂ ਮੇਰੇ ਲੈਕਚਰ ਸੁਣਿਆ ਤੇ ਬਾਹਾਂ ਉੱਚੀਆਂ ਕਰਕੇ ਕਹਿੰਦੀ ਆ, ਬਾਬਾ ਜੀ ਲਿਆਓ ਗੁਟਕਾ ਸਾਹਿਬ, ਅੱਜ ਤੋਂ ਬਾਅਦ ਸਾਰੇ ਬੱਚੇ ਬਾਹਾਂ ਉੱਚੀਆਂ ਕਰਕੇ, ਹਾਂ ਅਸੀਂ ਪਾਠ ਕਰਾਂਗੇ, ਵਿਚਾਰ ਕੇ ਕਰਾਂਗੇ, ਔਰ ਅਸੀਂ ਗੁਟਕਾ ਸਾਹਿਬ ਫ੍ਰੀ ਦੇ ਦਿੰਦੇ ਹਾਂ, ਸੰਚੀਆਂ ਪੋਥੀਆਂ ਫ੍ਰੀ ਦੇ ਦਿੰਦੇ ਹਾਂ, ਕੋਈ ਗੱਲ ਨਹੀਂ। ਉਹ ਬੱਚੀ ਕਹਿੰਦੀ ਹੈ, ਬਾਬਾ ਜੀ ਮੈਂ ਵੀ ਵੱਡੀ ਹੋ ਕੇ ਤੁਹਾਡੇ ਵਰਗੇ ਕੰਮ ਕਰਾਂਗੀ, ਹੋਰਾਂ ਦੀ ਮਦਦ ਵੀ ਕਰਾਂਗੀ, ਮੇਰੀ ਪੜ੍ਹਾਈ ਦੀ ਫੀਸ ਦੇ ਦਿਓ। ਤੇ ਬੱਚਿਓ, ਮੈਂ 3 ਸਾਲ ਫਿਰ ਉੱਥੇ ਉਹਨੂੰ ਉਹ ਪੜ੍ਹਾਈ ਕਰਾਈ ਸੀਗੀ। ਬੱਚੀ ਨੇ ਬੀਟੈਕ ਕੀਤੀ 4 ਸਾਲ, ਬੀਟੈਕ ਕਰ ਲਈ, 94% ਮਾਰਕ ਲੈ ਕੇ ਆਈ। +2 ਜਦੋਂ 84% ਮਾਰਕਸ ਸੀਗੇ, ਉਹਦੀ ਟਿਊਸ਼ਨਾਂ ਲਵਾਤੀਆਂ। ਔਰ ਬੱਚਿਓ, ਮੈਂ ਤੁਹਾਡੇ ਲਈ ਪੈਸਾ ਇੰਨਾ ਇਕੱਠਾ ਕੀਤਾ, ਇੱਥੇ ਮੇਰੇ ਕੋਲ ਸੰਗਤ ਮੇਰੇ ਨਾਲ ਹੈ, ਔਰ ਜਿੰਨਾ ਪੈਸਾ ਤੁਹਾਨੂੰ ਚਾਹੀਦਾ ਬੱਚਿਓ ਤੁਹਾਨੂੰ ਮਿਲੇਗਾ। ਪਰ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨਣਾ ਹੈ, ਦੂਜਾ ਪੜ੍ਹਾਈ। ਇਹ 2 ਚੀਜ਼ਾਂ ਤੁਹਾਡੀ ਉਮਰ ਹੈ ਨਾ। ਆਪਾਂ ਜਦੋਂ ਇੱਕ ਵਾਰੀ ਸੈੱਟ ਹੋ ਜਾਵਾਂਗੇ, ਫਿਰ ਮੌਜਾਂ ਕਰਨਾ ਸਾਰੀਆਂ, ਉਮਰ ਪਈ ਹੈ ਮੌਜਾਂ ਕਰਨ ਦੀ। ਇਸ ਵੇਲੇ ਹੋਰ ਤੀਜਾ ਕੰਮ ਨਾ ਕਰੋ। ਅੱਜ ਬਹੁਤ ਲੱਚਰ ਗੀਤ, ਗਾਣੇ, ਸੀਰੀਅਲ, ਹੈ ਨਾ, ਮੋਬਾਈਲ 'ਚ ਗਾਣੇ, ਇਹ ਚੀਜ਼ਾਂ ਬਚਣਾ। ਅੱਜ ਦਾੜੀ ਕੇਸ ਕਟਾਏ ਬੱਚਿਆਂ ਨੇ, ਧਾਗੇ ਤਵੀਜ਼ਾਂ ਪਾਈਆਂ ਹੋਈਆਂ। ਲਓ ਦੇਖੋ, ਇਹਨਾਂ ਚੀਜ਼ਾਂ ਤੋਂ ਸਾਡੇ ਗੁਰੂ ਨਾਨਕ ਸਾਹਿਬ ਨੇ ਕੱਢਿਆ ਸੀ। ਧਾਗੇ ਤਵੀਜ਼ਾਂ ਨਹੀਂ ਪਾਣੀਆਂ, ਕੜਾ ਪਾਓ, ਕਸ਼ਹਿਰਾ ਪਾਓ, ਕਿਰਪਾਨ ਪਾਓ, ਪਰ ਆਪਾਂ ਭੁੱਲ ਗਏ ਹਾਂ ਬੇਟੇ। ਸੋ ਧਾਗੇ ਤਵੀਜ਼ਾਂ ਤੋੜ ਦਿਓ, ਅੱਜ ਹੀ ਤੋੜ ਦਿਓ ਬੇਟੇ, ਨਹੀਂ ਤਾਂ ਫਿਰ ਤਾਂ ਆਪਾਂ ਇਹ ਗੁਰੂ ਦਾ ਕਹਿਣਾ ਨਹੀਂ ਮੰਨ ਰਹੇ ਨਾ। ਫਿਰ ਇੱਛਾ ਕਿੱਥੇ ਪੂਰੀ ਕਰੇਗਾ ਪਰਮਾਤਮਾ? ਪਰਮਾਤਮਾ ਤੇ ਉਹਦੀ ਇੱਛਾ ਪੂਰੀ ਕਰੇਗਾ ਜਿਹੜਾ ਉਹਦਾ ਕਹਿਣਾ ਮੰਨੇਗਾ। ਸੋ ਇਸ ਤਰ੍ਹਾਂ ਜਗਜੋਤ ਕੌਰ ਨੇ ਬੀਟੈਕ ਕੀਤੀ, 94% ਮਾਰਕਸ। ਉਹਨੂੰ ਫਿਰ ਮੈਂ 11 ਲੱਖ ਰੁਪਇਆ ਲਾ ਕੇ ਕੈਨੇਡਾ ਛੱਡ ਕੇ ਆਇਆ, ਮੌਂਟਰੀਅਲ, ਔਰ ਬੱਚੀ ਨੇ 3 ਸਾਲ ਉੱਥੇ ਪੜ੍ਹਾਈ ਕੀਤੀ, ਔਰ ਵੱਡੀ ਪੜ੍ਹਾਈ ਕਰਕੇ ਮਾਸਟਰਸ ਕਰਕੇ ਉਹ ਬੱਚੇ ਉੱਥੇ ਫਿਰ ਇੱਕ ਇੰਟਰਨੈਸ਼ਨਲ ਕੰਪਨੀ ਵਿਚਕਾਰ 2.5 ਲੱਖ ਰੁਪਏ ਮਹੀਨੇ ਤੇ ਨੌਕਰੀ ਲੱਗ ਗਈ। ਔਰ ਉਹ ਬੱਚਿਓ, ਉਹਨੇ 3 ਸਾਲਾਂ 'ਚ ਆਪਣੇ ਪਾਪਾ ਨੂੰ, ਜਿਹੜਾ ਕਿ ਨਸ਼ੇੜੀ ਸੀਗਾ, ਪਿਆਰ ਨਾਲ ਸਮਝਾ ਕੇ ਪੂਰਾ ਅੰਮ੍ਰਿਤਧਾਰੀ ਸਿੰਘ ਬਣਾਤਾ। ਵੀਰੇ ਦੇ ਕੇਸ ਲਿਖਾ ਦਿੱਤੇ। ਔਰ ਮੰਮੀ ਵਿਚਾਰੀ, ਜਿਹਨੇ ਕਦੀ ਪੰਜਾਬ ਦੇ ਸ਼ਹਿਰ ਨਹੀਂ ਸੀ ਕੋਈ ਵੇਖਿਆ, ਮਾਫ ਕਰਨਾ, ਉਹਦੀ ਮੰਮੀ ਉਹਦੀ ਗ੍ਰੈਜੂਏਸ਼ਨ ਤੇ ਉੱਥੇ ਕੈਨੇਡਾ ਉਹਦੇ ਕੋਲ ਪਹੁੰਚੀ ਹੋਈ ਸੀ। ਇਹ ਗੁਰੂ ਦੀ ਬਾਣੀ ਦੀ ਸ਼ਕਤੀ ਜੇ ਬੱਚਿਓ, ਜੇ ਇਹ ਬੱਚੀ ਪਹੁੰਚ ਸਕਦੀ ਹੈ, ਅਸਤਾ ਤੇ ਹੋਰ ਕਿੰਨੇ ਬੱਚੇ ਤੁਸੀਂ ਵੇਖ ਚੁੱਕੇ ਹੋ, ਸੁਣ ਚੁੱਕੇ ਹੋ। ਔਰ ਮੇਰੇ ਅਖੀਰਲੇ ਸਵਾਸ ਤੱਕ ਮੈਂ ਇਹ ਸੇਵਾ ਕਰਨੀ ਹੈ ਬੱਚਿਓ। ਗੁਰੂ ਸਾਹਿਬ ਮੇਰੇ ਕੋਲ ਸੇਵਾ ਲੈਣ, ਕਿਉਂਕਿ ਪੈਸਾ ਨਾਲ ਨਹੀਂ ਜਾਣਾ। ਤੇ ਇਹ ਗੁਰੂ ਸਾਹਿਬ ਦੀ ਬਾਣੀ ਸੱਚੀ ਹੈ ਨਾ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਹੋ ਵੱਧੋ ਜਾਈ। ਮੈਨੂੰ ਨਹੀਂ ਪਤਾ ਕਿੱਥੋਂ ਮਾਇਆ ਆ ਰਹੀ ਹੈ, ਤੇ ਮੈਂ ਅਖੀਰ ਤੱਕ ਬੱਚਿਆਂ ਉੱਤੇ ਲਾਣੀ ਹੈ, ਇੱਕ ਪੈਸਾ ਬੱਚਿਆਂ ਤੇ ਲਾਣਾ ਹੈ। ਔਰ ਮੈਂ ਸਾਰੀ ਦੁਨੀਆ 'ਚ ਜਾ ਕੇ ਲੋਕਾਂ ਨੂੰ ਬੇਨਤੀ ਕਰਦਾ ਹੁੰਦਾ, ਬਾਈ ਹੁਣ ਹੋਰ ਗੁਰਦੁਆਰਿਆਂ ਦੀ ਲੋੜ ਨਹੀਂ, ਹੋਰ ਲੰਗਰਾਂ ਦੀ ਲੋੜ ਨਹੀਂ। ਬੜੀ ਦੁਨੀਆ ਕਰ ਰਹੀ ਹੈ, ਲਾਓ ਲੰਗਰ ਵੀ ਲਾਓ, ਗੁਰਦੁਆਰੇ ਵੀ ਬਣਾਓ, ਸੋਨਾ ਪੱਥਰ। ਪਰ ਅੱਜ ਲੋੜ ਹੈ ਬੱਚਿਆਂ ਨੂੰ ਪੜ੍ਹਾਈਆਂ ਕਰਾਈਏ ਪੰਜਾਬ ਵਿੱਚ, ਖਾਸ ਕਰਕੇ ਪਹਿਲੇ ਪੰਜਾਬ ਤੋਂ ਸ਼ੁਰੂ ਕਰੀਏ। ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਅੱਜ ਮੇਰਾ ਪੰਜਾਬ ਅਨਪੜ੍ਹ ਦਾ ਅਨਪੜ੍ਹ ਬੈਠਾ ਹੈ। 50 ਸਾਲ ਪਹਿਲੇ ਕਲਕੱਤਾ, ਮਦਰਾਸ, ਬੰਗਲੌਰ ਵੀ ਅਨਪੜ੍ਹ ਸੀ, ਤੇ ਪੰਜਾਬ ਵੀ ਅਨਪੜ੍ਹ ਸੀ। ਅੱਜ ਕਲਕੱਤਾ, ਮਦਰਾਸ, ਬੰਗਲੌਰ ਦਾ ਤੇ ਇੱਕ ਮਜ਼ਦੂਰ ਵੀ ਅੰਗਰੇਜ਼ੀ ਬੋਲਦਾ ਹੈ,
ਤੇ ਇਹ ਪੰਜਾਬ ਕਿਉਂ ਪਿੱਛੇ ਰਹਿ ਗਿਆ। ਸੋ ਇਹ ਬੱਚਿਓ ਆਪਾਂ ਅੱਜ ਪੜ੍ਹਾਈ ਕਰਾਣੀ ਹੈ। ਅੱਜ ਮੇਰਾ 5000 ਬੱਚਾ 40 ਲੱਖ ਰੁਪਏ ਮਹੀਨਾ ਬੱਚਿਆਂ ਦੇ ਅਕਾਊਂਟ ਵਿੱਚ ਜਾਂਦਾ ਹੈ, ਔਰ ਅਸੀਂ ਬੱਚਿਆਂ ਦੀਆਂ ਫੀਸਾਂ ਦੇ ਕੇ ਤੇ ਗੁਰਸਿੱਖ ਡਾਕਟਰ, ਗੁਰਸਿੱਖ ਇੰਜੀਨੀਅਰ, ਗੁਰਸਿੱਖ ਅਫਸਰ ਬਣਾਉਣੇ ਆ। ਸੋ ਬੱਚਿਓ ਇਸ ਤਰ੍ਹਾਂ ਜਦੋਂ ਮੈਂ ਉੱਥੇ ਰਿਸ਼ਵਤ ਨਹੀਂ ਸੀ ਦਿੱਤੀ ਦਿੱਲੀ ਵਿਚਕਾਰ, ਤੇ ਕੀ ਹੋਇਆ ਸੀਗਾ, ਮੈਨੂੰ ਨੌਕਰੀ ਨਹੀਂ ਸੀ ਮਿਲੀ। ਅਗਲੇ ਦਿਨ ਸਵੇਰੇ ਮੇਰੇ ਘਰ ਇੱਕ ਚਿੱਠੀ ਆ ਗਈ। ਦੇਖੋ ਪਰਮਾਤਮਾ ਕਿਵੇਂ ਤੁਹਾਡੇ ਕੰਮ ਕਰਦਾ ਹੈ। ਉਹ ਅੱਛਾ ਬੱਚਾ ਹੈ, ਇਹ ਮੇਰਾ ਕਹਿਣਾ ਮੰਨਦਾ ਹੈ। ਮੈਂ ਚਿੱਠੀ ਖੋਲੀ, ਉਹਦੇ ਲਿਖਿਆ ਹੋਇਆ ਸੀ, ਇਹ ਸੀਗਾ ਵਰਕ ਪਰਮਿਟ, ਤੂੰ ਇਹ ਚਿੱਠੀ ਲੈ ਕੇ ਇੰਗਲੈਂਡ ਆ ਕੇ 7000 ਰੁਪਏ ਮਹੀਨੇ ਦੀ ਨੌਕਰੀ ਕਰ ਲੈ। ਲਓ ਬੱਚਿਓ 700 ਦੀ ਨੌਕਰੀ ਲੈਣ ਗਿਆ, ਪਰਮਾਤਮਾ ਦਾ ਕਹਿਣਾ ਮੰਨਿਆ, 7000 ਦੀ ਚਿੱਠੀ ਮਿਲ ਗਈ। ਹੁਣ ਚਿੱਠੀ ਲੈ ਕੇ ਮੈਂ ਇੰਗਲੈਂਡ ਪਹੁੰਚ ਗਿਆ। ਹੁਣ ਇੰਗਲੈਂਡ ਪਹੁੰਚਿਆ ਤੇ ਫਿਰ ਬਾਬੇ ਨੇ ਫਿਰ ਇਮਤਿਹਾਨ ਲੈਣਾ। ਔਰ ਇਹ ਯਾਦ ਰੱਖਣਾ ਬੱਚਿਓ, ਹਰ ਇੱਛਾ ਪੂਰੀ ਕਰਨ ਵਾਸਤੇ ਕਰਨ ਤੋਂ ਪਹਿਲੇ ਪਰਮਾਤਮਾ ਇਮਤਿਹਾਨ ਲੈਂਦਾ ਜੇ। ਇਹ ਬੱਚਿਓ ਇੱਛਾਵਾਂ ਨਹੀਂ ਜੇ ਖਤਮ ਹੁੰਦੀਆਂ, ਬੰਦਾ ਖਤਮ ਹੋ ਜਾਂਦਾ, ਇੱਛਾਵਾਂ ਨਹੀਂ ਖਤਮ ਹੁੰਦੀਆਂ ਜੇ, ਇਹ ਵੀ ਯਾਦ ਰੱਖਣਾ। ਸੋ ਬੇਟਾ ਜੀ ਮੈਂ ਇੰਗਲੈਂਡ ਜਦੋਂ ਆ ਗਿਆ ਸੀ ਤੇ ਤੁਹਾਨੂੰ ਦੱਸ ਚੁੱਕਾ ਵਾਂ ਕਿ ਅੰਗਰੇਜ਼ ਮੈਨੂੰ ਨੌਕਰੀ ਨਹੀਂ ਦਿੰਦੇ ਸੀ। ਦਰਦਾਂ ਦੀਆਂ ਠੋਕਰਾਂ ਖਾਧੀਆਂ 3 ਮਹੀਨੇ, ਦਾੜੀ ਕੱਟ ਕੇ ਪਗੜੀ ਲਾ ਕੇ ਮੈਂ ਕਦੀ ਨਹੀਂ ਕਟਾਈ। ਫਿਰ ਪਰਮਾਤਮਾ ਨੇ ਕਿਵੇਂ ਮੇਰੀ ਇੱਛਾ ਪੂਰੀ ਕਰਤੀ, ਕਿਉਂਕਿ ਮੈਂ ਦਾੜੀ ਕੇਸ ਨਹੀਂ ਕਟਾਏ। ਸੋ ਇਸ ਤਰ੍ਹਾਂ ਹੀ ਬੇਟੇ ਹੌਲੀ ਹੌਲੀ ਬਾਬਾ ਜੀ ਨੇ ਕਿਰਪਾ ਕੀਤੀ। ਮੈਂ ਕਾਰੋਬਾਰ ਮੰਗਿਆ, ਕਿੱਡਾ ਵੱਡਾ ਕਾਰੋਬਾਰ ਹੈ ਮੇਰਾ। ਹੁਣ ਮੈਂ ਬੱਚਿਓ ਅੱਜ ਤਾਂ ਮੇਰਾ ਸਨ ਇਨ ਲਾ, ਮੇਰੀ ਬੇਟੀ ਕਾਰੋਬਾਰ ਚਲਾ ਰਹੀ ਹੈ, 105 ਅੰਗਰੇਜ਼ ਕੰਮ ਕਰ ਰਹੇ ਆ। ਔਰ ਬੱਚਿਓ ਜਦੋਂ ਮੈਂ ਕਾਰੋਬਾਰ ਛੱਡਿਆ ਸੀ ਉਦੋਂ 40 ਅੰਗਰੇਜ਼ ਕੰਮ ਕਰਦੇ ਸੀ। ਅੱਜ ਮੇਰੇ ਆਫਿਸ ਜਾ ਕੇ ਕਹਿੰਦੇ ਆ, ਕੈਨ ਆਈ ਹੈਵ ਅ ਜੌਬ ਸਰ, ਕੈਨ ਯੂ ਗਿਵ ਮੀ ਜੌਬ ਪਲੀਜ਼। ਬੇਟੇ ਇਹ ਬਾਣੀ ਦੀ ਸ਼ਕਤੀ ਜੇ। ਅੱਜ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬੇਟੇ, ਤੁਸੀਂ ਬੜੇ ਬੀਬੇ ਬੱਚੇ ਮੇਰੇ, ਤੁਹਾਡੇ ਮੰਮੀ ਪਾਪਾ ਨੂੰ ਵੀ ਸਮਝਾਉਣ ਦੀ ਲੋੜ ਹੈ। ਇਹ 4 ਪੁੱਤਰ ਵਾਰਨੇ, ਸਰਬੰਸ ਵਾਰਨਾ ਕੋਈ ਛੋਟੀ ਜੀ ਗੱਲ ਨਹੀਂ ਹੈ। ਅੱਜ ਕੋਈ ਕਰਕੇ ਤਾਂ ਦਿਖਾਵੇ ਬੇਟੇ। ਇੱਕ ਪੁੱਤਰ ਸਾਡੀਆਂ ਅੱਖਾਂ ਤੋਂ ਪਰੇ ਹੋ ਜਾਂਦਾ ਹੈ ਨਾ, ਹਾਏ ਮਾਂ ਪਿਓ ਦੀ ਜਾਨ ਨਿਕਲ ਜਾਂਦੀ ਹੈ। ਉਹਨੇ ਸਾਡੇ ਲਈ ਵਾਰੇ ਸੀ, ਸਾਡੇ ਲਈ ਵਾਰ ਕੇ ਕਿਹਾ ਸੀ ਕਿ ਦੁਨੀਆ ਦੀ ਬਾਦਸ਼ਾਹੀ ਲੈ ਲਓ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਓ। ਸੋ ਬੇਟੇ ਮੈਂ ਨਾ ਹੁਣ ਆਪਣੇ ਹਵਾਈ ਜਹਾਜ਼ ਰੱਖੇ ਜੇ, ਨਾ ਮੈਂ ਮਹਿਲਾਂ ਚ ਰਹਿਣਾ ਪਸੰਦ ਕਰਦਾ, ਨਾ ਮੈਂ 5-5 ਕਰੋੜ ਦੀਆਂ ਕਾਰਾਂ ਚਲਾਨਾ, ਕਿਉਂਕਿ ਇਸ ਤੋਂ ਉਤਲਾ ਸੁੱਖ ਮੈਂ ਬਾਂਟ ਰਿਹਾ ਵਾਂ। ਕਿਉਂਕਿ 2.5 ਮਹੀਨੇ ਤੋਂ ਮੈਂ ਕੈਂਪ ਵੀ ਬੱਚਿਆਂ ਦਾ ਦੇਖ ਰਿਹਾ, ਮੇਰੇ ਬੱਚੇ ਕਿੰਨੇ ਵਧੀਆ ਤਿਆਰ ਹੋ ਰਹੇ ਆ। ਔਰ ਜਿਹੜੇ ਵਧੀਆ ਬੱਚੇ ਤਿਆਰ ਹੋ ਰਹੇ ਆ, ਮੈਂ ਬੱਚੇ ਨੂੰ ਪੂਰਾ ਹੌਸਲਾ ਦੇਣਾ ਕਿ ਬੱਚਿਓ ਤੁਸੀਂ ਹੁਣ 95% ਮਾਰਕਸ ਲੈ ਕੇ ਆਓ, ਕੋਈ ਪ੍ਰੋਬਲਮ ਨਹੀਂ ਜੇ। ਕਿ ਪੜ੍ਹੇ ਲਿਖੇ ਬੱਚੇ ਜਿਨ੍ਹਾਂ ਕੋਲ ਗੁਰਮਤ ਨਾਲ ਹੈਗੀ ਆ, ਗੁਰਮਤ ਜ਼ਰੂਰ ਨਾਲ ਹੋਣੀ, ਸੱਚੀ ਸੁੱਚੀ ਗੁਰਮਤ ਹੋਵੇ। ਤੇ ਮੈਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੁਹਾਡੇ ਵਾਸਤੇ ਰੱਖਿਆ ਹੋਇਆ, ਜ਼ਰੂਰ ਬਾਹਰ ਜਾਓ। ਪਰ ਅੱਜ ਦੇ ਭੁੱਲੇ ਹੋਏ ਮਾਤਾ ਪਿਤਾ ਬੱਚੀ ਨੂੰ ਭੇਜਦੇ ਆ, ਹਾਂ ਕਿੱਲਾ ਵੇਚ ਦਿਓ ਬੱਚੇ ਨੂੰ ਜਾਂ ਬੱਚੀ ਦਾ ਵਿਆਹ ਕਰ ਦਿਓ, ਮੁੰਡਾ ਲੱਭ ਲਓ ਅਮੀਰ ਜਾ। ਨਾ ਬੇਟੇ, ਮੈਂ ਬੱਚਿਆਂ ਨੂੰ ਉੱਥੇ ਰੁਲਦੇ ਵੇਖਿਆ ਜੇ। ਇਹ ਬਿਲਕੁਲ ਗਲਤੀਆਂ ਨਾ ਕਰਨਾ, ਕਿੱਲੇ ਵੇਚ ਕੇ ਜਾਂ ਆਨੰਦ ਕਾਰਜ ਕਰਕੇ ਬੱਚੀਆਂ ਜਾਣ ਉੱਥੇ ਰੁਲਦੀਆਂ ਵੇਖੀਆਂ। ਇਹ ਅਮੀਰਾਂ ਦੇ ਮੁੰਡੇ ਜਾ ਕੇ ਬੱਚੀਆਂ ਜਾ ਕੇ ਪੱਕਾ ਤਾਂ ਕਰ ਦਿੰਦੀਆਂ, ਫਿਰ ਉਹ ਮੁੰਡਾ ਉੱਥੇ ਬੱਚੀ ਨੂੰ ਸੁੱਟ ਛੱਡਦਾ ਔਰ ਬੱਚੀਆਂ ਰੁਲਦੀਆਂ। ਮੈਂ ਅੱਖਾਂ ਨਾਲ ਵੇਖ ਕੇ ਆਇਆ, ਮੈਂ ਝੂਠ ਨਹੀਂ ਬੋਲਦਾ। ਔਰ ਉਹ ਬੱਚੀਆਂ ਫਿਰ ਮਾਪਿਆਂ ਨੂੰ ਵੀ ਨਹੀਂ ਦੱਸ ਸਕਦੀਆਂ ਕਿ ਕਿੰਨੀਆਂ ਪਰੇਸ਼ਾਨ ਆ। ਔਰ ਫਿਰ ਕੀ ਬਣਦਾ, ਦੁੱਖ ਹੀ ਦੁੱਖ ਆ ਜਾਂਦਾ। ਉਹ ਮੁੰਡੇ ਨਵਾਂ ਆ ਕੇ ਵਿਆਹ ਕਰ ਲੈਂਦੇ ਆ। ਇਹ ਹੋ ਰਿਹਾ, ਆਮ ਹੋ ਰਿਹਾ ਕੈਨੇਡਾ ਕਨੂਡਾ ਚ। ਨਾ ਕਰਨਾ ਗਲਤੀਆਂ ਬੇਟੇ, ਆਓ ਵਾਧੂ ਪੜ੍ਹਾਈਆਂ ਕਰੋ। ਔਰ ਮੈਂ ਬੈਠਾ ਜਦ ਤੱਕ ਜਿੰਦਾ ਵਾਂ, ਮੇਰੇ ਸਿਰ ਅਰਦਾਸ ਕਰਨਾ ਕਿ ਬੱਚਿਓ ਮੇਰੇ ਕੋਲ ਬਹੁਤ ਪੈਸਾ ਬਾਬੇ ਦੀ ਕਿਰਪਾ ਪਿੱਛੋਂ ਆ ਰਿਹਾ। ਮੈਂ ਨਹੀਂ ਕਰ ਰਿਹਾ, ਕਿਉਂਕਿ ਲੋਕਾਂ ਨੂੰ ਹੁਣ ਸਮਝ ਆ ਰਹੀ ਹੈ। ਕਿਉਂਕਿ ਦਸਵੰਧ ਸਾਰੇ ਪਹਿਲੇ ਗੁਰਦੁਆਰੇ ਬਣਾਉਣ, ਲੰਗਰਾਂ, ਸਭ ਉਹ ਛਬੀਲਾਂ ਤੇ ਸੋਨਾ ਪੱਥਰ ਲਾਉਣ ਤੇ ਨਹੀਂ। ਅੱਜ ਅਸੀਂ ਸੋਨੇ ਵਰਗੇ ਬੱਚੇ ਤਿਆਰ ਕਰਨੇ ਆ, ਗੁਰਮਤ ਵਾਲੇ ਬੱਚੇ ਤੇ ਵਾਧੂ ਪੜ੍ਹਾਈਆਂ ਵਾਲੇ ਬੱਚੇ, ਤਾਂ ਕਿ ਵੱਡੀਆਂ ਸੀਟਾਂ ਤੇ 50 ਸਾਲ ਪਹਿਲੇ ਮੈਂ ਇਹ ਦਾੜੀ ਕੇਸਾਂ ਵਾਲੇ ਗੁਰਸਿੱਖ ਵੇਖੇ ਸੀ ਬੈਠੇ ਹੋਏ, ਅੱਜ ਮੈਨੂੰ ਨਹੀਂ ਨਜ਼ਰ ਆਉਂਦੇ ਬੇਟੇ। ਸੋ ਗੁਰੂ ਮਿਹਰ ਕਰੇਗਾ। ਜਿੱਥੇ ਮੇਰੀ ਇੱਛਾ ਹੈ ਉੱਥੇ ਮੈਨੂੰ ਲੱਗਦਾ ਹੋਰ ਵੀ ਕਈ ਵੀਰ ਸੰਸਥਾਵਾਂ ਰਲ ਕੇ ਆਪਾਂ ਕਰਾਂਗੇ, ਮੇਰੇ ਇਕੱਲੇ ਦਾ ਕੰਮ ਨਹੀਂ ਹੈ। ਸੋ ਇਸ ਤਰ੍ਹਾਂ ਹੀ ਬੱਚਿਓ ਮੇਰੇ ਨਾਲ ਬਹੁਤ ਘਟਨਾਵਾਂ ਹੋ ਰਹੀਆਂ, ਤਾਂ ਕਿ ਮੈਂ ਸਮੇਂ ਦੇ ਅੰਦਰ ਰਹਿਣਾ ਚਾਹੁੰਦਾ ਵਾਂ। ਤੁਹਾਨੂੰ ਮੈਂ ਦੱਸਾਂ ਕੀ ਹੋਇਆ ਸੀ ਮੇਰੇ ਨਾਲ, ਕਿ ਮੈਂ ਕਾਰੋਬਾਰ ਐਡਾ ਵੱਡਾ ਸੀਗਾ ਤੇ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ ਬੇਟੇ ਮੈਂ ਦਿੱਲੀ ਵਿਚਕਾਰ ਇੱਕ ਫੈਕਟਰੀ ਖੋਲੀ ਸੀਗੀ, ਤੇ ਮੈਂ ਜਿੰਨਾ ਵੀ ਮਾਲ ਮੇਰਾ ਬਣਦਾ ਸੀ ਮੈਂ ਇਹਦੇ ਨਾਲ ਕੀ ਇੱਥੇ ਇੰਗਲੈਂਡ ਭੇਜਦਾ ਸੀਗਾ। ਔਰ ਬੜੀ ਮੇਰੇ ਤੇ ਕਿਰਪਾ ਸ਼ੁਰੂ ਤੋਂ ਰਹੀ ਹੈ। ਉਹ ਫੈਕਟਰੀ 1 ਏਕੜ ਚ ਪੂਰੀ ਫੈਕਟਰੀ ਸੀ ਦਿੱਲੀ ਦੇ ਵਿਚਕਾਰ, ਚੰਗੀ ਵੱਡੀ ਫੈਕਟਰੀ, 400 ਵਿਚਾਰੇ ਬੱਚੇ ਬੱਚੀਆਂ ਉੱਥੇ ਕੰਮ ਕਰਦੇ ਸੀ। ਉਹ ਸਾਰੇ ਸਟੂਡੈਂਟ ਪੜ੍ਹਾਈ ਕਰਕੇ ਆਏ ਸੀ, 12ਵੀਂ ਉੱਤੇ ਦੇ ਬੱਚੇ ਸੀਗੇ। ਇਹ 1993-92 ਦੀਆਂ ਗੱਲਾਂ ਬੱਚਿਓ। ਤੇ ਮੈਂ ਉਹ ਫੈਕਟਰੀ ਉੱਥੇ ਖੋਲੀ, ਕੋਕਾ ਕੋਲਾ ਕੰਪਨੀ ਵਾਲੇ, ਉਹਨਾਂ ਦੀ 3 ਏਕੜ ਫੈਕਟਰੀ ਆ ਤੇ 4ਥਾ ਏਕੜ ਉਹਨਾਂ ਮੇਰੀ ਫੈਕਟਰੀ ਬਣਾਈ ਹੋਈ ਸੀਗੀ। ਉਹਨਾਂ ਦੇ ਨਾਲ ਮੇਰੀ ਪਾਰਟਨਰਸ਼ਿਪ ਸੀਗੀ। ਤੇ ਉਹ ਉੱਥੇ ਨਿਰਮਲ ਸਿੰਘ ਦੀ ਕੰਧਾਰੀ, ਬੜੇ ਵੱਡੇ ਬੰਦੇ ਜੇ ਬੇਟੇ, ਕੋਕਾ ਕੋਲਾ ਦੇ ਮਾਲਕ, ਤੁਸੀਂ ਆਪੇ ਅੰਦਾਜ਼ਾ ਲਾ ਲਓ। ਤੇ ਉਹ ਬੱਚਿਆ ਮੈਂ ਉੱਥੇ ਫੈਕਟਰੀ, ਜਦੋਂ ਮਹਾਰਾਜ ਦਾ ਪ੍ਰਕਾਸ਼ ਵੀ ਰੱਖਿਆ ਹੋਇਆ ਸੀ, AC ਰੂਮ ਬਾਬਾ ਜੀ ਦਾ ਰੱਖਿਆ ਹੋਇਆ। ਇੱਕ ਭਾਈ ਸਾਹਿਬ ਦੀ ਡਿਊਟੀ ਲਾਈ ਸੀ ਕਿ ਹਰ ਸੰਗਰਾਂਦ ਦੇ ਸੰਗਰਾਂਦ ਆਪਾਂ ਸਹਿਜ ਪਾਠ ਦਾ ਭੋਗ ਪਾਇਆ ਕਰਾਂਗੇ। ਤੇ ਉਹ ਫੈਕਟਰੀ ਬੇਟੇ ਮੇਰੀ ਬੜੀ ਕਾਮਯਾਬ ਸੀ। ਉਹ ਪਹਿਲੇ ਸਾਲ 3 ਕਰੋੜ, ਫਿਰ 7 ਕਰੋੜ, ਫਿਰ 13 ਕਰੋੜ 3-4 ਸਾਲਾਂ ਤੇ ਬੱਚਿਓ ਉੱਥੇ ਫਿਰ ਆਪਾਂ ਹਰ ਸਹਿਜ ਸੰਗਰਾਂਦ ਤੇ ਭੋਗ ਪਾਉਂਦੇ ਸੀ। ਮੈਂ ਇੰਗਲੈਂਡ ਤੋਂ ਤਕਰੀਬਨ ਸੰਗਰਾਂਦ ਤੇ ਉੱਥੇ ਪਹੁੰਚ ਜਾਂਦਾ ਸੀ ਔਰ ਉੱਥੇ ਕੀਰਤਨ ਕਰਕੇ ਭੋਗ ਪਾ ਕੇ ਅਰਦਾਸ ਕਰਕੇ ਮਹਾਰਾਜ ਦੇ ਓਟ, ਉਹ ਫੈਕਟਰੀ ਬੜੀ ਚਲਦੀ ਸੀਗੀ।
ਹੁਣ ਮੈਂ ਜਦੋਂ ਇੰਗਲੈਂਡ ਤੋਂ ਜਾਂਦਾ ਸੀਗਾ ਤੇ ਮੈਂ 400 ਬੱਚਾ ਉੱਥੇ ਕੰਮ ਕਰਦਾ ਸੀ, ਸਿਰਫ 1300 ਮਹੀਨਾ ਸੀ ਦਿੰਦੇ ਸੀ ਉਹਨਾਂ ਨੂੰ, ਮੈਨੂੰ ਯਾਦ ਹੈ ਅਜੇ ਤੱਕ ਹੈ। ਬੱਚੇ ਨੌਜਵਾਨ ਬੱਚੀਆਂ 200 ਮੁੰਡੇ ਹੋਣੇ, 200 ਬੱਚੀਆਂ ਹੋਣੀਆਂ, ਸਾਰੀਆਂ ਸਾਊਥ ਇੰਡੀਅਨ ਸੀਗੇ ਤੇ ਮੈਨੂੰ ਬੜਾ ਤਰਸ ਜਾਂਦਾ ਸੀ ਇਹਨਾਂ ਤੇ ਮੈਂ ਉਹਨਾਂ ਦੇ ਫੋਰਮੈਨਾਂ ਨੂੰ ਇਕੱਠਾ ਕਰ ਲੈਣਾ, ਇੱਕ ਫੋਰਮੈਨ ਦੇ ਅੰਡਰ 40 ਬੱਚੇ ਹੁੰਦੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਵੀਰੋ ਫੋਰਮੈਨੋ ਦੱਸੋ, ਮੈਂ ਇੰਗਲੈਂਡ ਖਾ ਰਿਹਾ ਕਮਾਈ, ਅਸਲੀ ਕਮਾਈ ਮੈਂ ਖਾ ਰਿਹਾ ਤੇ ਅਸਲੀ ਕੰਮ ਕਰਨ ਵਾਲੇ ਤੇ ਇਹ ਬੱਚੇ ਆ ਜਿਨ੍ਹਾਂ ਨੂੰ ਅਸੀਂ 1300 ਰੁਪਇਆ ਮਹੀਨਾ ਦੇਣੇ ਪਏ ਹਾਂ, है ना। ਅਸੀਂ ਕਹਿ ਦਿੰਦੇ ਆ ਇਨੀ ਕੀ ਕਿਰਪਾ ਕੇ ਸਜੇ ਹਮ ਹੈ ਨਾ, ਕਰੋੜਾਂ ਰੁਪਏ ਦੀ ਕਮਾਈ ਤਾਂ ਅਸੀਂ ਖਾ ਰਹੇ ਸੀਗੇ ਤੇ ਮੇਰੇ ਅੰਦਰ ਤਰਸ ਸੀਗਾ ਇਹਨਾਂ ਬੱਚਿਆਂ ਵਾਸਤੇ ਤੇ ਇਹਨਾਂ ਨੂੰ ਕੋਈ ਚੀਜ਼ ਦੀ ਲੋੜ ਹੋਵੇ ਤੇ ਮੈਨੂੰ ਦੱਸੋ। ਬੇਟੇ ਜੂਨ ਦਾ ਮਹੀਨਾ ਸੀਗਾ ਤੇ ਉਸ ਵੀਰ ਨੇ ਮੈਨੂੰ ਦੱਸਿਆ ਸੀਗਾ, ਜਿਹੜੇ 10 ਵੀਰ ਮੇਰੇ ਕੋਲ ਇਕੱਠੇ ਹੋ ਗਏ, 400 ਬੰਦਿਆਂ ਨੂੰ 10 ਫੋਰਮੈਨ ਮੇਰੇ ਕੋਲ, ਕਹਿੰਦੇ ਜੀ ਇਹ ਬੱਚੇ ਕਹਿੰਦੇ ਆ ਕਿ ਭਾਈ ਸਾਹਿਬ ਨੂੰ ਕਹੋ ਜੂਨ ਦਾ ਮਹੀਨਾ ਇੱਥੇ ਠੰਡੇ ਪਾਣੀ ਦਾ ਕੂਲਰ ਲਗਾ ਦਿਓ, 1 ਕੂਲਰ ਲਵਾ ਦਿਓ, 2 ਕੂਲਰ ਲਵਾ ਦਿਓ। ਬੱਚਿਓ ਮੇਰੇ ਜਿਸਮ ਦੇ ਰੋਂਗਟੇ ਖੜੇ ਹੋ ਜਾਂਦੇ ਆ, ਮੇਰੇ ਵਾਲ ਖੜੇ ਹੋ ਜਾਂਦੇ ਆ ਜਦੋਂ ਮੈਨੂੰ ਇਹ ਗੱਲ ਅਜੇ ਤੱਕ ਯਾਦ ਆਉਂਦੀ ਹੈ। ਤੇ ਹੁਣ ਉਹ ਪਾਣੀ ਮੰਗਿਆ ਉਹਨਾਂ ਨੇ, ਕਿੰਨੀ ਮਹਾਨ ਸੇਵਾ ਮੈਨੂੰ ਮਿਲ ਗਈ, ਮੈਨੂੰ ਬੜੀ ਖੁਸ਼ੀ ਹੋਈ ਸੀ ਸੁਣ ਕੇ। ਪਰ ਉਹਦੇ ਕੋਕਾ ਕੋਲਾ ਵਾਲੇ ਮਾਲਕ ਜਿਨ੍ਹਾਂ ਦੀ 3 ਏਕੜ 'ਚ ਕੋਕਾ ਕੋਲਾ ਦੀ ਫੈਕਟਰੀ ਲੱਗੀ ਹੋਈ, 18 ਕਰੋੜ ਦੀ ਮਸ਼ੀਨ ਲੱਗੀ, ਮੈਂ ਆਪ ਦੇਖੀ ਹੈ, 1000 ਬੋਤਲ 1 ਮਿੰਟ 'ਚ ਤਿਆਰ ਉੱਥੇ ਹੁੰਦੀ ਹੈ ਕੋਕਾ ਕੋਲਾ ਦੀ। ਤੇ ਉਹਨਾਂ ਨੂੰ ਮੈਂ ਕਿਹਾ ਵੀਰ ਜੀ, ਕਿਉਂਕਿ ਹੁਣ ਉੱਥੋਂ ਦੇ ਮਾਲਕ ਮਤਲਬ ਕਿ ਉਹ ਮੇਰੇ ਪਾਰਟਨਰ ਸੀਗੇ, ਮੈਂ ਕਿਹਾ ਵੀਰ ਜੀ 2 ਕੂਲਰ ਲਵਾ ਦਿਓ ਇੱਥੇ। ਤੇ ਉਹਨਾਂ ਦਾ ਬੇਟਾ ਵੀ ਨਾਲ ਹੀ ਖਲੋਤਾ ਸੀਗਾ ਜਿਹੜਾ ਕਿ ਇੰਗਲੈਂਡ ਤੋਂ ਪੜ੍ਹਾਈ ਕਰਕੇ ਗਿਆ, ਪਰ ਉਹ ਬੱਚਾ ਇੱਕਦਮ ਵਿਚਕਾਰ ਜੰਪ ਕਰਕੇ ਨਾ ਛਲਾਂਗ ਮਾਰ ਕੇ ਵਿੱਚ ਆ ਗਿਆ, ਕਹਿੰਦਾ ਅੰਕਲ ਜੀ ਨਹੀਂ ਅਸੀਂ ਕੋਈ ਕੂਲਰ ਨਹੀਂ ਲਾ ਕੇ ਦੇਣੇ ਇਹਨਾਂ ਨੂੰ, ਇਹ ਤਾਂ ਸਾਨੂੰ ਖਾ ਜਾਣਗੇ। ਬੱਚਿਓ ਮੈਂ ਸੱਚ ਬੋਲਦਾ ਜੇ ਮੈਂ ਡਰ ਗਿਆ, ਮੈਂ ਘਾਬਰ ਗਿਆ, ਮੈਂ ਕਿਹਾ ਕੀ ਗੱਲ ਅਸੀਂ ਇਹਨਾਂ ਬੱਚਿਆਂ ਨੂੰ ਠੰਡਾ ਪਾਣੀ ਨਹੀਂ ਪਿਆ ਸਕਦੇ? ਨਹੀਂ ਬੇਟੇ। ਮੇਰੇ ਅੰਦਰ ਫਿਰ ਕੀ ਹੋਇਆ, ਮੈਂ ਕਿਹਾ ਨਹੀਂ, ਮੈਂ ਉਹਦੇ ਡੈਡੀ ਕੋਲ ਚਲਾ ਗਿਆ, ਵੱਡੇ ਨਿਰਮਲ ਸਿੰਘ ਗਦਾਰੀ, ਵੀਰ ਜੀ ਮੈਨੂੰ ਇਹ ਖੂਨ ਪਸੀਨੇ ਦੀ ਕਮਾਈ ਨਹੀਂ ਚਾਹੀਦੀ ਨਾ ਗਰੀਬਾਂ ਦੀ। ਵੀਰ ਜੀ ਬੇਟੇ ਮੈਂ ਉਦੋਂ ਵੀ ਵਿਰਾਗ ਚ ਆ ਗਿਆ ਸੀਗਾ, ਮੈਨੂੰ ਵਿਰਾਗ ਆ ਜਾਂਦਾ ਹੈ। ਮੈਂ ਕਿਹਾ ਵੀਰ ਜੀ 1 ਕਰੋੜ 60 ਲੱਖ ਉਦੋਂ ਬੱਚੇ ਸਿਰਫ ਮੇਰਾ ਲੱਗਿਆ ਸੀਗਾ। ਵੀਰ ਜੀ ਬੜੇ ਇਮਾਨਦਾਰ ਬੰਦੇ ਆ, ਦੁਨੀਆ ਦੇ ਸਭ ਤੋਂ ਵਧੀਆ ਬੰਦੇ ਸੀਗੇ। ਵੀਰ ਜੀ ਇਹ ਮੇਰਾ 1 ਕਰੋੜ 60 ਲੱਖ ਮੈਨੂੰ ਪਤਾ ਤੁਸੀਂ ਮੈਨੂੰ ਦੇ ਦਿਓਗੇ, ਆ ਲਓ ਚਾਬੀਆਂ ਫੈਕਟਰੀ ਦੀਆਂ, ਤੁਸੀਂ ਸੰਭਾਲੋ ਫੈਕਟਰੀ, ਮੈਂ ਫੈਕਟਰੀ ਨਹੀਂ ਚਲਾਣੀ। ਮੈਂ ਚੱਲਿਆ ਉੱਥੇ। ਸੋ ਬੱਚਿਓ ਮੈਂ ਫੈਕਟਰੀ ਛੱਡ ਦਿੱਤੀ ਉੱਥੇ। ਹੁਣ ਦੇਖੋ ਗੁਰੂ ਦੀ ਖੇਡ ਦੇਖੋ ਬੇਟੇ, ਇੱਧਰ ਮੇਰਾ ਕਾਰੋਬਾਰ ਚੰਗਾ ਵੱਡਾ ਹੋ ਚੁੱਕਾ ਸੀ ਤੇ ਮੇਰਾ ਜਵਾਈ ਵੀ ਇੱਥੇ ਆ ਗਿਆ ਸੀ, ਮੇਰਾ ਸਾਲਾ ਵੀ ਮੇਰੇ ਨਾਲ ਕੰਮ ਕਰਦਾ ਸੀਗਾ। ਪਰ ਅਸੀਂ ਬੇਟੇ ਵੱਡੀਆਂ ਇੱਥੇ ਦੀਆਂ ਹੁੰਦੇ ਨੇ ਤੁਹਾਡੇ ਉੱਥੇ ਜਿਸ ਤਰ੍ਹਾਂ ਖੁੱਲ ਗਏ ਮਾਲ ਖੁੱਲਿਆ, ਵੱਡੀਆਂ ਕੰਮ ਤੇ ਵੱਡੀਆਂ ਇੱਥੇ ਇੰਗਲੈਂਡ ਦੀਆਂ ਕੰਪਨੀਆਂ ਅਸੀਂ ਮਾਲ ਵੇਚਦੇ ਸੀਗੇ। ਹੁਣ ਅਸੀਂ 3 ਸਾਲ ਜ਼ੋਰ ਲਾਇਆ, ਇੱਕ ਕੰਪਨੀ ਸਾਡੇ ਕੋਲ ਮਾਲ ਲੈਂਦੀ ਸੀ, ਪਰ ਇੱਥੇ ਤੇ ਹਜ਼ਾਰਾਂ ਸੈਂਕੜਾਂ ਕੰਪਨੀਆਂ ਹੈਗੀਆਂ ਤੇ ਦੂਜੀ ਕੋਈ ਕੰਪਨੀ ਸਾਡੇ ਕੋਲ ਮਾਲ ਨਹੀਂ ਲੈਂਦੀ ਸੀ। 3 ਸਾਲ ਮੇਰਾ ਜਵਾਈ ਸਨ ਇਨ ਲਾ ਮੇਰਾ ਜਾਂਦਾ ਰਿਹਾ, ਆਪਣੇ ਆਰਡਰ ਨਾ ਮਿਲਣ, ਗੱਲ ਹੀ ਕਮਾਲ ਹੋ ਗਿਆ। ਤੇ ਮੈਂ ਉਸ ਜਵਾਈ ਨੂੰ ਹਮੇਸ਼ਾ ਪੁੱਛਦਾ ਹੁੰਦਾ ਸੀ, ਬੇਟੇ ਤੂੰ ਨਿਤਨੇਮ ਕਰਕੇ ਗਿਆ ਨਾ, ਤੂੰ ਕਿਤੇ ਬੇਈਮਾਨੀ ਰਫੇਦੀ ਨਹੀਂ ਕੀਤੀ ਨਾ, ਤੂੰ ਫਿਕਰ ਨਾ ਕਰ, ਬਾਬਾ ਜੀ ਦੇ ਘਰ ਥੋੜੀ ਦੇਰ ਹੈ ਪਰ ਅੰਧੇਰ ਨਹੀਂ। ਸੋ ਬੱਚਿਓ ਕੀ ਹੋਇਆ, 3 ਸਾਲ ਸਾਨੂੰ ਕੋਈ ਆਰਡਰ ਨਹੀਂ ਮਿਲਦੇ ਸੀ ਵੱਡੀਆਂ ਕੰਪਨੀਆਂ ਦੇ। ਪਰ ਜਦੋਂ ਮੈਂ ਦਿੱਲੀ ਦੀ ਫੈਕਟਰੀ ਬੰਦ ਕੀਤੀ, ਮੈਂ ਵੀਰ ਜੀ ਨੂੰ ਕਿਹਾ ਪਿਆਰ ਨਾਲ, ਵੀਰ ਜੀ ਚਾਬੀਆਂ ਸੰਭਾਲ ਲਓ, ਮੈਂ ਇੱਕ ਗਲਤ ਕਮਾਈ ਮੈਂ ਨਹੀਂ ਖਾ ਸਕਦਾ। ਅਸੀਂ ਪਾਣੀ ਨਹੀਂ ਪਿਆਸਦੇ, ਮੇਰੀ ਆਪਣੀ ਫੈਕਟਰੀ ਹੁੰਦੀ ਤੇ ਮੈਂ ਤਾਂ ਕੋਕਾ ਕੋਲੇ ਦੀਆਂ ਚੂਟੀਆਂ ਲਾ ਦੇਣੀ ਸੀ ਉੱਥੇ, ਪੀਓ ਜਿੰਨਾ ਕੁ ਪੀ ਸਕਦੇ ਹੋ। ਪਰ ਇਹ ਗੁਰੂ ਦੀ ਖੇਡ ਦੇ ਬੱਚਿਓ, ਤੇ ਉਹ ਕੀ ਹੋਇਆ, ਮੇਰਾ ਜਵਾਈ ਬੜਾ ਹੈਰਾਨ ਸੀ ਕਿ ਉਸ ਵੇਲੇ ਮਹਾਰਾਜ ਨੇ ਐਸੀ ਵਿਧ ਬਣਾਈ ਕਿ ਇੱਕ ਇੰਡੀਆ ਦੀ ਬੜੀ ਮਸ਼ਹੂਰ ਕੰਪਨੀ ਸੀ, ਉਹ ਕੰਪਨੀ ਬੇਟੇ ਭਾਂਡੇ ਵੇਚਦੀ ਸੀਗੀ ਤੇ ਇੰਗਲੈਂਡ ਦੇ ਵੱਡੇ ਤੋਂ ਵੱਡੀਆਂ ਕੰਪਨੀਆਂ ਨੂੰ ਉਹ ਮਾਲ ਚਾਹੀਦਾ ਸੀਗਾ। ਪਰ ਉਹ ਇੱਥੋਂ ਦੇ ਇੰਡੀਆ ਦੇ ਜਿਹੜੇ ਮਾਲ ਭੇਜਦੇ ਆ ਨਾ, ਉਹਨਾਂ ਤੇ ਬਾਹਰ ਅੰਗਰੇਜ਼ ਨਹੀਂ ਸੀ ਕਰਦੇ, ਕਿਉਂਕਿ ਉਹਨਾਂ ਬੜੇ ਧੋਖੇ ਹੋ ਚੁੱਕੇ ਸੀਗੇ। ਤੇ ਉਹਨਾਂ ਨੇ ਕਿਹਾ ਸੀਗਾ ਅੰਗਰੇਜ਼ਾਂ ਨੇ ਕਿ ਅਸੀਂ ਮਾਲ ਤੁਹਾਡਾ ਜ਼ਰੂਰ ਲੈਣਾ ਹੈ ਤੇ ਉਹ ਮਾਲ ਸਾਨੂੰ ਇੰਗਲੈਂਡ ਦੀ ਕੋਈ ਕੰਪਨੀ ਦੇਵੇ ਜਿਹੜੀ 20-25 ਸਾਲ ਤੋਂ ਇੰਗਲੈਂਡ ਵਿੱਚ ਇਸਟੈਬਲਿਸ਼ਡ ਹੈਗੀ ਹੈ, ਉੱਥੇ ਸੋਹਣਾ ਕਾਰੋਬਾਰ ਕਰਦੀ ਹੈ। ਤੇ ਮੈਨੂੰ 20-25 ਸਾਲ ਹੋ ਚੁੱਕੇ ਸੀ ਕੰਮ ਕਰਦਿਆਂ ਬੇਟੇ ਉਦੋਂ। ਤੇ ਉਹ ਫਿਰ ਕੀ ਹੋਇਆ, ਉਹ ਕੰਪਨੀ ਉੱਥੇ ਸਾਡੇ ਕੋਲ ਆ ਗਈ, ਜਿਹਨੇ ਮਾਲ ਵੇਚਣਾ ਸੀਗਾ। ਉਹਨੇ ਆ ਕੇ ਸਾਨੂੰ ਸੋਲ ਡਿਸਟ੍ਰੀਬਿਊਸ਼ਨ ਹੈ ਨਾ, ਇੰਗਲੈਂਡ ਵਿੱਚ ਅਸੀਂ ਮਾਲ ਸਾਰਾ ਵੇਚਾਂਗੇ। ਤੇ ਬੇਟੇ ਜੀ ਉਹ ਸਾਨੂੰ ਏਜੰਸੀ ਮਿਲ ਗਈ। ਔਰ ਫਿਰ ਉਸ ਤੋਂ ਬਾਅਦ ਅਗਲੇ ਦਿਨ ਮੈਂ ਦੇਖਿਆ ਕਿ ਆਪਣੇ ਜਵਾਈ ਵੀ ਮੇਰਾ ਹੈਰਾਨ ਕਿ ਜਿੰਨਾ ਵੱਡੇ ਤੋਂ ਵੱਡੇ ਸਟੋਰਾਂ ਵਾਲੇ ਬੰਦੇ ਸੀ ਬੇਟੇ, ਸਾਡੇ ਸਟੋਰ ਦੇ ਬਾਹਰ ਲਾਈਨਾਂ ਲਾ ਕੇ ਖਲੋਤੇ ਸੀ ਕਿ ਬਾਈ ਇਹ ਮਾਲ ਸਾਨੂੰ ਚਾਹੀਦਾ, ਇਹ ਮਾਲ ਸਾਨੂੰ ਚਾਹੀਦਾ। ਇਹ ਗੁਰੂ ਜੇ ਬੱਚਿਓ, ਇਹ ਸੱਚ ਤੇ ਚੱਲਣ ਦੀ ਖੇਡ ਜੇ। ਸੋ ਇਸ ਤਰ੍ਹਾਂ ਪਰਮਾਤਮਾ ਸਾਡੇ ਕੰਮ ਕਰਦਾ ਜੇ ਬੱਚਿਓ। ਬਸ ਮੈਂ ਸੱਚ ਤੇ ਚੱਲਦਾ ਵਾਂ, ਚੱਲਣ ਦੀ ਕੋਸ਼ਿਸ਼ ਕਰਦਾ ਵਾਂ। ਪਰ ਬੱਚਿਆਂ ਨੂੰ ਮੈਂ ਕਹਾਣੀ ਸੁਣਾ ਵੀ ਚੁੱਕਾ ਇੱਕ ਵਾਰੀ ਕਿ 9 ਸਾਲ ਲਈ ਮੈਂ ਭਟਕ ਵੀ ਗਿਆ ਸੀ, ਭੁੱਲ ਵੀ ਗਿਆ ਸੀ। ਪਰ ਅੱਜ ਮੇਰੇ ਕੋਲ ਸਮਾਂ ਨਹੀਂ ਹੋਏਗਾ ਉਹ ਸੁਣਾਉਣ ਵਾਸਤੇ। ਬਹੁਤ ਸਾਰੇ ਬੱਚਿਆਂ ਨੇ ਹੁਣੇ ਪਿੱਛੇ 2 ਹਫ਼ਤੇ ਪਹਿਲੇ ਸੁਣੀ ਸੀ ਉਹ ਕਹਾਣੀ ਮੇਰੀ, ਪਰ ਭੁੱਲਣ ਅੰਦਰ ਸਭ ਕੋ। ਅੱਜ ਬਾਬਾ ਜੀ ਦੀ ਕਿਰਪਾ ਮੇਰੇ ਤੇ। ਸੋ ਇਸ ਤਰ੍ਹਾਂ ਹੀ ਬੇਟੇ ਮੈਂ ਵੀ ਤੁਹਾਡੇ ਕੋਲ ਸਿੱਖਦਾ ਰਿਹਾ ਨਾ। ਜਦੋਂ ਨਵਾਂ ਇੰਗਲੈਂਡ ਪਹੁੰਚਿਆ ਸੀਗਾ
ਤੇ ਬੱਚਿਓ ਫਿਰ ਕੀ ਹੋਇਆ, ਮੈਂ ਅਜੇ ਨੌਕਰੀ ਨਹੀਂ ਸੀ ਮਿਲਦੀ ਪਈ ਮੈਨੂੰ, ਤੇ ਮੈਂ ਫਿਰ ਐਤਵਾਰ ਨੂੰ ਗੁਰਦੁਆਰੇ ਜਾ ਕੇ ਬਹਿ ਜਾਂਦਾ ਸੀ। ਲੰਡਨ ਦਾ ਸਭ ਤੋਂ ਵੱਡਾ ਗੁਰਦੁਆਰਾ, ਉੱਥੇ ਜਾ ਕੇ ਬੈਠੇ ਹੋਣਾ ਮੇਰੇ ਭੂਆ ਜੀ ਦਾ ਬੇਟਾ ਮੇਰੇ ਨਾਲ, ਔਰ ਬੱਚਿਓ ਮੈਂ ਕੀਰਤਨ ਸੁਣ ਰਿਹਾ ਬੜੇ ਧਿਆਨ ਨਾਲ। ਹੁਣ ਤੁਸੀਂ ਵੀ ਦੇਖਣਾ ਮੈਂ ਸ਼ਬਦ ਦੀ ਪੰਕਤੀ ਬੋਲਣ ਲੱਗਾ ਵਾਂ, ਹੈ ਨਾ, ਪਰ ਸਾਨੂੰ ਵਿਸ਼ਵਾਸ ਨਹੀਂ ਹੈਗਾ, ਹੈ ਨਾ, ਪੜ੍ਹ ਜਾਂਦੇ ਹਾਂ ਪਰ ਅਸੀਂ ਵਿਸ਼ਵਾਸ ਨਹੀਂ ਕਰਦੇ, ਹੈ ਨਾ। ਔਰ ਉੱਥੇ ਮੇਰਾ ਸ਼ਬਦ ਚੱਲ ਰਿਹਾ ਸੀ, ਔਰ ਇਹ ਸ਼ਬਦ ਹੀ ਰੋਜ਼ ਪੜ੍ਹਦੇ ਹਾਂ, ਮੇਰਾ ਮੁਝ में कुछ नहीं जो कुछ है सो तेरा, तेरा तुझको सौंपते क्या लागे मेरा। ਕਿਉਂਕਿ ਬੇਟੇ ਜੋ ਕੁਝ ਸਾਡੇ ਕੋਲ ਹੈ ਦਿੱਤਾ ਤਾਂ ਪਰਮਾਤਮਾ ਨਹੀਂ ਹੈ, ਤੇ ਜੇ ਪਰਮਾਤਮਾ ਲੈ ਲਵੇ ਤੇ ਫਿਰ ਸਾਡਾ ਤੇ ਕੁਝ ਜਾਂਦਾ ਹੀ ਨਹੀਂ, ਹੈ ਨਾ, ਇਹ ਸੱਚ ਹੈ। ਤੇ ਫਿਰ ਅਸੀਂ ਤੇ ਕਹਿੰਦੇ ਨਹੀਂ, ਸ਼ਬਦ ਪੜ੍ਹੀ ਜਾ ਰਹੇ ਹਾਂ, ਜੋ ਦੇਣ ਦੀ ਵਾਰੀ ਆਉਂਦੀ ਹੈ ਮੇਰਾ ਹੀ ਮੇਰਾ, ਸਭ ਕੁਝ ਮੇਰਾ ਹੀ ਮੇਰਾ, ਮੈਂ ਕੀਤਾ ਮੈਂ ਬਣਾਇਆ। ਨਹੀਂ ਬੇਟੇ, ਸੋ ਕੀ ਹੋਇਆ ਬੇਟੇ, ਮੈਂ ਸ਼ਬਦ ਚੱਲ ਰਿਹਾ ਸੀਗਾ, ਮੈਨੂੰ ਯਾਦ ਹੈ, ਬਹੁਤ ਪੁਰਾਣੀ ਗੱਲ ਹੈ, 1969 ਦੀ ਗੱਲ ਹੈ, ਮੈਂ ਨਵਾਂ ਇੰਗਲੈਂਡ ਪਹੁੰਚਿਆ ਸੀ ਉਦੋਂ, 68 69 ਪਹੁੰਚਿਆ ਸੀ। ਤੇ ਉੱਥੇ ਨਾ ਮੇਰੇ ਭੂਆ ਦੇ ਬੇਟੇ ਨੇ ਨਾ ਉੱਠ ਕੇ ਰਾਗੀ ਸਿੰਘ ਆ ਕੇ 500 ਰੁਪਏ ਦਾ ਨੋਟ ਰੱਖ ਦਿੱਤਾ। ਬੱਚਿਓ ਮੈਂ ਤਾਂ ਅਜੇ ਪਹੁੰਚੇ ਸੀ, ਮੇਰੇ ਕੋਲ ਤਾਂ ਗੋਲੀ ਠਾਫੀ ਖਾਣ ਦੇ ਪੈਸੇ ਨਹੀਂ ਸੀ, ਅਜੇ ਇੰਗਲੈਂਡ ਆਇਆ ਹੀ ਸੀ। 500 ਰੁਪਏ ਦਾ ਨੋਟ ਵੇਖਿਆ ਮੈਂ, ਵਾਹਿਗੁਰੂ, ਮੇਰੇ ਮੂੰਹ ਨਿਕਲਿਆ ਇੱਕਦਮ, ਕਦੀ ਤੁਹਾਡੇ ਅੱਗੇ 500 ਰੁਪਇਆ ਰੱਖਣ ਜੋਗਾ ਮੈਂ ਹੋਵਾਂਗਾ। ਹਾਏ ਬੇਟੇ, ਅਸੀਂ ਬਾਬਾ ਜੀ ਨੂੰ ਕੀ ਦੇ ਸਕਦੇ ਹਾਂ, ਹੈ ਨਾ, ਉਹ ਕੋਡੀ ਦਾ, ਸ਼ਰਧਾ ਵਾਲੀ ਕੋਡੀ ਦਾ ਭੁੱਖਾ ਮੇਰਾ ਬਾਬਾ। ਬਸ ਉੱਠ ਕੇ ਬੇਟੇ ਮੈਂ ਫਿਰ ਜਿਹੜੀ ਪੈਨੀ, 2 ਪੈਨੀ ਪੈਸੇ, 2 ਪੈਸੇ ਮੈਂ ਰੱਖੇ ਬਾਬਾ ਜੀ ਅੱਗੇ, ਤੇ ਬਸ ਬੇਟੇ ਜੀ ਫਿਰ ਉਸ ਤੋਂ ਬਾਅਦ ਮੈਂ ਸੱਚ ਤੇ ਚੱਲਦਾ ਰਿਹਾ, ਗੁਰੂ ਸਾਹਿਬ ਦਾ ਕਹਿਣਾ ਮੰਨ ਕੇ ਜੀਵਨ ਚਲਾਉਂਦਾ ਰਿਹਾ, ਕਾਰੋਬਾਰ ਕਰਦਾ ਰਿਹਾ। ਐਗਜ਼ੈਕਟਲੀ 20 ਸਾਲ ਦੇ ਬਾਅਦ 1988 ਵਿਚਕਾਰ ਫਿਰ ਬਾਬਾ ਜੀ ਨੇ ਕੀ ਕੀਤਾ, ਇਹ ਬੜਾ ਝੂਮਦਾ ਸੀ ਉੱਥੇ ਬੈਠਾ ਗੁਰਦੁਆਰੇ, ਮੇਰਾ ਮੁਝ में कुछ नहीं जो कुछ है सो तेरा, तेरा तुझको सौंपते क्या लाके मेरा। ਫਿਰ ਬਾਬਾ ਜੀ ਨੇ ਇੱਕ ਦਿਨ ਮੇਰਾ ਇਮਤਿਹਾਨ ਲਿਆ। ਬੱਚਿਓ ਇਹ ਤੁਹਾਨੂੰ ਦੱਸ ਕੇ ਹੈਰਾਨ ਹੋਵੋਗੇ ਤੁਸੀਂ, ਕਿਵੇਂ ਲਿਆ। 5 ਗੁਰਸਿੱਖ ਆ ਗਏ ਇੱਥੋਂ 150 ਮੀਲ ਦੂਰ, ਜਿੱਥੇ ਮੈਂ ਇਸ ਵੇਲੇ ਹੈਗਾ ਵਾਂ, ਮਾਨਚੈਸਟਰ, ਇੰਗਲੈਂਡ ਦੇ ਸੈਂਟਰ ਵਿੱਚ ਹੈਗਾ ਮਾਨਚੈਸਟਰ ਬੇਟੇ। ਸੋ ਉੱਥੋਂ 100 ਨਿਊਕਾਸਲ ਸ਼ਹਿਰ ਹੈ, ਉੱਥੋਂ ਪੰਜ ਪਿਆਰੇ ਵਰਗੇ ਬਣ ਕੇ 5 ਗੁਰਸਿੱਖ ਵੀਰ ਆ ਗਏ। ਵੀਰ ਖਾਲਸਾ ਜੀ, ਤੁਸੀਂ 20 ਸਾਲਾਂ ਵਿਚਕਾਰ ਮੈਂ ਦੇਖਿਆ ਬੜੀਆਂ ਬਿਲਡਿੰਗਾਂ ਬਣਾਈਆਂ, ਆਪਣਾ ਮਹਿਲ ਵਰਗਾ ਘਰ ਬਣਾਇਆ, ਇੰਨੀਆਂ ਫੈਕਟਰੀਆਂ ਬਣਾਈਆਂ, ਤੇ ਤੁਹਾਡੇ ਕੋਲ ਬੜਾ ਤਜਰਬਾ ਹੈ, ਤੇ ਸਾਡੇ ਉੱਥੇ ਨਿਊਕਾਸਲ ਗੁਰਦੁਆਰਾ ਸਾਹਿਬ ਕੋਈ ਨਹੀਂ ਹੈਗਾ, ਤੇ ਅਸੀਂ, ਸਾਡੇ ਕੋਲ ਜ਼ਮੀਨ ਹੈਗੀ ਹੈ, ਤੇ ਅਸੀਂ ਨਾ ਉੱਥੇ ਸਲਾਹਾਂ ਕਰਦੇ ਕਰਦੇ ਜਿੰਨੇ ਸਾਡੇ ਕੋਲ ਪੈਸੇ, ਅੱਧੇ ਪੈਸੇ ਤੇ ਸਾਡੇ ਆਰਕੀਟੈਕਟ ਤੇ ਉਹ ਕੰਸਲਟੇਸ਼ਨ ਫੀ ਹੀ ਲੱਗ ਗਈ, ਸਾਡੇ ਕੋਲ ਤਾਂ ਬਣ ਨਹੀਂ ਪਾਣਾ, ਤੇ ਸਾਡੀ ਮਦਦ ਕਰੋ। ਮੈਂ ਕਿਹਾ ਵੀਰੋ ਗੱਲ ਹੀ ਕੋਈ ਨਹੀਂ, ਸਵੇਰੇ ਤੁਹਾਨੂੰ ਮੈਂ ਆਪਣਾ ਆਰਕੀਟੈਕਟ ਭੇਜ ਦਿੰਦਾ, ਸਵੇਰੇ ਤੁਹਾਨੂੰ ਆਪਣਾ ਬਿਲਡਰ ਭੇਜ ਦਿੰਦਾ, ਤੇ ਗੁਰਦੁਆਰਾ ਸਾਹਿਬ ਬਣ ਜਾਏਗਾ। ਪਤਾ ਬੱਚਿਓ ਉਹਨਾਂ ਨੇ ਕੀ ਕਿਹਾ, ਕਹਿੰਦੇ ਨਹੀਂ ਵੀਰ, ਸਾਨੂੰ ਇੱਕ 50 ਲੱਖ ਰੁਪਈਆ ਵੀ ਚਾਹੀਦਾ ਹੈ। ਲਓ ਬੱਚਿਓ 50 ਲੱਖ ਰੁਪਈਆ, ਵਾਹਿਗੁਰੂ, ਕੌਣ ਦਿੰਦਾ 50 ਲੱਖ ਰੁਪਈਆ। ਹੁਣ ਬਾਬਾ ਜੀ ਨੇ ਅੰਦਰੋਂ ਮੇਰੇ ਆਵਾਜ਼ ਮਾਰੀ, ਤੂੰ ਕਹਿੰਦਾ ਸੀ ਨਾ ਕਿ ਮੇਰਾ ਮੁਝ में कुछ नहीं जो कुछ है सो तेरा, ਹਵਾਈ ਜਹਾਜ਼ ਤੇਰੇ ਕੋਲ, ਮਹਿਲ ਵਰਗਾ ਘਰ ਤੇਰੇ ਕੋਲ, ਕਿਉਂਕਿ 20 ਸਾਲਾਂ 'ਚ ਮੇਰੇ ਕੋਲ ਸਭ ਕੁਝ ਆ ਗਿਆ ਸੀ। 5 ਕਰੋੜ ਦੀ ਕਾਰ ਤੂੰ ਚਲਾਨਾ ਹੈ, 17 ਗੱਡੀਆਂ ਤੇਰੇ ਘਰ ਖਲੋਤੀਆਂ, ਔਰ ਤੂੰ ਭਿਖਾਰੀ ਤੋਂ ਰਾਜਾ ਬਣ ਚੁੱਕਾ ਹੈ, ਔਰ ਤੂੰ ਕਹਿੰਦਾ ਮੇਰਾ ਮੁਝ में कुछ नहीं। ਖਲੋਤੇ ਨਹੀਂ 5 ਸਿੰਘ, ਦੇ ਇਹਨਾਂ ਨੂੰ 50 ਲੱਖ ਰੁਪਈਆ। ਬੱਚਿਓ 2 ਮਿੰਟ ਕਸ਼ਮਕਸ਼ ਹੋਈ, ਪਰ ਮੈਂ ਸੱਚ ਜਾਣਿਓ ਬਾਬਾ ਜੀ ਆਪੇ ਸ਼ਕਤੀ ਦਿੰਦੇ ਆ। ਮੈਂ ਉਹ, ਮੇਰੇ ਕੋਲ ਅੰਗਰੇਜ਼ ਕੁੜੀ ਹੁੰਦੀ ਸੀ, ਮੈਂ ਕਿਹਾ ਲਿਆ ਚੈੱਕ ਬੁੱਕ ਲਿਆ, ਮੈਂ 50 ਲੱਖ ਰੁਪਏ ਚੈੱਕ ਦੇ ਕੇ, ਇੰਗਲੈਂਡ ਦੀ ਧਰਤੀ ਤੇ ਨੂੰ 50,000 ਪਾਉਂਡ ਕਹਿੰਦੇ ਸੀ, ਮੈਂ ਚੈੱਕ ਲਿਖ ਕੇ ਦੇਤਾ ਵੀਰਾਂ ਨੂੰ, ਵੀਰ ਧੰਨਵਾਦ ਕਰਕੇ ਚਲੇ ਗਏ। ਫਿਰ ਬੇਟੇ 10 ਮਹੀਨੇ ਬਾਅਦ ਗੁਰਦੁਆਰਾ ਸਾਹਿਬ ਬਣ ਗਿਆ, ਮੇਰਾ ਆਰਕੀਟੈਕਟ ਵੀ ਗਿਆ, ਬਿਲਡਰ ਵੀ ਗਏ, ਔਰ ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਉਹਨਾਂ ਨੇ ਪਾਣਾ ਸੀਗਾ, ਗੁਰਦੁਆਰਾ ਸਾਹਿਬ ਬਣ ਗਿਆ, ਉਹਨਾਂ ਨੇ ਮੈਨੂੰ ਸੱਦਾ ਦਿੱਤਾ। ਉਹ ਕਹਿੰਦੇ ਵੀਰ ਮੇਰੇ, ਕਹਿੰਦੇ ਆ ਕਿ ਅੰਕਲ ਜੀ, ਵੀਰ ਜੀ ਤੁਸੀਂ ਜ਼ਰੂਰ ਆਣਾ, ਕਿਉਂਕਿ ਅਸੀਂ ਤੁਹਾਨੂੰ ਸਰੋਪਾ ਦੇਣਾ। ਮੈਂ ਕਿਹਾ ਸਰੋਪਾ ਨਹੀਂ ਬਾਈ, ਮੈਨੂੰ ਸਰੋਪਾ ਨਹੀਂ ਚਾਹੀਦਾ, ਮੈਂ ਤਾਂ ਆਪਣਾ ਫਰਜ਼ ਨਿਭਾਇਆ ਬਾਈ, ਮੈਂ ਕੋਈ ਇਹਦਾ ਨਾ ਕੀ ਇਹਸਾਨ ਤੇ ਕੀਤਾ ਨਹੀਂ ਹੈ, ਕਿਉਂਕਿ ਮੇਰਾ ਮੁਝ में कुछ नहीं जो कुछ है सो तेरा, तेरा तुझको सौंपते क्या लाके मेरा। ਨਹੀਂ ਨਹੀਂ, ਤੁਸੀਂ ਜ਼ਰੂਰ ਆਣਾ, ਮੈਂ ਜਾਵਾਂਗਾ, ਤੁਸੀਂ ਮੈਨੂੰ ਪਿਆਰ ਕਰਦੇ ਹੋ। ਬੱਚਿਓ ਮੈਂ ਉੱਥੇ ਗਿਆ, ਭਰਿਆ ਹੋਇਆ ਗੁਰਦੁਆਰਾ ਸਾਹਿਬ, ਬੜੀ ਸੋਹਣੀ ਬਿਲਡਿੰਗ, ਵਧੀਆ, ਤੇ 300 ਤਕਰੀਬਨ ਪਰਿਵਾਰ ਉੱਥੇ ਬੈਠੇ ਸੁਣਦੇ ਪਏ ਸੀ। ਅਖੀਰ 'ਚ ਉਹਨਾਂ ਨੇ ਕੀਰਤਨ ਤੋਂ ਬਾਅਦ ਮੇਰਾ ਧੰਨਵਾਦ ਕਰਦੇ ਹੋਏ, ਵਾਕਈ ਉਹਨਾਂ ਫਿਰ ਮੈਨੂੰ ਸਰੋਪਾ ਦਿੱਤਾ। ਇਹ ਫਿਰ ਸਰੋਪੇ ਤੋਂ ਬਾਅਦ ਉਹਨੇ ਦੱਸਿਆ ਉੱਥੇ ਸੰਗਤ ਨੂੰ, ਸਾਧ ਸੰਗਤ ਜੀ ਤੁਸੀਂ ਨਾ ਇਹ ਵੀਰ ਜਿਹੜਾ ਹੈ, ਦੇਖੋ ਇਸ ਵੀਰ ਨੇ ਸਾਨੂੰ ਨਾ 50 ਲੱਖ ਰੁਪਏ ਦੀ ਮਦਦ ਕੀਤੀ ਸੀਗੀ, ਕਿਉਂਕਿ ਸਾਡੇ ਕੋਲ ਗੁਰਦੁਆਰੇ ਜੋਗੇ ਪੈਸੇ ਨਹੀਂ ਸੀ, ਪਰ ਜਦੋਂ ਅਸੀਂ ਨੀਹਾਂ ਖੋਦੀਆਂ ਤੇ ਇਹ ਵੀਰ ਨੇ ਸਾਡੀ ਮਦਦ ਕੀਤੀ ਹੋਈ ਸੀਗੀ। ਪਰ ਤੁਸੀਂ ਸਾਧ ਸੰਗਤ ਜੀ, ਤੁਸੀਂ ਇੰਨਾ ਪੈਸਾ ਮੈਨੂੰ ਦੇਣਾ ਸ਼ੁਰੂ ਕਰਤਾ ਗੁਰਦੁਆਰੇ ਵੱਲ, ਨੀਹਾਂ ਖੋਦੀਆਂ ਸੀ ਤੇ ਇੰਨਾ ਪੈਸਾ ਆਉਣਾ ਸ਼ੁਰੂ ਹੋ ਗਿਆ, ਤੇ ਗੁਰਦੁਆਰੇ ਉੱਤੇ ਤਕਰੀਬਨ 1.5 ਗੁਣਾ ਪੈਸਾ ਲੱਗ ਗਿਆ, ਤੇ ਅੱਜੇ ਵੀ ਇਸ ਵੀਰ ਦੇ ਪੈਸੇ ਦੀ ਲੋੜ ਨਹੀਂ ਪਈ। ਤੇ ਉਹ ਚੈੱਕ ਬੱਚਿਓ ਮੈਨੂੰ ਸ਼ਾਲ ਦੇ ਉੱਤੇ ਰੱਖ ਕੇ, ਮੈਨੂੰ ਸ਼ਾਲ ਵੀ ਭੇਟਾ ਕੀਤੀ ਉਹਨਾਂ ਨੇ, ਤੇ 50 ਲੱਖ ਦਾ ਚੈੱਕ ਵੀ ਉਹਦੇ ਉੱਤੇ ਪਿਆ ਸੀਗਾ, ਤੇ ਉਹਨਾਂ ਵੀਰਾਂ ਨੇ ਮੈਨੂੰ ਚੈੱਕ ਵਾਪਸ ਮੋੜਤਾ। ਸੋ ਬੱਚਿਓ, ਆਸ ਪਰਮਾਤਮਾ ਦਾ ਕਹਿਣਾ ਮੰਨੋ,
ਉਹ ਤਾਂ ਇਮਤਿਹਾਨ ਵੀ ਲੈਂਦਾ ਤੇ ਪਾਸ ਵੀ ਆਪੇ ਕਰਦਾ ਜੇ ਬੱਚਿਓ। ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਸਮਝ ਆਉਂਦੀ ਹੋਏਗੀ ਔਰ ਤੁਸੀਂ ਅੱਜ ਹੋਰ ਸਟਰੋਂਗ ਬਣਦੇ ਪਏ ਹੋਣੇ ਹੋ, ਕਿਉਂਕਿ ਇਹ ਗੁਰਬਾਣੀ ਸਾਨੂੰ ਬੜੀ ਸਟਰੋਂਗ ਬਣਾਉਂਦੀ ਜੇ ਬੱਚਿਓ। ਬਸ ਇਹ ਗੱਲ ਹੈ ਕਿ ਦੇਖੋ ਮੈਂ ਦੁਨੀਆ ਫਿਰ ਆ ਗਿਆ, ਫਿਰ ਕੇ ਆ ਗਿਆ, ਦਾੜੀ ਕੇਸ ਨਹੀਂ ਕਟਾਏ। ਅੱਜ ਅੰਗਰੇਜ਼ ਬੱਚਿਓ ਦਾੜੀ ਕੇਸ ਰੱਖੀ ਜਾ ਰਹੇ ਆ, 7.5 ਲੱਖ ਅੰਗਰੇਜ਼ ਅਮਰੀਕਨ, ਹੈ ਨਾ, ਕਿਉਂਕਿ ਅਸੀਂ ਭੁੱਲੇ ਹੋਏ ਹਾਂ। ਤੇ ਆਓ ਰਲ ਕੇ ਆਪਾਂ, ਮੈਂ ਕਿਉਂ ਤੁਹਾਨੂੰ ਤਿਆਰ ਕਰ ਰਿਹਾ, ਕਿਉਂਕਿ ਮੇਰਾ ਤਾਂ ਸਮਾਂ ਪਤਾ ਨਹੀਂ ਕੱਲ ਹੈ ਕਿ ਨਹੀਂ ਮੈਂ, ਪਰ ਤੁਸੀਂ ਸਾਰੇ ਬੱਚਿਆਂ ਨੇ ਵਾਧੂ ਪੜ੍ਹਾਈਆਂ ਕਰਕੇ ਬੇਟੇ ਜਿੱਥੇ ਆਪਣੇ ਘਰ ਸੈੱਟ ਕਰਨੇ ਆ ਉੱਥੇ ਹੋਰਾਂ ਬੱਚਿਆਂ ਦੀ ਮਦਦ ਕਰਨੀ ਹੈ, ਕਿਉਂਕਿ ਉਹ ਬੱਚੀ ਨਵਜੋਤ ਬੱਚੀ ਜਿਹੜੀ ਹੈ ਜਗਜੋਤ ਕੌਰ ਹੁਣ ਆਪਣੇ ਪਿੰਡ ਦੇ ਬੱਚਿਆਂ ਨੂੰ ਪੜ੍ਹਾਈਆਂ ਵੀ ਕਰਾ ਰਹੀ ਹੈ ਜੀ, 2.5 ਲੱਖ ਮਹੀਨਾ ਕਮਾ ਰਹੀ ਹੈ। ਸੋ ਆਪਾਂ ਏਦਾਂ ਦੇ ਬੱਚੇ ਤਿਆਰ ਕਰਕੇ ਛੱਡ ਦੇਣੇ ਆ, ਕਿਉਂਕਿ ਦਸਵੰਧ ਤਾਂ ਗੁਰੂ ਦਾ, ਆਪਾਂ ਦਸਵੰਧ ਸਾਰਿਆਂ ਨੇ ਦੇਣਾ ਹੈ। ਸੋ ਮਹਾਰਾਜ ਮਿਹਰ ਕਰਨ। ਮੈਂ ਸਮੇਂ ਦਾ ਦਸਵੰਧ ਸੰਗਤਾਂ ਨੂੰ ਮੰਗਦਾ ਹੁੰਦਾ ਵਾਂ, ਜਿੱਥੇ ਆਪਾਂ ਇਹ ਕਰਦੇ ਪਏ ਉੱਥੇ 100 ਸਕੂਲ ਵੀ ਖੋਲਣੇ ਆ, ਕਿਉਂਕਿ ਅੱਜ ਮੈਨੂੰ ਬੜਾ ਦੁੱਖ ਲੱਗਦਾ, ਕਿਉਂਕਿ ਇੰਨੇ ਜ਼ਿਆਦਾ ਉੱਥੇ ਈਸਾਈਆਂ ਨੇ ਆ ਕੇ ਸਕੂਲ ਖੋਲ ਦਿੱਤੇ ਆ। ਖੋਲਣ ਕੋਈ ਗੱਲ ਨਹੀਂ, ਪਰ ਅਸੀਂ ਫ੍ਰੀ ਸਕੂਲ ਖੋਲ ਰਹੇ ਹਾਂ, ਕੋਈ ਪੈਸਾ ਨਹੀਂ ਲੈਣਾ, ਔਰ ਬੱਚਿਆਂ ਨੂੰ ਕਾਨਵੈਂਟ ਸਕੂਲ ਦੀ ਪੜ੍ਹਾਈ ਮਹਿੰਗੀ ਤੋਂ ਮਹਿੰਗੀ ਪੜ੍ਹਾਈ ਕਰਾਣੀ ਹੈ। तो एक स्कूल साडा दुनिया फेमस भी हो चुका है। सो इस तरह बच्चों मैं जिंदगी विचकार हुण अखीले स्वास तक खुशियां लैणियां, मेरे को समय की घाट है, मैं फिर भी तुहानू ना बच्चों विश्वास दिवाना चाहना, तुसी जरूर इहदा ना कि विश्वास करना। कुछ पंक्तियां जिहड़ियां कि मैं इहदा ना कि तुहानू दसदा वां, गुरु ग्रंथ साहिब लिखियां ने कि भाई ये बिल्कुल सच हैं बेटे। देखो दुख रोग संताप उतरे सुनी सच्ची बाणी। मैं अगे भी तुहानू दस चुका वां कि मैं बड़ा बच्चों फिजिकली फिट सीगा। मैं 70 साल की उम्र तक तो बिल्कुल मैं पता ही नहीं सी कि मैनू दुख ते बीमारी ते प्रॉब्लम की होंदी है, पर मैं 70 साल की उम्र तो पहले तक मैं रोज गुरुद्वारे आना जाना पाठ करना। पर 2006 जो वीर जी जसवीर सिंह खालसा खन्ने वाले मेरे घर आए सीगे ते मेरी पत्नी नू कहा कि इहदा ना कि सहज पाठ आरंभ करना है, ते मेरी पत्नी नू कहंदे बेटा कड़ाह प्रशाद देग तैयार करके लिया। मेरी पत्नी कड़ाह प्रशाद देग तैयार करके लैके आ गई। और बच्चों उस वेले फिर वीर जी ने कहा कि सहज पाठ आरंभ करके ते मेरी वाइफ पाठ करया करेगी, तू काम तो घर आके ना रोज 40 मिनट पाठ सुनिया करना है। सो बेटे मैं इस तरह करना शुरू कर दिता। ये 2006 की गल है। ते ओ की होया, मैं 40 मिनट रोज का पाठ सुनन जांदा सी, घर जांदा सी। स्पैशली मेरी पत्नी बड़े ध्यान नाल मोबाइल शोबाइल बंद करके पाठ सुनदा सीगा ते मेरी वाइफ करती सी। 6 महीने बाद 4 स्वांग ते पहुंचे सीगे। मेरे पेट च सख्त तकलीफ हुई। अज तक मैनू उदों तक मैनू कभी तकलीफ नहीं सी हुई बच्चों। ते की होया, मैं अपनी बेटी नू बुला लिया, मेरी बच्ची अखंड पाठी भी है, कीर्तन भी कर लैंदी है। ते मैं उन्होंने कहा बेटे चल चलिए चैकअप कराइए, पता नहीं किन्ने स्वास बाकी है, पता नहीं मेरे नाल दे कई उदों मैं 58 साल दा सीगा, कई चले गए तुर गए, ते कोई सीरियस गल ना होवे। तो बच्चों मैं जदों उत्थे डॉक्टर कोल गया, उन्हें मेरा पूरा MRI पूरा जो चैकअप करना कीता। ते फिर मेरी बेटी अंग्रेजी चंगी बोलती है, उत्थे जंपल है, अंग्रेज डॉक्टर नाल गल्लां कर रही है। ते मैं दूरों दी देखिया और रोंदी पई है, बड़ी उच्चा उच्चा रो रही सी। मैं समझ गया कि डॉक्टर ने उन्होंने कह दिता कुछ ना कुछ कि पापा की हुण बहुती देर उम्र नहीं हैगी है, ये तां ही रो पई होनी है, नहीं तो बड़ी स्ट्रोंग है। ते ओ फिर मैं दूरों आवाज मार के उन्हें कहा पुत्र तू रोंदी क्यों पई है? ओ बेटे तेनू तां मैं असली पिता दे लड़ ला दिता है ना, असली पिता जिन्हों तुसीं रोज बच्चों कहंदे हो तू मेरा पिता, तू है मेरा माता। खाली कहना नहीं है, असीं मनना भी है। असली माता पिता यही जे, सदा रहने वाला माता पिता जे। जिन्ने माता पिता भेजे ये सब चले जाने एक दिन, ये तो परमात्मा ने भेजे है। जाओ आप ही नाम जपो, अपने बच्चों नू जपाओ ते दुनिया की बादशाही लै लो। पर माता पिता भुल गए। तो वो मेरी बच्ची क्यों रोंदी पई सी बच्चियों, मैं वो क्योंकि डॉक्टर ने उन्होंने कह दिता अंग्रेजी च क्या, यू गॉट 30 days टू लिव, 30 दिनों च तू मर जाना है। बेटे सच जे है। मैनू इन्नी सख्त कैंसर सीगी, पैंक्रियास कैंसर। 2006 40 दिन बाद अंग्रेज डॉक्टर घर आ गया, ये तो मरिया कोई नहीं, की गल है, अंग्रेजी मैनू बोलनी आंदी है। ते फिर दुख रोग संताप उतरे सुनी सच्ची बाणी। मैं उन्हें एक्सप्लेन करके दसिया बेटियो, ओ 7.5 लाख अंग्रेज अमरीकन अज गुरबाणी जुड़ चुके जे, दाड़ी केस रख लिया उन्होंने, ਇਹਦਾ विश्वास बन गया। अज चर्चा खाली पईयां ते असीं खाली गुरुद्वारे बना रहे हैं बच्चों। इत्थे इंग्लैंड च चर्चा खाली हो गई सारियां, और शराब खाने भरे पे जे बच्चों। माफ करना, ये परमात्मा जिहड़ा देंदा जे ना, वो लैना भी जांदा है। भिखारी तो राजा, राजा तो भिखारी, ये कौम दुनिया ते राज करदी। अंग्रेजां ने कित्थों राज प्रभात कीता? ये बेटे चर्चा विचों ही, इत्थे सारे ही परमात्मा नूं मनदे सी, परमात्मा दी गल नूं मनदे सीगे। पर हुण एक तुहाडे पंजाब च मैं बच्चों जाके दसदे आना ना, ताकि बच्चों का विश्वास बन जाए। माफ करना बच्चों, थोड़ा जा कि बच्चों विश्वास बनाने वास्ते कि मैं पंजाब एक राजे नूं भिखारी तो होंदा देखिया, पर राजे तो वड्डा समझदा सी अपने आप नूं।
बच्चों ने मैं दस देना, मैं नाम लैंदे संकोच भी नहीं करता, सच है मैं सच बोलता वा। बच्चों थोड़ा माफ करना, मैनू थोड़ा एक्साइटेड हो जाना क्योंकि मैनू आंदा हुंदा कोई नहीं बोलना। तो बच्चों बच्चों ने कहना वा, एक राजा तुहाडा राजियां तो वड्डा सीगा पंजाब विच, अपने आप नू राजियां तो बड़े, पर कहना नहीं सी मनदा राजा दा एक भी परमात्मा दा, सारे पुट्ठे काम करदा सी, सारे गलत काम करदा सी। ते फिर मैं जदों बच्चों लैक्चर दे रहा होना, हौली हौली बच्चों दसदा, मैं क्या बच्चों तुसीं जाणदे हो ओनू, है ना, दसो फिर कित्थे सुट्टिया परमात्मा ने ओनू 16 अगस्त 25 अगस्त 1916 च 25 अगस्त 1916 च परमात्मा ने ओनू जेल विच सुट्टिया, 20 साल दी जेल। ते समझ गए बच्चे सारे किन्नू सुट्टिया, अपने आप राजियां तो वड्डा कहंदा सी। ये जे परमात्मा दी शक्ति। तो बच्चों वापस आवां, अज 13 साल हो गए, 14 साल हो गए, मैं तो मरिया नहीं, ये बाणी की शक्ति जे। सो मैं सिर्फ बच्चों को सच दस्सा वा, मैं एक रोल मॉडल बन के निकलिया। संत बाबा कोई नहीं, मैं अजे सिखदा पिया वा, पर ये सिखण च मैनू जिन्ना आनंद मिलता है, जां सुख मिलता है ना, क्योंकि डिठा सब संसार सुख ना नाम बिन, दुनिया का कोई मुल्क नहीं होना जिहड़ा मैं नहीं फिर के आया। डिठा सब संसार ते सुख ना नाम बिन, ते जो नाम दे नाल जुड़ के गुरु साहब अजे मेरे को बाणी पाठ करांदे करदे आ, और मैं महाराज जी बख्शिश है ते चाहना अखीले स्वास तक मैं सेवा करा, क्योंकि जो सुख प्रभ गोबिंद की सेवा सो सुख राज न लईए। सो ये बेटियो तुसीं रोज पढ़ जांदे हो, पर असीं ओनू कदी अमल नहीं कीता। जे तुसीं इन्हां गल्लां नूं अमल करना शुरू कर दिओ ना, मैं विश्वास देना वा, है ना, रोज पढ़दे हो तुसीं, खास करके मैं अपनियां बच्चियां नूं जरूर कहांगा, क्योंकि मैं फिर हुण लंबा समा नहीं करना, समा होण वाला है। मेरी दोती है ग्रैंड डॉटर सुखमनी कौर, अपनी मामा दे पेट सीगी ते एक सुखमनी दा पाठ रोज सुणदी सी। 60-70 साल पहले दादियां नानियां एक गुरतियां देंदियां सी अपनी बच्चियां नूं। मेरी दोती दा जन्म होया ते मेरी वोटी कहदी है दा नां ना गोरा अंग्रेजां दा रखदे हां, सुखमनी कौर दी बजाय ना मैं जिहड़ा चाहंदा सी कि ना होना चाहिदा, क्योंकि मैंने सुखमनी साहब पाठ सुनिया, ਉਹ ਕਹਿੰਦੀ ਹੈ ਨਾਂ ਜੂਲੀ ਕੌਰ ਰੱਖਨੇ ਆ। ਮੇਰੀ ਕੁੜਮਣੀ ਜਿਹੜੀ ਉਹਦੇ ਸੁਖਮਨੀ ਦੇ ਡੈਡੀ ਦੀ ਮੰਮੀ ਸੀਗੀ, ਉਹ ਕਹਿੰਦੀ ਹੈ ਨਹੀਂ ਇਹਦਾ ਨਾਂ ਸੂਜ਼ਨ ਕੌਰ ਰੱਖਨੇ ਆ, ਸੂਜ਼ਨ ਕੌਰ ਤੇ ਜੂਲੀ ਕੌਰ। ਮੈਂ ਕਿਹਾ ਨਹੀਂ ਬਾਬਾ ਜੀ ਅੱਗੇ ਅਰਦਾਸ ਕੀਤੀ, ਬਾਬਾ ਜੀ ਅਰਦਾਸ ਸੁਣਦੇ ਆ ਬੱਚਿਓ, ਬਾਬਾ ਜੀ ਇਹਦਾ ਨਾਂ ਸੁਖਮਨੀ ਕੌਰ ਕਰ ਦਿਓ, ਇਹਨੇ 9 ਮਹੀਨੇ ਸੁਖਮਨੀ ਦਾ ਪਾਠ ਸੁਣਿਆ ਤੇ ਬੱਚਿਓ ਦਾ ਨਾਂ ਸੁਖਮਨੀ ਕੌਰ ਪੈ ਗਿਆ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਅੱਖਰ ਅੱਖਰ ਸੱਚ ਜੇ ਬੱਚਿਓ ਗੁਰੂ ਗ੍ਰੰਥ ਸਾਹਿਬ ਨੇ ਲਿਖਿਆ ਹੋਇਆ, ਵਿਸ਼ਵਾਸ ਕਰਨਾ। ਸੋ ਬੱਚਿਓ ਉਹ ਸੁਖਮਨੀ ਕੌਰ 11 ਸਾਲ ਦੀ ਨੂੰ ਸੁਖਮਨੀ ਸਾਹਿਬ ਦਾ ਪਾਠ ਮੂਜਬਾਨੀ ਯਾਦ। ਤੇ ਮੈਂ ਬੱਚਿਆਂ ਨੂੰ ਕਹਿਣਾ ਜਿੱਥੇ ਤੁਹਾਨੂੰ ਅਸੀਂ ਗੁਰਬਾਣੀ ਨਾਲ ਜੋੜਦੇ ਪਏ ਆ ਨਾ, ਤੇ ਫਿਰ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇਹ ਦੇਖ ਲਓ ਤੁਹਾਡੇ ਸਾਹਮਣੇ ਆ, ਨਾ ਮੈਨੂੰ ਕਾਰ ਦੀ ਭੁੱਖ, ਨਾ ਮੈਨੂੰ ਹਵਾਈ ਜਹਾਜ਼ ਦੀ ਭੁੱਖ, ਨਾ ਮੈਨੂੰ ਦੁਨੀਆ ਫਿਰਨ ਦੀ ਭੁੱਖ, ਨਾ ਮੈਨੂੰ ਠੀਕ ਹੈ ਦਾਲ ਫੁਲਕਾ ਮਿਲ ਜਾਂਦਾ ਬੜੀ, ਕੱਪੜੇ ਵੀ ਕੋਈ ਨਹੀਂ ਮੈਨੂੰ ਭੁੱਖ। ਮੇਰਾ ਵੱਡਾ ਛੋਟਾ ਵੀਰ ਮੈਨੂੰ ਕੱਪੜੇ ਦੇ ਛੱਡਦਾ, ਮੈਂ ਪਾ ਲੈਣਾ। ਕਈ ਵਾਰੀ ਮੈਂ ਪੁਰਾਣੇ ਕੱਪੜੇ ਇੱਥੇ ਬੜੇ ਵਧੀਆ ਕੱਪੜੇ ਬੱਚੇ ਲਾ ਆਂਦੇ, ਇੱਥੇ ਮਹਿੰਗੇ ਮਹਿੰਗੇ ਕੱਪੜੇ ਉਹ ਮੈਂ ਲੈ ਕੇ ਜਾਣਾ ਨਾ, ਤੇ ਉਹਨਾਂ ਚ ਕਈ ਬੱਚੇ ਆਪਣੇ ਵਾਸਤੇ ਵੀ ਚੁਣ ਲੈਣਾ, ਤੇ ਮੈਨੂੰ ਬੜਾ ਚੰਗਾ ਲੱਗਦਾ, ਮੈਂ ਵੀ ਉਹ ਲੱਥੇ ਬੱਥੇ ਪਾ ਲੈਣਾ। ਪਰ ਨਹੀਂ ਤੇ ਗੁਰੂ ਸਾਹਿਬ ਨੇ ਬੇਟੇ ਮੈਨੂੰ ਸਭ ਕੁਝ ਦਿਖਾਇਆ, ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਜੇ। ਇਹ ਗੁਰੂ ਸਾਹਿਬ ਕਿੱਥੋਂ ਸਿੱਖਿਆ ਦਿੱਤੀ ਮੈਨੂੰ, ਸੱਚ ਨਾਮ ਆਧਾਰ ਮੇਰਾ, ਸੱਚੇ ਨਾਮ ਦਾ ਆਧਾਰ ਬਣਾ ਲਿੱਤਾ। ਤੇ ਫਿਰ ਬੇਟੇ ਜਦੋਂ ਆਧਾਰ ਬਣ ਜਾਂਦਾ ਨਾ, ਸਾਰੀਆਂ ਭੁੱਖਾਂ ਵੀ ਉਤਰ ਜਾਂਦੀਆਂ ਨੇ, ਤੇ ਫਿਰ ਦੇਂਦਾ ਦੇ ਲੈਂਦੇ ਥੱਕ ਪਾਏ। ਇਹ ਦੇਣਵਾ ਨਹੀਂ ਥੱਕਦਾ ਜੇ। ਸੋ ਮੈਂ ਬੱਚੀਆਂ ਨੂੰ ਕਹਿਣਾ ਹੁੰਦਾ ਕਿ ਇੱਕ ਅਸ਼ਪਦੀ ਪੜ੍ਹ ਲਿਆ ਕਰੋ ਬੇਟੇ, 24 ਅਸ਼ਪਦੀਆਂ ਹੈਗੀਆਂ ਨਾ, ਹੈ ਓਹੋ ਅੱਖਰ ਅੱਖਰ ਸੱਚ ਜੇ ਗੁਰੂ ਗ੍ਰੰਥ ਸਾਹਿਬ ਦਾ। ਇੱਕਦਮ ਪਹਿਲੀ ਅਸ਼ਪਦੀ ਦੀ, ਬਲਕਿ ਪਹਿਲੀ ਹੀ ਅਸ਼ਪਦੀ ਤੁਸੀਂ ਪੜ੍ਹੋਗੇ ਤੇ ਕਿੰਨਾ ਕੁਝ ਪਰਮਾਤਮਾ ਦੇਣ ਨੂੰ ਤਿਆਰ ਬੈਠੇ ਆ, ਤੇ ਇਹ ਵਿਸ਼ਵਾਸ ਬਣਾਓ ਸੱਚ ਹੈ। ਸੋ ਐਨੀਵੇ ਇੱਕ ਸੁਖਮਨੀ ਸਾਹਿਬ ਜੀ ਸ਼ੁਰੂ ਕਰ ਦਿਓ, ਇੱਕ ਇੱਕ ਪੰਕਤੀ ਅੱਜ ਤੋਂ ਬਾਅਦ, ਕਿਉਂਕਿ ਮੇਰੇ ਬੜੇ ਉਦਾਹਰਣ ਮੇਰੇ ਕੋਲ ਹੈਗੇ ਆ ਜਿਨ੍ਹਾਂ ਨੂੰ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਨ ਨੂੰ ਕਿਹਾ, ਉਹ ਬੱਚੇ ਆਪ ਮਿਲਦੇ ਆ ਮੈਨੂੰ, ਤੇ ਉਹਨਾਂ ਦੀ ਇੱਛਾਵਾਂ ਪੂਰੀਆਂ ਹੋ ਰਹੀਆਂ, ਬਖਸ਼ੀਆਂ ਹੋ ਰਹੀਆਂ। ਸੋ ਇਸ ਤਰ੍ਹਾਂ ਹੀ ਬੇਟੇ ਵੱਡਾ ਆਨੰਦ ਸਾਹਿਬ, ਅਸਲੀ ਜੀਵਨ ਦੀ ਜਾਚ ਉੱਥੇ ਹੈ। ਰੋਜ਼ ਪੜ੍ਹਨਾ ਸਾਨੂੰ ਜ਼ਰੂਰੀ ਹੈ। ਨੇਤਰੋ ਮੇਰਿਓ ਹਤਮ, ਇਹ ਸਾਰੀ ਗੱਲਾਂ ਬੱਚੇ ਸਿੱਖ ਚੁੱਕੇ ਆ। ਕੰਨਾਂ ਨੇ ਕੀ ਕਰਨਾ, ਜ਼ਬਾਨ ਨੇ ਕੀ ਕਰਨਾ, ਅੱਖਾਂ ਨੇ ਕੀ ਕਰਨਾ। ਸੋ ਇਸ ਤਰ੍ਹਾਂ ਬੇਟੇ ਇਹ ਸਾਰਾ ਕੁਝ ਜਦੋਂ ਪੜਾਂਗੇ ਨਾ, ਵਿਚਾਰ ਕੇ ਪੜਾਂਗੇ, ਸਭ ਸਮਝ ਆ ਜਾਂਦੀ ਹੈ ਸਾਨੂੰ। ਸੋ ਗੁਰੂ ਮਿਹਰ ਕਰੇ। ਸੋ ਮੈਨੂੰ ਬਿਲਕੁਲ ਬੱਚਿਓ ਅਖੀਰ ਤੱਕ ਮੈਂ ਇਹੀ ਸਵਾਦ ਅਖੀਰ ਤੱਕ ਮੈਂ ਚਾਹੁੰਦਾ ਵਾਂ ਕਿ ਅਸੀਂ ਗੱਲ ਜ਼ਰੂਰ ਨੋਟ ਕਰ ਲਓ ਜਾਂਦੇ ਜਾਂਦੇ ਮੇਰੀ, ਕਿ ਅਸੀਂ ਗੁਰੂ ਨੂੰ ਮੰਨਦੇ ਆ ਪਰ ਗੁਰੂ ਦੀ ਗੱਲ ਨਹੀਂ ਮੰਨਦੇ। ਸੋ ਅਸੀਂ ਗੁਰੂ ਨੂੰ ਖਾਲੀ ਮੱਥੇ ਨਹੀਂ ਟੇਕਣੇ, ਧਾਗੇ ਤਵੀਜਾ ਛੱਡ ਦਿਓ ਬੱਚਿਓ, ਅਗਰਬੱਤੀਆਂ ਖਾਲੀ ਨਹੀਂ ਚੜਾਉਣੀਆਂ, ਹੈ ਨਾ। ਅਸੀਂ ਬੇਟੇ ਗੁਰੂ ਸਾਹਿਬ ਦਾ ਕਹਿਣਾ ਮੰਨਣਾ। ਸੋ ਆਓ ਰਲ ਕੇ ਆਪਾਂ ਸੇਵਾ ਕਰੀਏ, ਸੇਵਾ ਸ਼ਾਮਲ ਹੋਈਏ, ਕਿਉਂਕਿ ਮੇਰੇ ਕੋਲ ਬਾਬਾ ਜੀ ਦੀ ਕਿਰਪਾ ਨਾਲ ਬੇਟੇ ਬਹੁਤ ਐਗਜ਼ਾਮਪਲ ਹੈਗੇ ਆ। ਜੇ ਮੈਨੂੰ ਗੁਰੂ ਸਾਹਿਬ ਨੇ ਅਲਾਉ ਕੀਤਾ ਤੇ ਥੋੜਾ ਚਿਰ ਲਾ ਕੇ ਮੈਂ ਇੱਥੋਂ ਆਵਾਂਗਾ ਜਦੋਂ, ਤੇ ਹੁਣ ਅਖੀਰਲੇ ਸਵਾਸ ਮੈਂ ਉੱਥੇ ਹੀ ਬੱਚਿਓ ਆਪਣੇ ਨਿਭਾਣੇ ਆ, ਕਿਉਂਕਿ ਮੇਰੇ ਅੰਦਰ ਤਾਂਘ ਹੈ। ਮੈਂ ਵੱਧ ਤੋਂ ਵੱਧ ਬੱਚੇ ਤਿਆਰ ਕਰਕੇ ਚਲੇ ਜਾਵਾਂ,
ਵੱਧ ਤੋਂ ਵੱਧ ਬੱਚਿਆਂ ਨੂੰ ਗੁਰੂ ਨਾਲ ਜੋੜ ਲਵਾਂ ਤੇ ਵਧੀਆ ਪੜ੍ਹਾਈਆਂ ਵਾਲੇ ਬੱਚਿਆਂ ਨੂੰ ਮੈਂ ਜੇ ਹੋ ਸਕਦਾ ਮੈਂ ਬਾਹਰ ਕੱਢਾਂਗਾ, ਬੱਚੇ ਜਿੰਨੇ ਮਰਜ਼ੀ ਬਾਹਰ, ਕਿਉਂਕਿ ਮੈਂ ਬਹੁਤ ਸਾਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਬੇਟੇ ਬਣਾ ਕੱਢ ਚੁੱਕਾ ਵਾਂ। ਲਓ ਬਾਣੀ ਦੀਆਂ ਕੁਝ ਤੁੱਕਾਂ ਜਿਹੜੀਆਂ ਮੈਂ ਨੋਟ ਕਦੀ ਕਦੀ ਕਰ ਲੈਣਾ ਆਪਣੇ ਵਾਸਤੇ ਵੀ, ਜਿਵੇਂ ਤੁਸੀਂ ਆਪਣੀ ਗਿਆਨ ਗੋਲਕ ਚ ਪਾਉਂਦੇ ਹੋ ਨਾ, ਸਿਮਰ ਸਿਮਰ ਨਾਮ ਬਾਰੰਬਾਰ, ਹਾਂਜੀ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਜੇ ਹੁਣ ਸਮਝ ਆ ਜਾਵੇ ਜੀਵਨ ਦੇ ਲਈ ਆਧਾਰ ਕਿਹੜਾ ਹੈ? ਸਿਮਰਨ। ਬਸ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਸਿਤਾਰੇ, ਉੱਠਦਿਆਂ ਬਹਿੰਦਿਆਂ ਸਾਈਕਲ ਚਲਾਉਂਦੇ ਆ, ਮੱਖਣ ਕੱਢਨੇ ਆ, ਹਨਾ, ਰਿੜਕਦੇ ਆ ਵਾਹਿਗੁਰੂ ਵਾਹਿਗੁਰੂ, ਤੇ ਹੋਰ ਕੋਈ ਦੁੱਧ ਚੋ ਰਹੇ ਆ, ਮੱਝ ਚੋ ਰਹੇ ਆ, ਵਾਹਿਗੁਰੂ, ਕੰਮ ਕਰਦੇ ਹੱਥ ਪਾਂਵ ਕਾਮ ਕਰ ਚੀਤ ਨਿਰੰਜਨ ਨਾਲ। ਬੇਟੇ ਇਹ ਗੱਲਾਂ ਸੱਚ ਜੇ ਅਸੀਂ ਕਰ ਸਕਦੇ ਆ, ਇਹ ਗੁਰੂ ਸਾਹਿਬ ਕਰਨਗੇ। ਤੇ ਬੇਟੇ ਫਿਰ ਤੁਸੀਂ ਦੇਖੋ ਰੋਜ਼ ਪੜ੍ਹ ਜਾਂਦੇ ਹੋ, ਹੈ ਨਾ, ਜਿਹੜੇ ਬੱਚੇ ਨਾ ਉਹ ਮਾਰੇ ਨਾ ਠਾਗੇ ਜਾਏ, ਨਾ ਉਹ ਮਾਰੇ ਨਾ ਠਾਗੇ ਜਾਏ, ਜਿਨਕੇ ਰਾਮ ਵਸੇ ਮਨ ਮਾਹੇ। ਨਾ ਉਹ ਠੱਗੇ ਜਾ ਸਕਦੇ ਨੇ, ਨਾ ਉਹ ਕਦੀ ਮਰਦੇ ਜੇ। ਬੇਟੇ ਸੱਚ ਹੈ ਨਾ, ਜਿਨ੍ਹਾਂ ਦੇ ਅੰਦਰ ਹਿਰਦੇ ਚ ਨਾਮ ਵਸ ਜਾਂਦਾ ਹੈ। ਸੋ ਬੱਚਿਓ ਬਹੁਤ ਕੁਝ, ਸੋ ਮੈਂ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਚੱਲ ਰਿਹਾ ਵਾਂ, ਕੁਛ ਆਂਦਾ ਜਾਂਦਾ ਨਹੀਂ। ਸੇਵਕ ਕੋ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ। ਇਹ ਗੁਰੂ ਦੀ ਕਿਰਪਾ ਬੇਟੇ। ਸੋ ਬੇਟੇ ਇਸ ਤਰ੍ਹਾਂ ਹੀ ਜੇ ਲੋੜੇ ਸਦਾ ਸੁਖ ਭਾਈ, ਸਾਧੂ ਸੰਗਤ ਗੁਰੇ ਬਤਾਈ, ਹੈ ਨਾ। ਕਿਉਂਕਿ ਦੇਖੋ ਹੁਣ ਸੁਖਮਨੀ ਸਾਹਿਬ ਦਾ ਪਾਠ ਬੱਚੇ ਕਰਦੀਆਂ, ਮੇਰੀਆਂ ਬੱਚੀਆਂ ਕਰਦੀਆਂ, ਮੇਰੀ ਵਾਈਫ 5 ਪਾਠ ਕਰਦੀ ਸੀ। ਲਓ ਸੁਣ ਲਓ ਤੇ ਮੈਂ ਸਮਾਪਤੀ ਕਰਨ ਲੱਗਾ ਜੇ, ਹੈ ਨਾ। ਤੇ 5 ਬਾਣੀ ਪਾਠ ਤੇ ਕਰ ਲਿੱਤੇ, ਪਰ ਅੰਦਰ ਨਾ ਗਿਆ ਤੇ ਫਿਰ ਕੀ ਫਾਇਦਾ ਹੈ? ਕਿਉਂਕਿ ਜਦੋਂ ਬੱਚੇ ਹੋਏ ਦਿਨਾਂ ਕੀ, ਮੈਨੂੰ ਪਤਨੀ ਮੇਰੀ ਇੱਕ ਦਿਨ ਕਹਿੰਦੀ ਹੈ, ਅੱਜ ਨਾ ਚਲੀਏ, ਬੜੀ ਵੱਡੀ ਪਾਰਟੀ ਹੈ, ਉੱਥੇ ਬੜੇ ਬੱਕਰੇ ਬੁਕਰੇ ਤੇ ਮੁਰਗੇ ਤੇ ਸ਼ਰਾਬ ਤੇ ਨੱਚਣ ਗੀਤ, ਬੜੇ ਲੱਚਰ, ਬੜਾ ਕਮਾਲ ਹੈ, ਤੇ ਚਲੀਏ। ਮੈਂ ਕਿਹਾ ਇਹ ਹੁਣੇ ਤਾਂ ਸੁਖਮਨੀ ਸਾਹਿਬ ਪਾਠ ਨੂੰ ਪੜਿਆ, ਤੇ ਪੜਿਆ ਉਹਦੇ ਲਿਖਿਆ ਸੀਗਾ ਸੁੱਖ ਕਿੱਥੇ ਮਿਲਦਾ? ਜਿਸ ਸੁੱਖ ਕੋ ਨਿਤ ਬਾਛੈ ਮੀਤ, ਹੈ ਜੀ। ਇਹ ਬਾਬਾ ਜੀ ਨੇ ਲਿਖਿਆ, ਗੁਰੂ ਅਰਜਨ ਸਾਹਿਬ ਨੇ ਬਾਣੀ ਦੇਖੋ ਸਾਡੀ, ਇਹ ਬਾਬਾ ਜੀ ਕਹਿ ਰਹੇ ਤੁਹਾਨੂੰ ਮੈਨੂੰ ਸਾਰਿਆਂ ਦੇ ਅਸਲ ਲਿਖਿਆ। ਜਿਸ ਸੁੱਖ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਸਾਧੂ ਦੀ ਸੰਗਤ ਨਾਲ ਪਿਆਰ ਪਾ ਲੈ, ਤੈਨੂੰ ਸੁੱਖ ਦੇ ਦਿਆਂਗਾ, ਸੁੱਖ ਮਿਲ ਜਾਏਗਾ। ਸੋ ਬੱਚਿਓ ਸਾਧੂ ਸੰਗਤ ਕਿੱਥੇ ਹੈ? ਜਿੱਥੇ ਸੰਗਤ ਹੁੰਦੀ ਹੈ, ਜਿੱਥੇ ਹੁਣ ਸ਼ਰਾਬ ਖਾਨੇ ਥੋੜਾ ਮਿਲੇਗੀ, ਜਿੱਥੇ ਲੱਚਰ ਗੀਤ ਗਾਣੇ ਥੋੜਾ ਹੋਏਗੀ। ਸੋ ਇਹ ਬੱਚੇ ਮੇਰੇ ਬੀਬੇ ਆ, ਸਭ ਸਮਝਦੇ ਆ। ਸੋ ਆਪਾਂ ਉੱਥੇ ਚਲੀਏ, ਤੇ ਸੁੱਖ ਮਿਲਦਾ ਹੈ। ਸੋ ਬੱਚੋ ਇਸੇ ਤਰ੍ਹਾਂ ਹੀ ਬਾਬਾ ਜੀ ਨੇ ਬੰਕਤੀਆਂ ਲਿਖੀਆਂ ਹੋਈਆਂ, ਤੁਸੀਂ ਦੇਖੋ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਨ ਲਾਗੇ ਦੁੱਖ। ਇਹ ਅੱਖਰ ਅੱਖਰ ਸੱਚ ਜੇ। ਇਹ ਪਰਮਾਤਮਾ ਦੁੱਖ ਨਹੀਂ ਆਉਣ ਦਿੰਦਾ। ਗੁਰੂ ਨਾਨਕ ਗਰੰਟੀ ਕਰ ਰਿਹਾ, ਤੁਹਾਨੂੰ ਦੁੱਖ ਨਹੀਂ ਆਉਣ ਦਿਆਂਗਾ। ਰੱਬ ਦੀ ਭੁੱਖ ਲਾ ਲੈ। ਹੁਣ ਉੱਠਦੇ ਸਾਰ ਕਈ ਵਾਰੀ ਸਾਨੂੰ ਪਤਾ ਨਹੀਂ ਕਿਸ ਚੀਜ਼ ਦੀ ਭੁੱਖ ਲੱਗ ਜਾਂਦੀ ਹੈ, ਉੱਠਦੇ ਸਾਰ ਮੋਬਾਈਲ ਦੇਖੀਏ ਪਹਿਲੇ, ਜਾਂ ਆਪਾਂ ਉੱਤੇ ਕਈ ਗੀਤ ਗਾਣੇ ਲਾ ਲੈਂਦੇ ਆ, ਜਾਂ ਰੋਟੀ ਦੀ ਭੁੱਖ, ਕੱਪੜਿਆਂ ਦੀ ਭੁੱਖ, ਬੱਚਿਆਂ ਦੀ ਭੁੱਖ, ਧੀਆਂ ਭੱਜਣ ਦੀ ਭੁੱਖ, ਆਏ ਕੰਮ ਤੇ ਪਾਉਣਾ। ਨਹੀਂ ਬੇਟੇ, ਅਸੀਂ ਰੱਬ ਦੀ ਭੁੱਖ ਲਾ ਲਈਏ, ਵਿਸ਼ਵਾਸ ਕਰਨਾ ਬੱਚਿਓ, ਇਹ ਪਰਮਾਤਮਾ ਸਾਡੀਆਂ ਸਾਰੀਆਂ ਭੁੱਖਾਂ ਦੂਰ ਕਰ ਸਕਦਾ ਜੇ। ਬੱਚਿਓ ਮੈਂ ਇਸ ਕਰਕੇ ਤੁਹਾਡੇ ਲਈ ਬਹੁਤਾ ਟਾਈਮ ਨਹੀਂ ਛੱਡਿਆ ਕਿ ਸਵਾਲ ਜਵਾਬ ਕਰਨੇ ਆ, ਕਿਉਂਕਿ ਮੈਂ ਦੇਖਦਾ ਤੁਸੀਂ ਬੱਚੇ ਬੜੇ ਇੰਟੈਲੀਜੈਂਟ ਹੋ ਚੁੱਕੇ ਹੋ, ਕਿਧਰੇ ਇਹੋ ਜਿਹਾ ਸਵਾਲ ਨਾ ਕਰ ਦੇਣਾ ਮੈਨੂੰ ਜਿਹੜਾ ਮੈਨੂੰ ਜਵਾਬ ਨਾ ਦੇਣਾ ਆਵੇ। ਪਰ ਦੀਦੀ ਜਸਪ੍ਰੀਤ ਕੌਰ ਤੁਹਾਡੀ ਮੇਰੇ ਤੋਂ ਜ਼ਿਆਦਾ ਸਿਆਣੀ ਬੈਠੀ ਉੱਥੇ, ਉਹ ਮੈਨੂੰ ਹੈਲਪ ਕਰ ਦੇਗੀ। ਸੋ ਮੈਂ ਇਸ ਤੋਂ ਜ਼ਿਆਦਾ ਹੋਰ ਅੱਗੇ ਸਮਾਂ ਨਹੀਂ ਲੈਣਾ ਚਾਹੁੰਦਾ, ਤੇ ਮੈਂ ਪੂਰੀ ਉਮੀਦ ਹੈ ਕਿ ਅੱਜ ਬੱਚਿਆਂ ਦਾ ਹੋਰ ਵਿਸ਼ਵਾਸ ਬਣਿਆ ਹੋਣਾ ਹੈ, ਤੇ ਕੈਂਪ ਵਿੱਚ ਡਟੇ ਰਹੋ। ਘੱਟੋ ਘੱਟ ਮੇਰੇ ਤੇ ਇੱਕ ਕਿਰਪਾ ਕਰੋ ਬੇਟੇ, ਮੇਰਾ ਸਮਾਂ ਬਹੁਤ ਥੋੜਾ ਰਹਿ ਗਿਆ, ਪਤਾ ਨਹੀਂ ਕਿੰਨੇ ਸਵਾਸ ਹੈ ਬਾਕੀ, ਤੇ ਤੁਸੀਂ ਬੱਚਿਓ ਤਗੜੇ ਹੋ ਜਾਓ, ਸਟਰੋਂਗ ਹੋ ਜਾਓ, ਇਹਨਾਂ ਬਸ ਤਰੀਕਿਆਂ ਤੇ ਚੱਲੋ। ਇਹ ਮਾਇਆ ਪਿੱਛੇ ਪਿੱਛੇ ਆਏਗੀ, ਜੇ ਮਾਇਆ ਦੇ ਬਿਨਾਂ ਗੱਲ ਨਹੀਂ ਹੈ ਬੇਟੇ, ਹੈ ਨਾ। ਮਾਇਆ ਸਾਨੂੰ ਚਾਹੀਦੀ ਹੈ, ਮਾਇਆ ਦੇ ਬਿਨਾਂ ਮਾਇਆ ਦਾ ਕਿੱਦਾਂ ਤਰੀਕਾ ਹੈ? ਜਿਸ ਤਰੀਕੇ ਮੈਨੂੰ ਬਾਪੂ ਨੇ ਦਿੱਤੀ ਹੈ, ਪਰਮਾਤਮਾ ਦਿੱਤੀ ਹੈ। ਸੋ ਆਪ ਵੀ ਸਾਰੇ ਰਲ ਕੇ ਪੈਰਾਂ ਤੇ ਖੜੇ ਹੋ, ਆਪਣੇ ਪਰਿਵਾਰ ਨੂੰ ਖੜਾ ਕਰੋ, ਆਪਣੇ ਪਿੰਡਾਂ ਨੂੰ ਤਿਆਰ ਕਰੀਏ ਆਪਾਂ, ਔਰ ਆਪਣੀ ਕੌਮ ਨੂੰ ਤਿਆਰ ਕਰੀਏ। ਦੁਨੀਆ ਤੇ ਰਾਜ ਕਰਨ ਵਾਲੀ ਕੌਮ ਹੈ ਬੱਚਿਓ। ਅੱਜ ਦੇਖ ਲਓ ਅਮਰੀਕਾ, ਕੈਨੇਡਾ, ਹਰ ਪਾਸੇ ਸਿੱਖਾਂ ਨੂੰ ਕਿੰਨੀ ਬਖਸ਼ਿਸ਼ ਹੋਈ ਜਾ ਰਹੀ ਹੈ, ਪਰ ਅੱਜ ਅਸੀਂ ਉੱਥੇ ਫੇਲ ਆ, ਮਾਫ ਕਰਨਾ, ਕਿਉਂਕਿ ਉੱਥੇ ਸੱਚ ਨਹੀਂ ਚੱਲ ਪਾਉਂਦਾ। ਪਰ ਗੁਰੂ ਮਿਹਰ ਕਰੇਗਾ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ, ਅਸੀਂ ਆਪਣਾ ਕੰਮ ਕਰੀ ਚਲੀਏ। ਸੋ ਮੇਰੇ ਵਾਸਤੇ ਅਰਦਾਸ ਕਰਨਾ ਬੱਚਿਓ, ਔਰ ਤੁਸੀਂ ਸਾਰੇ ਤਿਆਰ ਹੋਵੋ। ਜਿੰਨੀਆਂ ਤੁਹਾਨੂੰ ਪੜ੍ਹਾਈ ਵਾਸਤੇ ਪੈਸੇ ਚਾਹੀਦੇ ਆ, ਜਿੰਨਾ ਤੁਹਾਨੂੰ ਗੁਰਮਤ ਵਾਸਤੇ ਕੁਝ ਚਾਹੀਦਾ ਹੈ, ਇਹ ਮੈਂ ਸੇਵਾ ਇੱਥੇ ਭੇਜਾਂਗਾ ਗੁਰੂ ਸਾਹਿਬ ਦੀ ਕਿਰਪਾ ਨਾਲ। ਪਰ ਸੱਚ ਰੱਖਣਾ, ਸੱਚ, ਜਿੱਥੇ ਸੱਚ ਹੈ ਉੱਥੇ ਪਰਮਾਤਮਾ ਹੈ ਬੇਟੇ। ਝੂਠ ਬੇਈਮਾਨੀ ਨਹੀਂ ਕਰਨੀ ਆਪਾਂ ਮੇਰੇ ਬੱਚਿਓ, ਸੱਚ ਨਾਲ ਮੈਂ ਤੁਹਾਡੇ ਤੁਰਾਂਗਾ। ਪਰਮਾਤਮਾ ਆਪ ਨਹੀਂ ਚੱਲਦਾ, ਪਰਮਾਤਮਾ ਨੇ ਮੇਰੀ ਡਿਊਟੀ ਲਾਈ ਆ, ਉਹ ਮੇਰੇ ਜੇਬ ਵਿੱਚ ਪਾਉਂਦਾ, ਮੈਂ ਤੁਹਾਨੂੰ ਵੰਡੀ ਜਾਣਾ ਅੱਗੋਂ, ਪਰ ਅਖੀਰੇ ਸਵਾਸ ਤੱਕ ਕਰਾਂਗਾ। ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਹਿਲੇ ਤਾਂ ਆਪਣੀ ਸਾਰੀ ਟੀਮ ਦਾ, ਕਿਉਂਕਿ ਅੱਜ ਜਸਪ੍ਰੀਤ ਦੀਦੀ ਕਹਿ ਲਓ, ਬੱਚੀ ਮੇਰੀ, ਔਰ ਕੁਲਵੰਤ ਮੈਮ ਜਿਹਨੇ ਇੰਗਲਿਸ਼ ਤੁਹਾਨੂੰ ਸਿਖਾ ਰਹੀ ਹੈ। ਜ਼ਰੂਰ ਸਿੱਖੋ ਇੰਗਲਿਸ਼, ਇੰਗਲਿਸ਼ ਇੰਟਰਨੈਸ਼ਨਲ ਲੈਂਗੁਏਜ ਹੈ, ਪਰ ਪੰਜਾਬੀ ਨੂੰ ਨਹੀਂ ਛੱਡਣਾ ਬੇਟੇ, ਬੱਚਿਓ ਪੰਜਾਬੀ ਨਹੀਂ ਛੱਡਣੀ ਆਪਾਂ। ਸੋ ਇਸ ਤਰ੍ਹਾਂ ਬੇਟੇ ਆਪਾਂ ਸਾਰਿਆਂ ਦਾ ਧੰਨਵਾਦ ਕਰਦਾ, ਮੈਂ ਸਾਰੇ ਬੱਚਿਆਂ ਦਾ ਧੰਨਵਾਦ ਕਰਦਾ, ਪਰ ਇੱਕ ਇੱਕ ਬੱਚਾ ਮੇਰਾ ਘੱਟੋ ਘੱਟ 5-5 4-4 ਹੋਰ ਜੋੜੇ, ਕੋਸ਼ਿਸ਼ ਕਰੀਏ
ਤੇ ਭੁੱਲਿਆ ਉਹਨੂੰ ਵਾਪਸ ਲੈ ਕੇ ਆਈਏ ਆਪਾਂ, ਪਰਮਾਤਮਾ ਨਾਲ ਜੋੜੀਏ, ਗੁਰਬਾਣੀ ਦੀ ਸ਼ਕਤੀ ਦੱਸੀਏ ਬੇਟੇ, ਤੇ ਇਹ ਤੁਹਾਡੇ ਤੇ ਵੀ ਬਖਸ਼ਿਸ਼ ਹੋਏਗੀ, ਕਿਉਂਕਿ ਨਾਨਕ ਧੂੜ ਮੰਗੇ ਤੇ ਗੁਰਸਿੱਖੀ ਜੋ ਆਪ ਜਪੈ ਅਵਰਾ ਨਾਮ ਜਪਾਵੈ। ਸੋ ਮੈਂ ਇੱਥੇ ਹੀ ਫਤਿਹ ਬੁਲਾਣਾ ਵਾ ਮੇਰੀ ਭੈਣ ਸੁੰਦਰ ਕੌਰ ਦਾ, ਹੋਰ ਮੇਰੀ ਸਾਰੀ ਟੀਮ ਦਾ, ਬੜੇ ਬੜੇ ਪਿਆਰੇ ਵੀਰ ਸਾਰੇ ਮੇਰੇ ਨਾਲ ਜੁੜੇ ਹੋਏ ਆ। ਤਾਂ ਮੈਂ ਖਿਮਾ ਚਾਹਨਾ ਵਾ, ਮੇਰੇ ਕੋਲ ਬੋਲਦਿਆਂ ਕੋਈ ਗਲਤੀ ਭੁੱਲ ਹੋ ਗਈ ਹੋਵੇ, ਤੇ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਹਾਂ ਮੂਹਰੇ ਕਾਰੇ ਲਾਇਆ, ਉਹ ਗੱਡੀ ਪਿੱਛੇ ਵੀ ਮੈਂ ਮੋਟਾ ਵੱਡਾ ਲਿਖ ਲਾਇਆ, ਤੇ ਆਪ ਜੀ ਮੇਰੇ ਲਈ ਅਰਦਾਸ ਕਰ ਰਿਹਾ ਕਿ ਗੁਰੂ ਮੂਰਖ ਨੂੰ ਸੋਝੀ ਸਮਤ ਬਖਸ਼ ਕੇ ਅਖੀਲੇ ਸਵਾਸ ਤੱਕ ਮੈਂ ਸੇਵਾ ਕਰ ਸਕਾਂ। ਸੋ ਫਤਿਹ ਬੁਲਾਈਏ ਬੱਚਿਓ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜਦੋਂ ਸਾਡੀਆਂ ਵੀ ਦਾਦੀਆਂ ਨਾਨੀਆਂ ਸਾਖੀਆਂ ਸੁਣਾਉਂਦੀਆਂ, ਕਹਾਣੀਆਂ ਸੁਣਾਉਂਦੀਆਂ, ਤਾਂ ਉਹ ਕਹਿੰਦੀਆਂ ਹੁੰਦੀਆਂ ਸੀ ਹੱਡ ਬੀਤੀ ਸੁਣਨੀ ਹੈ ਕਿ ਜੱਗ ਬੀਤੀ ਸੁਣਨੀ ਹੈ। ਤਾਂ ਜੱਗ ਬੀਤੀ ਜੋ ਸੰਸਾਰ ਦੇ ਵਿੱਚ ਕਿਸੇ ਨਾਲ ਬੀਤੀ ਹੁੰਦੀ ਤੇ ਕਿਸੇ ਨੇ ਸੁਣਾਉਣੀ ਹੁੰਦੀ, ਤੇ ਹੱਡ ਬੀਤੀ ਜਿਹੜੀ ਆਪਣੇ ਨਾਲ ਬੀਤੀ ਹੁੰਦੀ ਹੈ, ਆਪਣੀ ਸਟੋਰੀ ਆਪਣੇ ਨਾਲ ਬੀਤੀ ਹੋਈ। ਤਾਂ ਅੱਜ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੀ ਹੱਡ ਬੀਤੀ ਸੁਣਾਈ ਹੈ, ਤੇ ਆਪਣੀ ਹੱਡ ਬੀਤੀ ਸੁਣਦਿਆਂ ਸਾਡੇ ਮਨ ਦੇ ਵਿੱਚ ਉਹ ਵਾਹਿਗੁਰੂ ਪ੍ਰਤੀ ਪਿਆਰ ਵਿਸ਼ਵਾਸ ਬਣਦਾ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਮੇਰਾ ਵੀ ਨੈਟ ਦੀ ਪ੍ਰੋਬਲਮ ਹੋਣ ਕਰਕੇ ਥੋੜਾ ਹੋ ਗਿਆ, ਤੇ ਜਦੋਂ ਮੈਂ ਬਾਅਦ ਵਿੱਚ ਜੁਆਇਨ ਕਰਨ ਲੱਗੀ ਤੇ 500 ਜਿਹੜੇ ਬੱਚੇ ਪੂਰੇ ਹੋਏ ਪਏ ਸੀ, ਮੈਨੂੰ ਜੁਆਇਨ ਕਰਨ ਦਾ ਮੌਕਾ ਨਹੀਂ ਮਿਲਿਆ ਥੋੜੀ ਦੇਰ, ਕਿਉਂਕਿ ਕੱਲ ਵੀ ਅਨਾਉਂਸਮੈਂਟ ਕੀਤੀ, ਅਸੀਂ ਸਾਰਿਆਂ ਨੇ ਦੱਸਿਆ ਕਿ ਭਾਈ ਸਾਹਿਬ ਕੱਲ ਨੂੰ ਆਉਣਗੇ। ਤਾਂ ਅੱਜ ਬਹੁਤ ਬੱਚਿਆਂ ਦਾ ਧੰਨਵਾਦ ਜੀ ਕਿ ਜਿਨ੍ਹਾਂ ਨੇ ਅੱਗੇ ਦੀ ਅੱਗੇ ਹੋਰ ਆਪਣੇ ਰਿਸ਼ਤੇਦਾਰਾਂ ਨੂੰ, ਪਰਿਵਾਰ ਨੂੰ, ਹੋਰ ਮਿੱਤਰਾਂ ਦੋਸਤਾਂ ਨੂੰ ਦੱਸਿਆ ਕਿ ਅੱਜ ਅਸੀਂ ਕੈਂਪ ਜਿਹੜਾ ਕੰਪਲਸਰੀ ਹੈ ਸਾਰਿਆਂ ਨੂੰ ਜੁਆਇਨ ਕਰਨਾ। ਤੇ ਅੱਜ ਜਿਹੜੇ ਬੱਚੇ ਆ 500 ਤੋਂ ਉੱਪਰ ਲਾਈਵ ਵੀ ਚੱਲ ਰਿਹਾ, ਦੇਖ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ ਜੀ। ਹੁਣ ਭੈਣ ਜੀ ਜਸਪ੍ਰੀਤ ਕੌਰ ਜੀ ਨੂੰ ਬੇਨਤੀ ਜੀ, ਕੋਈ ਅਨਾਉਂਸਮੈਂਟ ਜਾਂ ਆਪਾਂ ਬੱਚੇ ਲੈਣੇ ਕਿੱਦਾਂ ਕਰਨਾ ਹੈ ਜੀ? ਹਾਂਜੀ ਭੈਣ ਜੀ, ਦੋ ਬੱਚੇ ਲੈ ਸਕਦੇ, ਅਗਰ ਕੋਈ ਬੱਚਾ ਕਿਸੇ ਨੇ ਕੋਈ ਪ੍ਰੋਮਿਸ ਕੀਤਾ ਉਹ ਕਹਿਣਾ ਚਾਹੁੰਦਾ ਹੈ, ਤੇ ਜਾਂ ਫਿਰ ਕੋਈ ਸਵਾਲ ਹੋਵੇ ਜੀ। ਹਾਂਜੀ, ਬੱਚਿਆਂ ਨੂੰ ਬੇਨਤੀ ਜੀ, ਕੋਈ ਅੰਕਲ ਜੀ ਦਾ ਲੈਕਚਰ ਸੁਣ ਕੇ ਕੋਈ ਪ੍ਰੋਮਿਸ ਕਰਨਾ ਚਾਹੁੰਦਾ, ਕੋਈ ਵਾਅਦਾ ਕਰਨਾ ਚਾਹੁੰਦਾ ਵੀ ਅੱਜ ਤੋਂ ਬਾਅਦ ਮੈਂ ਇਦਾਂ ਕਰਾਂਗਾ, ਤਾਂ ਜਾਂ ਕੋਈ ਸਵਾਲ ਪੁੱਛਣਾ ਚਾਹੁੰਦੇ ਆ ਤਾਂ ਉਹ ਬੱਚੇ ਆਪਣਾ ਹੈਂਡ ਰੇਜ਼ ਕਰ ਸਕਦੇ ਆ ਜੀ। ਹਾਂ ਮਨਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤੇ ਅੰਕਲ ਜੀ ਦਾ ਬਹੁਤ ਹੀ ਥੈਂਕਸ ਕਰਨਾ ਚਾਹਾਂਗੀ, ਬਹੁਤ ਜ਼ਿਆਦਾ ਥੈਂਕ ਯੂ ਕਰਨਾ ਚਾਹਾਂਗੀ ਕਿ ਉਹਨਾਂ ਨੇ ਇੱਕ ਤਾਂ ਸਾਨੂੰ ਪੜ੍ਹਾ ਰਹੇ ਨੇ, ਗੁਰਬਾਣੀ ਨਾਲ ਵੀ ਜੋੜ ਰਹੇ ਨੇ, ਤੇ ਦੂਸਰਾ ਉਹਨਾਂ ਨੇ ਜਿਵੇਂ ਕਿ ਸਾਡੇ ਇੱਥੇ ਨੈਟ ਦੀ ਪ੍ਰੋਬਲਮ ਸੀ, ਇੱਕ ਫੋਨ ਤੇ ਨਹੀਂ ਸੀ ਸਾਰੀਆਂ ਕਲਾਸਿਸ ਲੱਗ ਪਾਉਂਦੀਆਂ, ਉਹਨਾਂ ਨੇ ਮੈਨੂੰ ਫੋਨ ਵੀ ਦਿੱਤਾ ਤੇ ਹਾਰਮੋਨੀਅਮ ਕੀਰਤਨ ਸਿੱਖਣ ਦੇ ਲਈ ਹਾਰਮੋਨੀਅਮ ਵੀ ਦਿੱਤਾ। ਮੈਂ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹਾਂਗੀ ਤੇ ਸਾਨੂੰ ਜੋ ਹਰ ਰੋਜ਼ ਦੀ ਤਰ੍ਹਾਂ ਗੁਰਬਾਣੀ ਨਾਲ ਵੀ ਜੋੜ ਰਹੇ ਨੇ ਤੇ ਸਾਡੀਆਂ ਪੜ੍ਹਾਈਆਂ ਵੀ ਕਰਵਾ ਰਹੇ ਨੇ। ਮੈਂ ਸਿਰਫ ਥੈਂਕਸ ਹੀ ਕਰਨਾ ਚਾਹਾਂਗੀ। ਤੇ ਮੈਂ ਆਪਣੀ ਭੂਆ ਜੀ ਦੀ ਬੇਟੀ ਨੂੰ ਵੀ ਇਸ ਕੈਂਪ ਦੇ ਵਿੱਚ ਜੋੜਿਆ। ਉਹ ਜਿੰਨੀਆਂ ਵੀ ਕਲਾਸਿਸ ਮੈਂ ਲਗਾ ਰਹੀ ਹਾਂ ਉਹ ਸਾਰੀਆਂ ਲਗਾਉਂਦੀ ਹੈ ਤੇ ਉਸਦੀ ਮੇਰੀ ਭੂਆ ਜੀ ਦੀ ਬੇਟੀ ਦੀ ਅੱਗੋਂ 2 ਫਰੈਂਡਸ ਨੇ ਹੋਰ, ਉਹ ਵੀ ਇਹ ਕਲਾਸਿਸ ਅਟੈਂਡ ਕਰ ਰਹੀਆਂ ਨੇ ਸਾਰੀਆਂ। ਮੈਂ ਬਹੁਤ ਬਹੁਤ ਥੈਂਕਸ ਕਰਨਾ ਚਾਹਾਂਗੀ। ਸਾਰਿਆਂ ਨੂੰ ਪਰਮਾਤਮਾ ਦੀ ਲੰਮੀਆਂ ਉਮਰਾਂ ਬਖਸ਼ਣ ਤੇ ਇਸੇ ਤਰ੍ਹਾਂ ਸੇਵਾ ਕਰਦੇ ਹਨ। ਮੇਰਾ ਪ੍ਰੋਮਿਸ ਇਹ ਹੈ ਕਿ ਮੈਂ ਆਪਣੀ ਪੜ੍ਹਾਈ ਪੂਰੀ ਕਰਕੇ, ਮੈਂ ਜਿਵੇਂ ਸਾਰੇ ਦਸਵੰਧ ਕੱਢ ਕੇ ਬੱਚਿਆਂ ਨੂੰ ਪੜ੍ਹਾ ਰਹੇ ਨੇ, ਮੈਂ ਵੀ ਬੱਚਿਆਂ ਨੂੰ, ਜੇ ਮੈਂ ਕਿਸੇ ਨੂੰ ਟਿਊਸ਼ਨ ਵੀ ਪੜ੍ਹਾਵਾਂਗੀ ਨਾ ਘਰ ਦੇ ਵਿੱਚ, ਮੈਂ ਉਸ ਦੇ ਵਿੱਚ ਵੀ ਕੋਈ ਉਹਨਾਂ ਤੋਂ ਪੈਸਾ ਨਹੀਂ ਲਵਾਂਗੀ, ਉਹ ਵੀ ਫ੍ਰੀ ਪੜ੍ਹਾਵਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬਹੁਤ ਵਧੀਆ ਬੱਚਾ ਜੀ, ਬਹੁਤ ਵਧੀਆ, ਬਹੁਤ ਵਧੀਆ ਜੀ ਬੇਟੀ ਮਨਦੀਪ ਕੌਰ। ਵਾਹਿਗੁਰੂ ਜੀ ਤੁਹਾਡਾ ਪ੍ਰੋਮਿਸ ਪੂਰਾ ਕਰਨ ਦੇ ਲਈ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ। ਜੋ ਤੁਸੀਂ ਪ੍ਰੋਮਿਸ ਕੀਤਾ ਹੋਣਾ ਵਾਹਿਗੁਰੂ ਦੀ ਕਿਰਪਾ ਨਾਲ ਹੈ। ਹਾਂਜੀ ਬੇਟਾ ਜੀ ਅਮਰਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿ ਫਤਿਹ ਬੇਟੇ ਜੀ। ਅੰਕਲ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਣਾ ਕਿ ਮੈਂ ਪਹਿਲਾਂ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੁੰਦਾ ਸੀਗਾ ਤੇ ਮੇਰੇ ਮਾਂ ਬਾਪ ਕੋਲ ਇੰਨੇ ਪੈਸੇ ਨਹੀਂ ਸੀ ਹੁੰਦੇ ਕਿ ਮੈਨੂੰ ਕਿਸੇ ਵਧੀਆ ਸਕੂਲ 'ਚ ਪੜ੍ਹਾ ਸਕਣ।
ਮੇਰਾ ਵੀ ਇੱਕ ਸੁਪਨਾ ਹੁੰਦਾ ਸੀਗਾ ਵੀ ਮੈਂ ਕਿਸੇ ਵਧੀਆ ਸਕੂਲ 'ਚ ਪੜ੍ਹਾਂ, ਪ੍ਰਾਈਵੇਟ ਸਕੂਲ 'ਚ ਪੜ੍ਹਾਂ, ਅੰਗਰੇਜ਼ੀ ਸਿੱਖਾਂ। ਤੇ ਮੈਂ ਬਹੁਤ ਧੰਨਵਾਦ ਕਰਦਾ ਅੰਕਲ ਜੀ ਦਾ ਤੇ ਬਹੁਤ ਧੰਨਵਾਦ ਕਰਦਾ ਐਜੂਕੇਟ ਪੰਜਾਬ ਪ੍ਰੋਜੈਕਟ ਦਾ, ਜਿਨ੍ਹਾਂ ਨੇ ਮੈਨੂੰ ਪੜ੍ਹਨ ਦਾ ਇਹ ਮੌਕਾ ਦਿੱਤਾ, ਮੇਰੀ ਫੀਸ ਭਰ ਰਹੇ ਨੇ। ਤੇ ਹੁਣ ਮੈਂ ਵੀ ਕੀਰਤਨ ਸਿੱਖ ਰਿਹਾ ਸੀਗਾ, ਮੈਨੂੰ ਵੀ ਇੱਕ ਹਾਰਮੋਨੀਅਮ ਦੀ ਲੋੜ ਸੀਗੀ ਤੇ ਅੰਕਲ ਜੀ ਨੂੰ ਕਿਹਾ, ਅੰਕਲ ਜੀ ਨੇ ਮੇਰੀ ਮਦਦ ਕੀਤੀ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੈਂ ਸਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ। ਮੈਂ ਅੱਜ ਦਾ ਕੈਂਪ ਸੁਣ ਕੇ ਇਹ ਪ੍ਰਣ ਕੀਤਾ ਹੈ ਕਿ ਮੈਂ ਹਮੇਸ਼ਾ ਸੇਵਾ ਕਰਾਂਗੀ ਅਤੇ ਸੱਚ ਬੋਲਾਂਗੀ, ਕਦੇ ਬੇਈਮਾਨੀ ਨਹੀਂ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬਹੁਤ ਫਤਿਹ। ਵਧੀਆ, ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ ਜੀ। ਮੈਂ ਸਰ ਹਾਂਜੀ। ਦਾ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ ਤੇ ਮੈਂ ਸਰ ਇਹ ਦੱਸਣਾ ਚਾਹਾਂਗੀ ਕਿ ਜਿਹੜੇ ਰੋਜ਼ ਅਸੀਂ ਕੈਂਪ ਲਗਾਉਂਦੇ ਹਾਂ 4 ਵਜੇ ਤੋਂ 5 ਵਾਲਾ, ਇਸ ਤੋਂ ਪ੍ਰੇਰਿਤ ਹੋ ਕੇ ਨਾ ਮੇਰੇ ਪਾਪਾ ਜੀ ਨੇ ਮਤਲਬ ਕੇਸ ਰੱਖ ਲਏ, ਕੇਸ ਤੇ ਦਾੜੀ ਉਹਨਾਂ ਨੇ ਦੋਨੇ ਰੱਖ ਲਏ ਤੇ ਮੈਂ ਇਹ ਪ੍ਰੋਮਿਸ ਕਰ ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਤੇ ਮੈਂ ਇਹ ਪ੍ਰੋਮਿਸ ਕਰਦੀ ਹਾਂ ਕਿ ਮੈਂ ਵੀ ਜਦੋਂ ਮੈਂ ਵੀ ਤੁਹਾਡੇ ਵਾਂਗ ਵੀ ਮੈਂ ਵੀ ਬਹੁਤ ਗਰੀਬ ਫੈਮਿਲੀ ਚ ਹੀ ਹਾਂ, ਮਤਲਬ ਇੰਨੀ ਮਿਡਲ ਕਲਾਸ ਫੈਮਿਲੀ ਚ ਹੀ ਹਾਂ ਤੇ ਮੈਂ ਵੀ ਤੁਹਾਡੀ ਜਿਹੜੀਆਂ ਥੋੜੀ ਸਟੋਰੀਆਂ ਦੇਖ ਕੇ ਕਿ ਤੁਹਾਨੂੰ ਸੁਣ ਕੇ ਮੈਨੂੰ ਵੀ ਐਂ ਲੱਗਦਾ ਹੈ ਵੀ ਮੈਂ ਵੀ ਮਤਲਬ ਤੁਹਾਡੇ ਵਾਂਗੂ ਬਣਾ, ਤੁਹਾਡੇ ਵਾਂਗੂ ਹੈਲਪ ਕਰਾਂ ਸਟੂਡੈਂਟਸ ਦੀ, ਜਿਵੇਂ ਤੁਸੀਂ ਮੇਰੀ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ, ਮੈਂ ਤੁਹਾਡੇ ਘਰ ਮੈਸੇਜ ਭੇਜਿਆ ਸੀਗਾ, ਬਸ ਪੜ੍ਹਾਈ ਕਰੋ, ਵਾਧੂ ਪੜ੍ਹਾਈ ਕਰੋ ਤੇ ਗੁਰੂ ਨਾਲ ਜੁੜੋ, ਔਰ ਤੁਹਾਨੂੰ ਅਸੀਂ ਕੈਨੇਡਾ ਭੇਜਣਾ, ਜ਼ਰੂਰ ਭੇਜਣਾ ਬੇਟੇ, ਫਿਕਰ ਨਾ ਕਰੋ। ਮੈਂ ਲੱਗ ਰਿਹਾ ਬੱਚੇ ਮੇਰੇ ਕੋਲ ਹੈਗੇ, ਚੁਣੇ ਹੋਏ ਬੱਚੇ, ਮੈਂ ਜ਼ਰੂਰ ਭੇਜਣਾ ਬੇਟੇ, ਕਿਉਂਕਿ ਨਾ ਪੈਸਾ ਸਭ ਕੁਝ ਨਹੀਂ ਹੈ, ਪੈਸੇ ਬਿਨਾਂ ਵੀ ਗੱਲ ਨਹੀਂ ਹੈ। ਅੱਜ ਮੈਨੂੰ ਸਾਰੀ ਦੁਨੀਆ ਮਦਦ ਕਰਨ ਨੂੰ ਤਿਆਰ ਹੋ ਚੁੱਕੀ ਹੈ, ਬੜੀ ਬਖਸ਼ਿਸ਼ ਹੈ। ਮੈਂ ਉਹਨਾਂ ਦਾ ਧੰਨਵਾਦ ਕਰਨਾ ਭੁੱਲ ਗਿਆ। ਇਹ ਮੁੰਡਾ ਇੱਕ ਭੇਜਿਆ ਸੀ ਮੈਂ, ਬੜਾ ਬੀਬਾ ਮੁੰਡਾ ਸਾਡਾ, ਬਲਰਾਜ ਸਿੰਘ, ਤੇ ਉਹ ਬੱਚੇ ਨੂੰ $9,000 ਉੱਥੋਂ ਕੈਨੇਡਾ ਤੋਂ ਇੱਕ ਵੀਰ ਨੇ ਪੇ ਕਰ ਛੱਡੇ ਮੇਰੇ। ਇਹ ਬੜੇ ਬੜੇ ਵੀਰ ਬੈਠੇ ਆ ਦੁਨੀਆ 'ਚ, ਬੈਠੇ ਆ ਜਿਹੜੇ ਬੱਚਿਆਂ ਨੂੰ ਬੇਟੇ ਖਾਲੀ ਮੇਰਾ ਧੰਨਵਾਦ ਨਹੀਂ ਕਰਨਾ, ਸਾਰੀ ਸੰਸਥਾ ਨਾ ਜਿਹੜੇ ਮੇਰੇ ਨਾਲ ਸਹਿਯੋਗੀ ਹੈਗੇ ਆ ਬੇਟੇ ਸਾਰੇ, ਤੇ ਇਦਾਂ ਦੇ ਮੈਨੂੰ ਬੜੀ ਮਦਦ ਮਿਲ ਰਹੀ ਹੈ। ਤੁਸੀਂ ਫਿਕਰ ਨਾ ਕਰੋ, ਤੁਹਾਡੇ ਵਾਸਤੇ ਮੈਂ ਤਿਆਰ ਕੀਤੇ ਹੋਏ ਬੰਦੇ, ਔਰ ਮਹਾਰਾਜ ਦੀ ਕਿਰਪਾ ਹੈ ਸਾਰੀ। ਬਹੁਤ ਬਹੁਤ ਧੰਨਵਾਦ। ਚਲੋ ਜੀ, ਦੇਖੋ ਅੱਗੇ ਜਿੱਦਾਂ ਤੁਸੀਂ ਕਰਨਾ ਹੈ, ਮੈਂ ਤਾਂ ਆਪਣਾ ਫਰਜ਼ ਨਿਭਾ ਰਿਹਾ ਵਾਂ, ਮੈਂ ਗੁਰੂ ਦੀ ਕਿਰਪਾ ਸਾਰੀ। ਥੈਂਕ ਯੂ ਬੱਚੇ, ਥੈਂਕ ਯੂ। ਗੁਰੂ ਅੰਗ ਸੰਗ। ਹਾਂਜੀ ਬੇਟਾ ਜੀ। वाहिगुरु जी का खालसा, वाहिगुरु जी की फतेह। वाहिगुरु जी की फतेह जी। मैं अंकल जी की बहुत ज्यादा थैंकफुल हूँ। मैं ये बात बोलूंगी कि जब मैं भी इंडिपेंडेंट हो जाऊंगी, मैं भी जैसे अंकल किसी की हेल्प कर रहे हैं, बच्चों की हेल्प कर रहे हैं, मैं भी बाकी बच्चों की हेल्प किया करूंगी। और जैसे कि अंकल जी बोला कि मैं रंग से राजा बना हूँ, मुझे सर की अंकल जी की बात देख के ये लग रहा है कि जैसे अगर सपने बोलने के लिए सपने नहीं होते, हम सपने देखेंगे तो एक दिन वो जरूर पूरा होंगे। फतेह जी। सब तो पहले अंकल जी का बहुत धन्यवाद करना चाहूंगा कि उन्होंने सानू बहुत अच्छे लेक्चर लाके सानू बहुत अच्छी सिक्ख्या दी। राजविंदर जी वीडियो बंद करके बोलो बेटा, ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਹੈ। मैं अंकल जी का बहुत ही धन्यवाद करता हाँ कि सानू उन्होंने बहुत ही बढ़िया लेक्चर बारे सिक्ख्या दी, सानू दस्सिया कि सानू हमेशा मन ला के पढ़ाई करनी चाहिए, हमेशा वाहिगुरू ते विश्वास रखना चाहिए। ਉਹ ਸਾਡੀ ਹਮੇਸ਼ਾ ਮਦਦ ਕਰਦੇ ਹਨ ਤੇ ਸਾਨੂੰ ਹਮੇਸ਼ਾ ਮਹਿਸੂਸ ਰੱਖਣਾ ਚਾਹੀਦਾ ਹੈ। ਵਾਹਿਗੁਰੂ ਜੀ ਨੇ ਸਾਡਾ ਇਲਜ਼ਾਮ ਹੈ ਤੇ ਸਾਨੂੰ ਉਸ ਨੂੰ ਫੋਲੋ ਕਰਨਾ ਚਾਹੀਦਾ ਹੈ। ਤੇ ਮੇਰਾ ਇੱਕ ਆਪਸ਼ਨ ਸੀ ਕਿ ਜੇਕਰ ਕੋਈ ਬੰਦਾ ਗਲਤ ਰਾਹ ਪੈ ਜਾਂਦਾ, ਉਹ ਕੇਸ ਕਤਲ ਕਰਵਾ ਦਿੰਦਾ ਹੈ ਤਾਂ ਅਸੀਂ ਉਸਨੂੰ ਰਜਿੰਦਰ ਸਿੰਘ ਜੀ, ਸੱਚੇ ਆਪ ਆ ਕੇ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਲੈ ਲੈਣੇ ਆ ਜੀ। ਮੈਂ ਬੱਚਿਆਂ ਨੂੰ ਬੇਨਤੀ ਕਰਾਂਗੀ, ਆਪਣੇ ਪ੍ਰੋਮਿਸਿਸ ਨੂੰ, ਜੋ ਤੁਸੀਂ ਪ੍ਰੋਮਿਸ ਕੀਤੇ ਨੇ, ਪਹਿਲਾਂ ਆਪਾਂ ਉਹਨਾਂ ਬੱਚਿਆਂ ਨੂੰ ਲੈ ਰਹੇ ਜਿਹੜੇ ਬੱਚੇ ਕੋਈ ਪ੍ਰੋਮਿਸ ਕਰਨਾ ਚਾਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਅੱਜ ਮੈਂ ਆਪਣੇ ਨਾਲ ਪ੍ਰੋਮਿਸ ਕਰਦੀ ਹਾਂ ਕਿ ਮੈਂ ਕਦੇ ਵੀ ਬਾਣੀ ਨਾਲੇ ਨਹੀਂ ਟੁੱਟਾਂਗੀ, ਹਮੇਸ਼ਾ ਬਾਣੀ ਪੜ੍ਹਦੇ ਰਹਾਂਗੇ। ਹੁਣ ਸਟਾਰਟ ਕੀਤਾ ਹੈ, ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਇਸ ਕੈਂਪ ਨਾਲ ਜੁੜ ਕੇ। ਮੈਨੂੰ ਆਪਣੇ ਆਪ ਵਿੱਚ ਇੰਨਾ ਬਿਲਡ ਵਧੀਆ ਲੱਗ ਰਿਹਾ ਕਿ ਮੈਂ ਵਧੀਆ ਬੋਲਣਾ ਸਿੱਖ ਰਹੀ ਹਾਂ, ਵੀ ਪਿਆਰ ਨਾਲ ਬੋਲਣਾ ਸਿੱਖ ਰਹੀ ਹਾਂ। ਹਾਂਜੀ, ਮੈਂ ਇਹੀ ਦੱਸ ਰਹੀ ਸੀ ਮੈਮ ਵੀ ਮੈਂ ਆਪਣੇ ਨਾਲ ਪ੍ਰੋਮਿਸ ਕਰਦੀ ਕਿ ਹਮੇਸ਼ਾ ਬਾਣੀ ਨਾਲ ਜੁੜੀ ਰਹਾਂਗੀ ਤੇ ਕਦੇ ਵੀ ਬਾਣੀ ਨਾਲ ਨਹੀਂ ਟੁੱਟਾਂਗੀ। ਤੇ ਮੈਂ ਵੀ ਕੁਛ ਨਾ ਕੁਛ ਕਰਕੇ ਆਪਣੇ ਮਾਤਾ ਪਿਤਾ ਲਈ ਕਰਕੇ ਤੇ ਸੋਸ਼ਲ ਵਰਕ ਵੀ ਜ਼ਰੂਰ ਕਰਨਾ ਚਾਹੁੰਦੀ ਹਾਂ। ਤੇ ਜਲਦੀ ਤੋਂ ਜਲਦੀ ਵਾਹਿਗੁਰੂ ਜੀ ਮੇਰੀ ਵੀ ਮਦਦ ਕਰਨ ਤੇ ਮੈਂ ਵਾਹਿਗੁਰੂ ਜੀ ਨਾਲ ਹਮੇਸ਼ਾ ਜੁੜੀ ਰਹਾਂਗੀ। ਵਾਹਿਗੁਰੂ ਜੀ ਆਪਣਾ ਮੇਰ ਭਰਿਆ ਹੱਥ ਰੱਖਣ। ਮੈਂ ਹਮੇਸ਼ਾ ਮੈਂ ਅੰਕਲ ਜੀ ਤੋਂ ਮੋਟੀਵੇਸ਼ਨ ਬਹੁਤ ਹੋਈ ਹਾਂ, ਜਿਹਦੇ ਨਾਲ ਕਿ ਵੀ ਆਪਣੇ ਆਪ ਵਿੱਚ ਇੰਨਾ ਜ਼ਿਆਦਾ ਵਧੀਆ ਮਹਿਸੂਸ ਕਰ ਰਹੀ ਹਾਂ ਕਿ ਮੈਂ ਇਹ ਕੈਂਪ ਜੁਆਇਨ ਕਰ ਰਹੀ ਹਾਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਨਮਿਊਟ ਕਰੋ ਜੀ, ਅਨਮਿਊਟ ਕਰੋ ਜੀ ਆਪਣੇ। ਹਾਂਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਾਰੇ ਐਜੂਕੇਟ ਪੰਜਾਬ ਪ੍ਰੋਜੈਕਟ ਤੇ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਨਾ, ਜੋ ਸਾਰੇ ਬੱਚਿਆਂ ਦੀ ਹੈਲਪ ਕਰ ਰਹੇ ਨੇ। ਜਿਵੇਂ ਅੰਕਲ ਜੀ ਨੇ ਦੱਸਿਆ ਸਾਨੂੰ ਰੱਬ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਨਾ, ਤੇ ਪਰਮਾਤਮਾ ਤੇ ਜੇ ਭਰੋਸਾ ਕਰਾਂਗੇ ਤੇ ਪਰਮਾਤਮਾ ਸਾਨੂੰ ਸਾਰਾ ਕੁਝ ਦਿੰਦਾ। ਦਾਤਾ ਏਕ ਹੈ ਸਭ ਕੋ ਦੇਵਨਹਾਰ ਹੈ ਨਾ, ਤੇ ਦਿੰਦੇ ਟੋਟ ਨਾ ਆਵਈਏ ਗੰਤ ਭਰੇ ਭੰਡਾਰ। ਪਰਮਾਤਮਾ ਦਾ ਭੰਡਾਰ ਭਰੇ ਪਏ ਨੇ, ਆਪਾਂ ਨੂੰ ਲੈਣ ਵਾਲੇ ਬਣਨਾ ਚਾਹੀਦਾ। ਮੈਂ ਅੱਜ ਤੋਂ ਪ੍ਰਣ ਕਰਦੀ ਹਾਂ, ਆਈ ਵਾਂਟ ਟੂ ਬਿਕਮ ਐਨ IAS ਆਫਿਸਰ। ਮੈਂ ਕਦੇ ਕਿਸੇ ਤੋਂ ਰਿਸ਼ਵਤ ਨਹੀਂ ਲਵਾਂਗੀ, ਕਦੇ ਕਿਸੇ ਤੋਂ ਬਰਾਈਬ ਵੀ ਲਵਾਂਗੀ, ਤੇ ਮੈਂ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਆਪਣੇ ਨਾਲ ਅੱਜ ਤੋਂ ਹੀ ਕਰਦੀ ਹਾਂ ਕਿ ਮੈਂ ਵੀ ਵੱਡੀ ਹੋ ਕੇ ਅੰਕਲ ਜੀ ਵਾਂਗ ਬਣਾਂਗੀ। ਮੈਂ ਸਾਰੇ ਬੱਚਿਆਂ ਦੀ ਹੈਲਪ ਕਰਾਂਗੀ, ਜਿਹੜੇ ਮੇਰੇ ਵਾਂਗ ਨੇ ਹੈਲਪ ਕਰਾਂਗੀ ਸਾਰਿਆਂ ਦੀ, ਤੇ ਮੈਂ ਬਾਣੀ ਤੋਂ ਕਦੇ ਵੀ ਨਹੀਂ ਟੁੱਟਾਂਗੀ। ਮੈਂ ਹਰ ਰੋਜ਼ ਬਾਣੀ ਪੜਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰੋਮਿਸ ਕਰਦਾ ਹਾਂ ਕਿ ਮੈਂ ਹਮੇਸ਼ਾ ਗੁਰਬਾਣੀ ਨਾਲ ਜੁੜਾ ਰਹਾਂਗਾ, ਕਿ ਮੈਂ ਮਿਹਨਤ ਹੀ ਕਰਾਂਗਾ। ਮੈਂ ਜਸਵੀਰ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਮੈਂ ਸਭ ਦੀ ਹੈਲਪ ਕਰਾਂਗਾ। ਮੈਂ ਆਪਣੇ ਦੋਸਤਾਂ ਨੂੰ ਗੁਰਬਾਣੀ ਪਾਠ ਪੜਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਅੰਕਲ ਜੀ ਨੇ ਸਾਨੂੰ ਇੰਨਾ ਵਧੀਆ ਸਭ ਕੁਝ ਦੱਸਿਆ ਹੈ, ਤੇ ਮੈਂ ਇਹ ਕਹਿਣ ਡਈ ਹਾਂ ਕਿ ਸਾਨੂੰ ਇੰਨਾ ਆਨੰਦ ਆਇਆ ਕਿ ਜਿੱਦਾਂ ਅਸੀਂ ਵਾਹਿਗੁਰੂ ਜੀ ਦੀ ਗੋਦ ਵਿੱਚ ਬਹਿ ਕੇ ਸਭ ਕੁਝ ਸੁਣਿਆ ਹੁੰਦਾ ਹੈ। ਅੰਕਲ ਜੀ ਨੇ ਇੰਨਾ ਵਧੀਆ ਦੱਸਿਆ ਕਿ ਇੱਕ ਵਾਰੀ ਫਿਰ ਤੋਂ ਬਾਬਾ ਜੀ ਤੇ ਭਰੋਸਾ ਪੂਰਾ ਵਾਲਾ ਪੱਕਾ ਵਾਲਾ ਵੱਧ ਚੁੱਕਾ ਹੈ। ਤੇ ਮੈਂ ਇਹ ਪ੍ਰੋਮਿਸ ਕਰਦੀ ਹਾਂ ਕਿ ਮੈਂ ਅੰਕਲ ਜੀ ਤੋਂ ਇੰਸਪਾਇਰ ਹੋ ਕੇ ਕਦੀ ਵੀ ਆਪਣੇ ਕੇਸ ਕਤਲ ਨਹੀਂ ਕਰਵਾਵਾਂਗੀ, ਤੇ ਦੂਜਿਆਂ ਨੂੰ ਵੀ ਇੰਸਪਾਇਰ ਕਰਾਂਗੀ। ਕਦੀ ਵੀ ਵਾਹਿਗੁਰੂ ਜੀ ਦਾ ਭਰੋਸਾ ਨਹੀਂ ਟੁੱਟਣ ਦੇਵਾਂਗੀ। ਹਮੇਸ਼ਾ ਉਹਨਾਂ ਤੇ ਭਰੋਸਾ ਰੱਖਾਂਗੀ। ਤੇ ਵਾਹਿਗੁਰੂ ਜੀ ਦਾ ਵੀ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਕਿ ਉਹਨਾਂ ਨੇ ਅੰਕਲ ਜੀ ਵਰਗਿਆਂ ਦੀ ਸੰਗਤ ਸਾਨੂੰ ਬਖਸ਼ਿਸ਼ ਕੀਤੀ ਹੈ, ਬਹੁਤ ਹੀ ਵੱਡੇ ਭਾਗਾਂ ਨਾਲ ਜੋ ਇਹ ਮਿਲਦੀ ਆ। ਤੇ ਅੰਕਲ ਜੀ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ। ਇੰਨੀ ਸੇਵਾ ਮੈਂ ਮਤਲਬ ਅੱਜ ਕੱਲ੍ਹ ਦੀ ਦੁਨੀਆ ਵਿੱਚ ਕੋਈ 10 ਰੁਪਏ ਵੀ ਨਹੀਂ ਦਿੰਦਾ, ਤੇ ਮੈਂ ਇੰਨੀ ਸੇਵਾ ਪਹਿਲੀ ਵਾਰ ਵੇਖੀ ਆ ਅੰਕਲ ਜੀ ਤੋਂ। ਮੈਂ ਬਹੁਤ ਹੀ ਥੈਂਕ ਯੂ ਕਰਦੀ ਹਾਂ ਅੰਕਲ ਜੀ ਦਾ, ਤੇ ਵਾਹਿਗੁਰੂ ਜੀ ਦਾ ਵੀ, ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਦਾ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਅੰਕਲ ਜੀ ਨਾਲ ਪ੍ਰਣ ਕਰਦੀ ਹਾਂ ਕਿ ਮੈਂ ਰੋਜ਼ਾਨਾ ਅਤੇ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਹੈ ਉਹ ਅਰਥਾਂ ਸਹਿਤ ਕਰਾਂਗੀ, ਤੇ ਅੰਕਲ ਜੀ ਵਾਂਗ ਹੋਰਨਾਂ ਬੱਚਿਆਂ ਦੀ ਵੀ ਮਦਦ ਕਰਾਂਗੀ। ਮੈਮ ਮੇਰਾ ਇੱਕ ਕੁਐਸਚਨ ਹੈ ਅੰਕਲ ਜੀ ਨੂੰ। ਜੀ ਜਿਹੜੇ ਮੇਰੇ ਪਾਪਾ ਹੈ ਉਹ ਕੇਸ ਕਤਲ ਨਹੀਂ ਰੱਖ ਰਹੇ, ਤੇ ਮੈਂ ਉਹਨਾਂ ਨੂੰ ਕਿਵੇਂ ਕਵਾਂਗੀ ਕਿ ਜਿਹੜੇ ਉਹ ਕੇਸ ਕਤਲ ਰੱਖ ਲੈਣ? ਪਹਿਲੀ ਗੱਲ, ਕੇਸ ਕਤਲ ਦਾ ਮਤਲਬ ਹੁੰਦਾ ਕੇਸ ਕੱਟੇ ਹੋਏ, ਠੀਕ ਹੈ ਜੀ। ਤੇ ਅਸੀਂ ਕਹਿੰਦੇ ਵੀ ਉਹਨਾਂ ਦੇ ਕੇਸ ਕਤਲ ਨੇ, ਤੇ ਆਪਾਂ ਉਹਨਾਂ ਨੂੰ ਕੇਸ ਰੱਖਣ ਲਈ ਪ੍ਰੇਰਨਾ ਹੈ। ਤੇ ਮੈਂ ਬੇਨਤੀ ਕਰਾਂਗੀ ਜੀ ਅੰਕਲ ਜੀ ਅਗਰ ਇਹਦਾ ਆਨਸਰ ਕਰ ਸਕਣ। ਜੁੜੇ ਹੋਏ ਨੇ। ਵਾਹਿਗੁਰੂ ਕਿਆ ਬੇਟੇ, ਤੁਸੀਂ ਇਹਦਾ ਨਾ ਕੀ ਪਾਠ ਆਪਣਾ ਕਰੀ ਚਲੋ, ਆਪਣਾ ਕੰਮ ਕਰੀ ਚੱਲੋ। ਤੁਸੀਂ ਗੁਰੂ ਨਾਨਕ ਦੇ ਪੂਰਨਿਆਂ ਤੇ ਚੱਲੀ ਚੱਲੋ ਬੇਟੇ, ਔਰ ਤੁਸੀਂ ਦੇਖਣਾ ਆਪੇ ਪਾਪਾ ਰੱਖ ਲੈਣਗੇ ਇੱਕ ਦਿਨ, ਆਪੇ ਹੋ ਜਾਏਗਾ, ਹੈ ਨਾ। ਤੁਸੀਂ ਕਰੀ ਚੱਲੋ ਬੇਟੇ, ਉਹਨਾਂ ਨੂੰ ਬਾਰ-ਬਾਰ ਨਾ ਕਹੋ, ਔਰ ਦੇਖਣਾ ਆਪੇ ਪਾਪਾ ਜੀ ਦੇ ਪਾਪਾ ਦੇ ਮਨ ਚ ਆ ਜਾਏਗਾ। ਪਾਪਾ ਨੂੰ ਸ਼ਰਮ ਆ ਜਾਏਗੀ ਕਿ ਮੇਰੀ ਨਿੱਕੀ ਜੀ ਬੱਚੀ ਹੈ ਇੰਨਾ ਪਾਠ ਵੀ ਕਰ ਲੈਂਦੀ ਔਰ ਇੰਨਾ ਸੋਹਣਾ ਸਭ ਕਰਦੀ ਹੈ, ਤੇ ਬੇਟੇ ਆਪੇ ਬਖਸ਼ਿਸ਼ ਹੋ ਜਾਏਗੀ। ਤੁਸੀਂ ਅਰਦਾਸ ਕਰਨੀ ਹੈ, ਅਸੀਂ ਵੀ ਕਰਾਂਗੇ ਬੇਟੇ। ਓਕੇ, ਠੀਕ ਹੈ ਬੇਟੇ, ਇਹੀ ਰਸਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਮੈਂ ਤਰਲੀਨ ਬੋਲਦੀ ਹਾਂ। ਸਰ ਮੈਂ ਗੁਰੂ ਨਾਨਕ ਦੇਵ ਜੀ ਇੰਸਟੀਚਿਊਟ ਫਾਊਂਡੇਸ਼ਨ ਦੇ ਸਕੂਲ ਵਿੱਚ ਪੜ੍ਹਦੀ ਹਾਂ। ਸਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਚਾਹੁੰਦੀ ਹਾਂ, ਤੁਸੀਂ ਉਹ ਸਕੂਲ ਵਧੀਆ ਥੈਂਕ ਯੂ ਕਰਨਾ ਚਾਹੁੰਦੀ ਹਾਂ ਸਰ। ਥੈਂਕ ਯੂ ਬੇਟੇ, ਬਾਬਾ ਜੀ ਦਾ ਥੈਂਕ ਯੂ, ਬਹੁਤ ਵਧੀਆ। ਤਰਲੀਨ ਕੌਰ ਹੈ ਨਾ, ਕੌਰ ਨਹੀਂ ਮਿਸ ਕਰਨਾ ਬੇਟੇ, ਹੈ ਨਾ। ਖਾਲੀ ਤਰਲੀਨ ਨਹੀਂ ਕਹਿਣਾ, ਨਾ ਪੂਰਾ ਬੋਲੀਏ। ਸਿੰਘ ਵਾਲੇ ਸਿੰਘ ਤੇ ਕੌਰ ਵਾਲੇ ਕੌਰ। ਹੁਣ ਇੱਕ ਗਲਤੀ ਨਾ ਕਰਨਾ, ਸਾਰੀ ਜ਼ਿੰਦਗੀ ਨਾ ਕਰਨਾ, ਠੀਕ ਹੈ ਬੇਟੇ। ਗੁੱਡ ਬੱਚੇ, ਓਕੇ ਜੀ, ਕੈਰੀ ਔਨ। ਵਾਹਿ ਖਾਲਸਾ ਵਾਹਿ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਹਰਦੀਪ ਕੌਰ ਹੈ। ਮੇਰੇ EPP ਨੰਬਰ 15629 ਹੈ। ਵਾਹਿਗੁਰੂ ਜੀ, ਮੇਰਾ ਵੀ ਛੋਟੇ ਹੁੰਦੇ ਸੁਪਨਾ ਸੀ ਕਿ ਮੈਂ ਵੀ ਵੱਡੀ ਹੋ ਕੇ ਵਿਦੇਸ਼ ਜਾਵਾਂ, ਪਰ ਮੈਨੂੰ ਅੰਕਲ ਜੀ ਤੋਂ ਬਹੁਤ ਹੌਸਲਾ ਮਿਲਦਾ ਹੈ ਕਿ ਮੈਂ ਵੀ ਪੜ੍ਹਾਈ ਕਰਕੇ ਗੁਰਬਾਣੀ ਪੜਾਂਗੀ ਅਤੇ ਵਾਹਿਗੁਰੂ ਜੀ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਵਾਹਿਗੁਰੂ ਜੀ ਵੀ ਫਿਰ ਮੇਰੀ ਵਿਸ਼ ਜ਼ਰੂਰ ਪੂਰੀ ਕਰਨਗੇ। ਮੈਂ ਪ੍ਰਣ ਕਰਦੀ ਹਾਂ ਕਿ ਮੈਂ ਗੁਰਬਾਣੀ ਵਿਚਾਰ ਕੇ ਪੜਾਂਗੀ ਅਤੇ ਮੈਂ ਵੀ ਵੱਡੀ ਹੋ ਕੇ ਬੱਚਿਆਂ ਦੀ ਸੇਵਾ ਕਰਾਂਗੀ, ਦਸਵੰਧ ਕੱਢਾਂਗੀ ਅਤੇ ਮੈਂ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਅਤੇ ਮੈਂ ਐਜੂਕੇਟ ਪੰਜਾਬ ਪ੍ਰੋਜੈਕਟ ਪੂਰੀ ਟੀਮ ਦਾ ਧੰਨਵਾਦ ਕਰਦੀ ਹਾਂ ਜੀ। ਮੇਰਾ ਕੋਈ ਕੁਐਸਚਨ ਸੀਗਾ ਜੀ ਵੀ ਮੇਰੇ ਮੰਮਾ ਨੂੰ ਨਾ ਜੀ ਥਾਇਰਾਇਡ ਹੈ ਜੀ, ਤੇ ਉਹ ਵੀ ਤੇ ਗਠੀਆ ਜੀ, ਤੇ ਜੀ ਉਹ ਨਾ ਵੀ ਹਰ ਰੋਜ਼ ਨਾਮ ਵੀ ਜਪਦੇ ਨੇ, ਗੁਰਦੁਆਰੇ ਵੀ ਜਾਂਦੇ ਨੇ, ਤੇ ਉਹ ਮੇਰੇ ਕੋਲ ਬੈਠ ਕੇ ਸਹਿਜ ਪਾਠ ਵੀ ਸੁਣਦੇ ਨੇ, ਪਰ ਜੀ ਉਹਨਾਂ ਦਾ ਵੀ ਠੀਕ ਨਹੀਂ ਹੁੰਦਾ ਹੈਗਾ। ਉਹਨਾਂ ਨੂੰ 10 ਸਾਲ ਹੋ ਚੱਲੇ ਨੇ ਜੀ ਇਸ ਬਿਮਾਰੀ ਤੋਂ। ਬੇਟੇ ਤੁਸੀਂ ਮੇਰੀ ਬਿਮਾਰੀ ਵੀ ਸੁਣ ਚੁੱਕੇ ਹੋ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਤਾਂ ਬੇਟੇ ਇਹੀ ਇੱਕੋ ਵਧੀਆ ਤਰੀਕਾ ਤੇ ਰਸਤਾ ਹੈਗਾ, ਹੋਰ ਕੁਛ ਨਹੀਂ ਹੈਗਾ। ਪੂਰੀ ਕੋਸ਼ਿਸ਼ ਕਰੋ ਇਲਾਜ ਕਰਾਉਣ ਦੀ, ਵਧੀਆ ਤੇ ਵਧੀਆ ਡਾਕਟਰ ਕੋਲ ਜ਼ਰੂਰ ਕਰਾਓ। ਪਰ ਬੇਟੇ ਜੀ, ਪਰ ਬਾਣੀ 'ਚ ਬੜੀ ਸ਼ਕਤੀ ਹੈ, ਤੇ ਕਿਤੇ ਨਾ ਕਿਤੇ ਸਾਡੇ ਕੋਲ ਕੋਈ ਭੁੱਲਾਂ ਗਲਤੀਆਂ ਹੋ ਜਾਂਦੀਆਂ ਬੇਟੇ, ਫਿਰ ਵੀ ਹੋ ਜਾਂਦੀਆਂ, ਮੈਨੂੰ ਪਤਾ ਹੈ ਨਾ। ਹੁਣ ਮੈਂ ਨਹੀਂ ਚੁਣ ਸਕਦਾ, ਮੈਨੂੰ ਨਹੀਂ ਪਤਾ ਕਿਹੜੀਆਂ ਗਲਤੀਆਂ ਕਰਦੇ ਆ, ਹੈ ਨਾ। ਸਾਡੇ ਕੋਲ ਬੜੀਆਂ ਗਲਤੀਆਂ ਹੁੰਦੀਆਂ ਬੇਟੇ, ਤੇ ਉਹ ਗਲਤੀਆਂ ਕਰਨ ਤੋਂ ਅਸੀਂ ਨਾ ਗੁਰੇਜ਼ ਕਰਨਾ। ਉਹ ਗੁਰਬਾਣੀ ਸਮਝ ਕੇ ਪੜਾਂਗੇ ਨਾ, ਤੇ ਫਿਰ ਉਹ ਗਲਤੀਆਂ ਨਹੀਂ ਕਰਾਂਗੇ, ਤੇ ਛੇਤੀ ਇਹਦੇ ਨਾਲ ਕੀ ਬੇਟੇ ਸਾਰੇ ਕਾਰਜ ਸਫਲ ਲੱਗ ਪੈਂਦੇ ਆ। ਜਿੰਨਾ ਕਿ ਮੈਨੂੰ ਸਮਝ ਹੈ ਬੇਟੇ, ਇਹ ਬਿਲਕੁਲ ਬਾਣੀ ਹੀ ਕਰ ਸਕਦੀ ਹੈ ਸਭ ਕੁਛ। ਇਹ ਚੀਜ਼ ਅੱਜ ਅੰਗਰੇਜ਼ਾਂ ਨੂੰ ਵੀ ਸਮਝ ਆ ਗਈ ਹੈ ਬੇਟੇ, ਕਿਉਂ ਅੰਗਰੇਜ਼ 7.5 ਲੱਖ ਅੰਗਰੇਜ਼ 'ਚ 2 4 5 ਨਹੀਂ 7.5 ਲੱਖ ਅੰਗਰੇਜ਼ ਅੱਜ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰ ਰਹੇ ਆ ਬੇਟੇ। ਹੋ ਜਾਏਗਾ ਬੇਟੇ, ਠੀਕ ਹੋ ਜਾਏਗਾ, ਅਸੀਂ ਵੀ ਅਰਦਾਸ ਕਰਾਂਗੇ ਬੇਟੇ। ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਨਾਮ ਜਸ਼ਨਦੀਪ ਸਿੰਘ, EPP ਨੰਬਰ 12536। ਮੈਂ ਸਰ ਆਪ ਜੀ ਨਾਲ ਵਚਨ ਕਰਦਾ ਹਾਂ ਕਿ ਮੈਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪ ਜੀ ਜੋ ਕਾਰਜ ਕਰ ਰਹੇ ਹਾਂ, ਮੈਂ ਇਸ ਵਿੱਚ ਆਪ ਜੀ ਦੀ ਵੱਡਾ ਹੋ ਕੇ ਦਸਵੰਧ ਕੱਢ ਕੇ ਆਪ ਜੀ ਦੀ ਜ਼ਰੂਰ ਮਦਦ ਕਰਾਂਗਾ। ਤੇ ਮੈਂ ਅਰਦਾਸ ਕਰਦਾ ਕਿ ਵਾਹਿਗੁਰੂ ਜੀ ਆਪ ਜੀ ਨੂੰ ਲੰਬੀ ਉਮਰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬੇਟੇ ਜੀ। ਵਾਹਿ ਖਾਲਸਾ ਵਾਹਿ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅੰਕਲ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਜਦੋਂ ਵੀ ਅੰਕਲ ਜੀ ਦੀਆਂ ਗੱਲਾਂ ਸੁਣਦੀ ਹਾਂ ਤੇ ਮੈਨੂੰ ਤੋਂ ਬਹੁਤ ਸਿੱਖਿਆ ਮਿਲਦੀ ਹੈ, ਤੇ ਮੈਂ ਵੀ ਪੜ੍ਹ ਲਿਖ ਕੇ ਲੋੜਵੰਦਾਂ ਦੀ ਮਦਦ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਮੇਰਾ ਨੇਮ ਚਰਨਜੀਤ ਕੌਰ ਹੈ। ਮੈਂ ਡਿਸਟ੍ਰਿਕਟ ਮਾਨਸਾ ਫਰੋਮ ਫੱਤਾ ਮਾਲੂਕਾ। ਮੈਂ ਇਹ ਪ੍ਰਣ ਕਰਦੀ ਹਾਂ ਕਿ ਮੈਂ ਹੋਰਾਂ ਨੂੰ ਵੀ ਸਿੱਖੀ ਨਾਲ ਜੋੜਾਂਗੀ ਅਤੇ ਮੈਂ ਰੋਜ਼ਾਨਾ ਪਾਠ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਜੀ ਬੇਟੇ। ਜੀ ਜਿਹੜਾ ਗਰੁੱਪ ਹੈ ਇਹ 'ਚ ਪਲੀਜ਼ ਮੈਨੂੰ ਐਡ ਕਰਨ ਦੀ ਕੋਸ਼ਿਸ਼ ਕਰਿਓ। ਆਪਣਾ ਨੰਬਰ ਤੁਸੀਂ ਚੈਟ ਬਾਕਸ ਵਿੱਚ ਪਾ ਦਿਓ ਜੀ। ਹਾਂਜੀ ਜ਼ਰੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਬੇਟੇ। ਮੈਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਧੰਨਵਾਦ ਕਰਦੀ ਹਾਂ ਤੇ ਅੰਕਲ ਜਸਵਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਆਪਣਾ ਲਾਈਫ ਐਕਸਪੀਰੀਅੰਸ ਸ਼ੇਅਰ ਕੀਤਾ। ਮੈਨੂੰ ਅੰਕਲ ਜੀ ਦੇ ਐਕਸਪੀਰੀਅੰਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਬੇਟੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ ਬੇਟੇ। ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਹਾਡੇ ਖਾਤੇ ਅਸੀਂ ਪੜ੍ਹਾਈ ਕਰਦੇ ਹਾਂ। ਜੋ ਗੁਰੂ ਦਾ ਧੰਨਵਾਦ, ਉਹਨੇ ਸਾਨੂੰ ਤੁਹਾਡੇ ਨਾਲ ਜੋੜਿਆ। ਇਹ ਕਿ ਤੁਸੀਂ ਤਾਂ ਸਾਡੇ ਲਈ ਇੱਕ ਰੋਲ ਮਾਡਲ ਦੀ ਤਰ੍ਹਾਂ, ਅਸੀਂ ਤੁਹਾਡੇ ਤੋਂ ਕਿੰਨੇ ਗੁਣ ਲੈ ਸਕਦੇ ਹਾਂ। ਪਰ ਮੈਂ ਅੱਜ ਪ੍ਰਣ ਕਰਦੀ ਹਾਂ ਕਿ ਮੈਂ ਕਦੇ ਵੀ ਕੇਸ ਕਤਲ ਨਹੀਂ ਕਰਾਵਾਂਗੀ। ਜੋ ਕੈਂਪ ਵਿੱਚ ਸਾਨੂੰ ਸਿੱਖਿਆ ਦਿੱਤੀ ਜਾਂਦੀ ਹੈ ਉਸ 'ਤੇ ਅਮਲ ਕਰਾਂਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਮੈਂ ਪ੍ਰਣ ਕਰਦੀ ਹਾਂ ਕਿ ਹਮੇਸ਼ਾ ਗੁਰਬਾਣੀ ਸਮਝ ਕੇ, ਵਿਚਾਰ ਕੇ ਤੇ ਪਿਆਰ ਨਾਲ ਪੜਾਂਗੀ, ਕਦੇ ਵੀ ਕਾਹਲੀ ਨਹੀਂ ਕਰਾਂਗੇ। ਤੇ ਇਹਨਾਂ ਕੈਂਪਾਂ ਦੇ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਮੈਂ ਹਮੇਸ਼ਾ ਹੀ
ਦੂਸਰੇ ਬੱਚਿਆਂ ਨੂੰ ਵੀ ਗੁਰਬਾਣੀ ਪੜ੍ਹਨ ਦੇ ਲਈ ਪ੍ਰੇਰਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਬਹੁਤ ਵਾਹਿਗੁਰੂ ਜੀ ਕੀ ਵਧੀਆ ਫਤਿਹ। ਫਤਿਹ ਬੇਟੇ, ਵੈਰੀ ਗੁੱਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੋਲੋ ਬੇਟੇ। ਮੇਰਾ ਕੁਐਸਚਨ ਇਹ ਸੀਗਾ ਕਿ ਸਾਨੂੰ ਪਤਾ ਕਿਵੇਂ ਲੱਗੇਗਾ ਕਿ ਗੁਰੂ ਜੀ ਸਾਡਾ ਇਮਤਿਹਾਨ ਲੈ ਰਹੇ ਨੇ? ਜਦੋਂ ਬੇਟੇ ਕੋਈ ਇੱਛਾ ਨਹੀਂ ਪੂਰੀ ਹੁੰਦੀ ਨਾ, ਤੇ ਬੇਟੇ ਜ਼ਰੂਰ ਕੋਈ ਨਾ ਕੋਈ ਸਾਡੇ ਵਿਚਕਾਰ ਕੋਈ ਕਮੀ ਹੈ ਜਿਸ ਕਰਕੇ ਕਿ ਇੱਛਾ ਪੂਰੀ ਨਹੀਂ ਹੋ ਰਹੀ, ਤੇ ਬੇਟੇ ਜੀ ਫਿਰ ਉਹ ਇਮਤਿਹਾਨ ਹੀ ਹੈ। ਪਰ ਜੇ ਤੁਸੀਂ ਇਹਦਾ ਨਾ ਕਿ ਪੂਰੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਜੀਵਨ ਜੀ ਰਹੇ ਹੋ, ਹੈ ਨਾ, ਕਹਿਣਾ ਮੰਨ ਰਹੇ ਹੋ। ਹੁਣ ਬੱਚਿਆਂ ਨੂੰ ਨਹੀਂ ਪਤਾ ਨਾ, ਜੇ ਤੁਸੀਂ ਛੋਟੇ ਹੋ ਬੇਟੇ, ਤੇ ਪਰ ਗਲਤੀਆਂ ਸਾਡੇ ਕੋਲ ਹੋ ਜਾਂਦੀਆਂ, ਜਿਸ ਕਰਕੇ ਫਿਰ ਨਹੀਂ ਪਤਾ ਲੱਗਦਾ ਤੁਹਾਨੂੰ, ਅਜੇ ਉਹ ਕਾਰਜ ਨਹੀਂ ਪੂਰਾ ਹੁੰਦਾ ਤੁਹਾਡਾ। ਪਰ ਬੇਟੇ ਮੈਂ ਵੀ ਇਦਾਂ ਹੀ ਸਿੱਖਿਆ ਵਾਂ, ਤੇ ਗੁਰੂ ਮਹਾਰਾਜ ਬਿਲਕੁਲ ਕਾਰਜ ਪੂਰੇ ਕਰਦੇ ਆ, ਸਾਰੀਆਂ ਇੱਛਾਵਾਂ ਪੂਰੀਆਂ ਕਰਦੀਆਂ। ਪਰ ਇਹ ਇਮਤਿਹਾਨ ਲੈਂਦੇ ਹੀ ਲੈਂਦੇ ਆ ਕਿ ਵੀ ਅਸੀਂ ਕਹਿਣਾ ਮੰਨਦੇ ਆ ਕਿ ਨਹੀਂ ਮੰਨਦੇ ਆ। ਇਹ ਜੋ ਤੁਸੀਂ ਬਾਣੀ ਪੜ੍ਹੋਗੇ, ਜਿੰਨੀ ਜ਼ਿਆਦਾ ਪੜ੍ਹੋਗੇ ਬੇਟੇ, ਜਿੰਨੀ ਜ਼ਿਆਦਾ ਸਮਝ ਕੇ ਪੜ੍ਹੋਗੇ, ਤੁਹਾਨੂੰ ਸਮਝ ਆਏਗਾ, ਔਰ ਬਿਲਕੁਲ ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਕਿ ਕਿਹੜੇ ਕਿਹੜੇ ਇਮਤਿਹਾਨ ਹੋਏ ਤੁਹਾਡੇ, ਕਿਹੜੇ ਕਿਹੜੇ ਇਮਤਿਹਾਨਾਂ ਚੋਂ ਮੈਂ ਵੀ ਕਿਵੇਂ ਪਾਸ ਹੋਇਆ, ਕਿਵੇਂ ਤੁਸੀਂ। ਜੇ ਬਾਈ ਚਾਂਸ ਕੋਈ ਤੁਹਾਡੀ ਇੱਛਾ ਨਹੀਂ ਪੂਰੀ ਹੁੰਦੀ ਬੇਟੇ, ਤੇ ਉਹਦੇ ਵਿੱਚ ਵੀ ਬੱਚੇ ਬਾਬਾ ਜੀ ਫਿਰ ਕੀ ਕਰਦੇ ਆ ਕਿ ਸ਼ਾਇਦ ਤੁਹਾਡੇ ਫਾਇਦੇ ਵਾਸਤੇ ਉਹ ਇੱਛਾ ਪੂਰੀ ਨਹੀਂ ਕਰਦੇ। ਦੁੱਖ ਦਾਰੂ ਸੁੱਖ ਰੋਗ ਪਿਆ। ਸੋ ਬੇਟੇ ਇਹ ਤੁਹਾਨੂੰ ਗਿਆਨ ਮਿਲੇਗਾ, ਪੜ੍ਹ ਕੇ ਮਿਲੇਗਾ ਜ਼ਰੂਰ ਬੇਟੇ। ਇਹ ਤੁਹਾਨੂੰ ਹੋਰ ਜ਼ਿਆਦਾ ਸਮਝਾ ਸਕਣਗੇ ਤੁਹਾਨੂੰ ਜਿਹੜੇ ਦੀਦੀਆਂ ਤੁਹਾਡੀਆਂ ਸਾਰੀਆਂ, ਜਾਂ ਜਿੰਨੇ ਹੋਰ ਕਈ ਆਉਂਦੇ ਆ ਪ੍ਰਚਾਰਕ। ਬਸ ਮੈਨੂੰ ਤੇ ਇੰਨਾ ਕੀ ਸਮਝ ਹੈ ਬੇਟੇ, ਇਹ ਕਰਨਾ ਬਾਬਾ ਹੀ ਨਹੀਂ ਹੈ ਸਭ ਕੁਛ, ਕਿਉਂਕਿ ਇਮਤਿਹਾਨ ਜ਼ਰੂਰ ਲੈਂਦੇ ਆ। ਸਾਡੇ ਕੋਲ ਗਲਤੀਆਂ ਹੁੰਦੀਆਂ। ਮੈਨੂੰ ਹੁਣ ਵੀ ਪਿੱਛੇ ਮੈਨੂੰ ਯਾਦ ਆਇਆ ਜਦੋਂ ਲੋਕਡਾਊਨ ਦੇ ਵਿਚਕਾਰ ਮੈਂ ਇੱਕ ਇੰਨੀ ਵੱਡੀ ਗਲਤੀ ਕਰਦਾ ਰਿਹਾ ਸਾਰੀ ਜ਼ਿੰਦਗੀ, ਜਿਹੜੀ ਕਿ ਮੈਨੂੰ ਹੁਣੇ ਸਮਝ ਆਈ, ਜਾ ਕੇ ਪਾਠ ਕਰਕੇ ਵਿਚਾਰ ਕੇ ਪੜ੍ਹਿਆ ਸੀਗਾ। ਕਿੰਨੇ ਪਾਠ ਕਰ ਲਏ, ਕਿੰਨੇ ਕਰ ਲਏ, ਤੇ ਮੈਂ ਕਿਸੇ ਨਾਲ 19 ਸਾਲ ਬੋਲਦਾ ਹੀ ਨਹੀਂ ਸੀਗਾ, ਤੇ ਮੈਂ ਉਹਨੂੰ ਘਰ ਬੁਲਾ ਕੇ ਮਾਫੀ ਮੰਗੀ ਉਹਦੇ ਕੋਲੋਂ। ਏਦਾਂ ਦੀਆਂ ਗੱਲਾਂ ਬੇਟੇ ਆ ਜਾਏਗਾ ਤੁਹਾਨੂੰ ਬੇਟੇ, ਬਾਣੀ ਚ ਲੱਭੇਗਾ ਸਭ ਕੁਝ। ਕਰੀ ਚੱਲੋ ਬੇਟੇ, ਪੜ੍ਹੀ ਚੱਲੋ, ਮਹਾਰਾਜ ਮਿਹਰ ਕਰਨਗੇ। ਵਾਹਿ ਖਾਲਸਾ ਵਾਹਿ ਫਤਿਹ ਬੇਟੇ। ਮੈਂ ਬੱਚਿਆਂ ਨੂੰ ਬੇਨਤੀ ਕਰਨਾ ਚਾਹੁੰਦੀ, ਜਿਹੜੇ ਬੱਚੇ ਕੈਂਪ ਗਰੁੱਪ ਵਿੱਚ ਐਡ ਹੋਣਾ ਚਾਹੁੰਦੇ ਨੇ, ਕਿਰਪਾ ਕਰਕੇ everyone ਤੇ ਮੈਸੇਜ ਕਰੋ ਜੀ। ਜੇ ਤੁਸੀਂ everyone ਤੇ ਮੈਸੇਜ ਨਹੀਂ ਕਰੋਗੇ, ਤੁਹਾਡਾ ਨੰਬਰ ਐਡ ਨਹੀਂ ਹੋ ਸਕੇਗਾ। ਬਹੁਤ ਸਾਰੇ ਬੱਚੇ ਹਜੇ ਵੀ ਹੈਂਡ ਰੇਜ਼ ਕਰ ਰਹੇ ਨੇ, ਅਸੀਂ ਹੋਰ ਬੱਚੇ ਨਹੀਂ ਲੈ ਸਕਾਂਗੇ ਕਿਉਂਕਿ ਸਮਾਂ ਜਿਹੜਾ ਸਮਾਪਤੀ ਵੱਲ ਵੱਧ ਗਿਆ, ਬਹੁਤ ਜ਼ਿਆਦਾ ਹੋ ਚੁੱਕਾ ਹੈ, ਕਿਉਂਕਿ ਹੋਰ ਬੱਚਿਆਂ ਦੀ ਹੋਰ ਵੀ ਕਲਾਸਿਸ ਹੁੰਦੀਆਂ ਨੇ। ਸੋ ਇਸ ਕਰਕੇ ਹੁਣ ਸੁਰਿੰਦਰ ਭੈਣ ਜੀ ਜੋ ਕਿ ਸੈਸ਼ਨ ਨੂੰ ਸਮਾਪਤੀ ਕਰਨਗੇ ਜੀ। ਹਾਂਜੀ, ਅੱਜ ਦਾ ਕੈਂਪ ਲਗਾ ਕੇ ਸੱਚਮੁੱਚ ਬਹੁਤ ਹੀ ਬੱਚਿਆਂ ਨੂੰ ਹੀ ਨਹੀਂ, ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ, ਤੇ ਨਾਲ ਮੋਟੀਵੇਸ਼ਨ ਵੀ ਮਿਲਦੀ ਹੈ ਕਿ ਅਸੀਂ ਵੀ ਕੁਝ ਕਰੀਏ। ਵਾਹਿਗੁਰੂ ਜੀ ਕਿਰਪਾ ਕਰਕੇ ਆਪ ਹੀ ਸਭ ਸੇਵਾ ਲੈਂਦੇ ਆ ਤੇ ਲੈਂਦੇ ਰਹਿਣਗੇ। ਸੋ ਇੰਨਾ ਕੁ ਅਰਦਾਸ ਜ਼ਰੂਰ ਕਰਦੇ ਆ ਕਿ ਵਾਹਿਗੁਰੂ ਜੀ ਇਸ ਤਰ੍ਹਾਂ ਦੀ ਸੇਵਾ ਜਿਹੜੀ ਲੈ ਰਹੇ ਆ, ਉਹ ਵਾਹਿਗੁਰੂ ਜੀ ਬਖਸ਼ਿਸ਼ ਕਰਨ ਤੇ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਹਨਾ, ਕਿ ਅਸੀਂ ਸਾਰੇ ਹੀ ਰਲ ਮਿਲ ਕੇ ਇਸੇ ਤਰ੍ਹਾਂ ਇਸ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਜੋ ਬੱਚਿਆਂ ਨੂੰ ਸੁਣਦੇ ਆ, ਤੇ ਬੱਚਿਆਂ ਨੂੰ ਸੁਣ ਕੇ ਸਾਨੂੰ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਦੇ ਬੱਚਿਆਂ ਦਾ ਜਿਹੜਾ ਵਾਹਿਗੁਰੂ ਜੀ ਆਪ ਹੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਲੈਂਦੇ ਰਹਿਣ ਸੇਵਾ ਜੀ। ਸੋ ਅੱਜ ਦਾ ਕੈਂਪ ਬਹੁਤ ਵਧੀਆ ਲੱਗਿਆ ਜੀ, ਤੇ ਹੁਣ ਇੱਥੇ ਹੀ ਸਮਾਪਤੀ ਹੈ ਜੀ। ਧੰਨਵਾਦ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਜਸਵਿੰਦਰ ਸਿੰਘ। ਚੰਗਾ ਜੀ, ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਅਸਲੀ ਸੇਵਾ ਤੁਸੀਂ ਕਰ ਰਹੇ ਹੋ ਸਾਰੇ, ਅਸਲੀ ਸੇਵਾ ਤੁਸੀਂ ਕਰ ਰਹੇ ਹੋ ਸਾਰੇ। ਮੈਨੂੰ ਧੰਨਵਾਦ ਕਰਨਾ ਤੁਹਾਡਾ ਸਾਰਿਆਂ ਦਾ। ਮੈਂ ਤਾਂ ਇੱਥੇ ਬੈਠਾ ਵਾਂ ਦੂਰ, ਤੁਸੀਂ ਬਹੁਤ ਮਿਹਨਤ ਕਰ ਰਹੇ ਹੋ ਸਾਰੇ। ਗੁਰੂ ਸਾਹਿਬ ਤੁਹਾਨੂੰ ਵੀ ਸਾਰਿਆਂ ਨੂੰ ਚੜ੍ਹਦੀ ਕਲਾ, ਸਾਰੀ ਸੰਸਥਾ ਦੀ ਚੜ੍ਹਦੀ ਕਲਾ ਆਪਣੇ ਕੋਲ ਅਰਦਾਸ ਹੀ ਆ। ਬਹੁਤ ਵਧੀਆ, ਮਹਾਰਾਜ ਮਿਹਰ ਕਰ ਰਹੇ ਆ, ਆਪੇ ਹੀ ਸੇਵਾ ਲੈ ਰਹੇ ਆ। ਧੰਨਵਾਦ ਤੁਹਾਡਾ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵਾਲਾ YouTube ਤੇ ਵੀ ਅਵੇਲੇਬਲ ਹੋਏਗਾ, ਸੋ ਜ਼ਰੂਰ ਬੱਚੇ ਸ਼ੇਅਰ ਕਰ ਸਕਦੇ ਨੇ ਜੀ ਇਹਨੂੰ। ਹਾਂਜੀ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਧੰਨਵਾਦ ਜੀ, ਬਹੁਤ ਬਹੁਤ। ਭੁੱਲਾਂ ਚੁੱਕਾਂ ਜੀ, ਬੁਲਾਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਾਂ, ਵਾਹਿਗੁਰੂ ਜੀ ਕੀ ਫਤਿਹ ਜੀ, ਫਤਿਹ ਜੀ, ਫਤਿਹ।